ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ ਸਭ ਸਤਿਕਾਰ ਸੱਜਣਾ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਸੱਜਣਾ ਦਾ ਸਵਾਗਤ ਕਰਦਾ। ਅੱਜ ਤਾਰੀਖ 31 ਮਈ ਦੀ ਸ਼ਾਮ ਸਨ 2021 ਦਿਨ ਸੋਮਵਾਰ 18 ਜੇਠ ਨਾਨਕਸ਼ੇ ਸੰਮਤ 553 ਹੈ। ਸੋਮਵਾਰ ਦੀ ਇਹ ਸ਼ਾਮ ਸੁਨਹਿਰੀ ਨਹੀਂ ਹੈ, ਥੋੜੀ ਮਿੱਟੀ ਘੱਟੇ ਭਰੀ ਹੈ। ਹਲਕੀਆਂ ਤੇ ਕਦੀ ਤੇਜ਼ ਹਵਾਵਾਂ ਦੇ ਬੁੱਲੇ ਆ ਰਹੇ ਨੇ। ਪਿਛਲੇ ਜਿਸ ਤਰ੍ਹਾਂ 2-3 ਦਿਨਾਂ ਤੋਂ ਮੌਸਮ ਦੇ ਵਿੱਚ ਗੜਬੜ ਹੈ ਤੇ ਇਸ ਦੌਰਾਨ ਝੱਖੜ ਝਾਂਜੇ ਵਾਲੀ ਸਥਿਤੀ ਗਾਹੇ ਬਗਾਹੇ ਪੰਜਾਬ ਦੇ ਵਿੱਚ ਬਣ ਰਹੀ ਹੈ ਤੇ ਸਿਆਸੀ ਤੌਰ ਤੇ ਝੱਖੜ ਝਾਂਜਾ ਸਰਕਾਰਾਂ ਦੇ ਵਿੱਚ, ਪੋਲੀਟੀਕਲ ਪਾਰਟੀਆਂ ਦੇ ਵਿੱਚ, ਆਵਾਮ ਦੇ ਵਿੱਚ ਵੀ ਪਿਆ ਹੋਇਆ। ਅੱਜ ਪੰਜਾਬ ਕਾਂਗਰਸ ਦੇ ਜਿਹੜੇ ਨੇਤਾ ਨੇ ਉਹਨਾਂ ਦੀ ਦਿੱਲੀ ਦੇ ਵਿੱਚ ਸ਼ਮੂਲੀਅਤ ਹੋਈ ਹੈ। ਰਾਜੀਨਾਮੇ ਦੇ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਤਰਫੋਂ ਨਿਯੁਕਤ ਕੀਤੇ ਗਏ ਉਹਨਾਂ ਦੇ ਖਾਸਮ ਖਾਸ ਮਲਕ ਅਰਜਨ ਖੜਗੇ ਤੇ ਉਸਦੇ ਦੋ ਸਾਥੀਆਂ ਦੀ ਜਿਹੜੀ ਤਪੈਂਚੀ ਹੈ, ਵੈਸੇ ਤਾਂ 5 ਮੈਂਬਰਾਂ ਦੀ ਪੰਚਾਇਤੀ ਹੁੰਦੀ ਹੈ, 3 ਮੈਂਬਰਾਂ ਦੀ ਜਿਹੜੀ ਤਪੈਂਚੀ ਹੈ ਉਸ ਦੇ ਵਿੱਚ ਸਿਆਸੀ ਤਿਕੜਮਬਾਜ਼ੀਆਂ ਅੱਜ ਚੱਲੀਆਂ ਨੇ। ਉਸ ਵਿਸ਼ੇ ਤੇ ਜਾਂ ਹੋਰ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਆਪਣੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸਾਹਿਬ ਸੁਰਿੰਦਰ ਸਿੰਘ ਹੋਰਾਂ ਦੇ ਨਾਲ। ਤੇ ਮੋਦੀ ਸਰਕਾਰ ਦਾ ਲੇਖਾ ਜੋਖਾ, ਕਿਸਾਨ ਤੇ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਚੱਲਦੀ ਲੜਾਈ ਦੇ ਵਿੱਚ ਕੀ ਸੁਖ ਅਨੁਸਾਰ ਚੱਲ ਰਿਹਾ, ਉਸ ਬਾਰੇ ਗੱਲਬਾਤ ਹੋਵੇਗੀ। ਤੇ ਇਸ ਸਿਲਸਿਲੇ ਵਿੱਚ ਕੁਝ ਹੋਰ ਖਬਰਾਂ, ਪੋਜ਼ਿਟਿਵ ਖਬਰਾਂ, ਕਮਾਲ ਦੀਆਂ ਖਬਰਾਂ ਤੇ ਵੀ ਚਰਚਾ ਕਰਾਂਗੇ ਤੇ ਇਸ ਦੇ ਨਾਲ ਨਾਲ ਕੁਝ ਸਾਹਿਤਕ ਪੱਖ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਰਹੇਗੀ। ਜਿੱਥੇ ਕਰੋਨਾ ਦੇ ਚੱਲਦਿਆਂ ਬਾਕੀ ਕੰਮਕਾਜ ਠੱਪ ਨੇ, ਉੱਥੇ ਜਿਹੜੀਆਂ ਗੇਮਜ਼ ਨੇ, ਓਲੰਪਿਕ ਕੁਆਲੀਫਾਈ ਕਰਨ ਵਾਸਤੇ ਪੰਜਾਬ ਦੇ ਗੱਭਰੂ 6-6 ਘੰਟੇ ਪਾਰਕਾਂ, ਖਾਸ ਕਰਕੇ ਖੇਤਾਂ ਜਾਂ ਆਪਣੇ ਫਾਰਮ ਹਾਊਸ ਜਾਂ ਜਿੱਥੇ ਵੀ ਇਕਾਂਤ ਹੁੰਦਾ ਉੱਥੇ ਪ੍ਰੈਕਟਿਸ ਕਰਦੇ ਨਜ਼ਰ ਆਉਂਦੇ ਨੇ, ਕਿਉਂਕਿ ਜਿਹੜੇ ਇਹਨਾਂ ਦੇ ਸਪੋਰਟਸ ਗਰਾਊਂਡ ਨੇ ਉਹ ਤਕਰੀਬਨ ਬਚੇ ਨੇ, ਕਿਉਂਕਿ ਟੋਕੀਓ ਓਲੰਪਿਕ ਦੇ ਵਿੱਚ ਮਹਿਜ਼ 52 ਦਿਨ ਬਚੇ ਨੇ। ਲੇਕਿਨ ਲਾਕਡਾਊਨ ਦੇ ਚੱਲਦਿਆਂ ਪੰਜਾਬ ਦੇ ਵਿੱਚ ਜਿਹੜੀਆਂ ਸਪੋਰਟਸ ਐਕਟੀਵਿਟੀਜ਼ ਨੇ ਉਹ ਬੰਦ ਨੇ। ਦੇਸ਼ ਦੇ ਵਾਸਤੇ ਸੁਨਹਿਰੀ ਤਗਮੇ ਜਾਂ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਮਾਣਯੋਗ ਗੱਭਰੂ ਪੰਜਾਬ ਦੇ ਖੇਤਾਂ, ਘਰਾਂ, ਦੂਰ ਦਰਾਡੇ ਨਹਿਰਾਂ ਦੀਆਂ ਪਟੜੀਆਂ ਤੇ ਪ੍ਰੈਕਟਿਸ ਕਰਦੇ ਨਜ਼ਰ ਆਉਂਦੇ ਨੇ, ਕਿਉਂਕਿ ਸਪੋਰਟਸ ਸੰਸਥਾਵਾਂ ਨੇ ਜਿਹੜੀਆਂ ਉਹ ਤਕਰੀਬਨ ਕੋਵਿਡ ਦੇ ਚੱਲਦਿਆਂ ਬੰਦ ਨੇ। ਤੇ ਕੇਰਲ ਦੇ ਵਿੱਚ ਮਾਨਸੂਨ ਦੇ ਮੁਤਲਕ ਸਕਾਈਮੇਟ ਨੇ ਆਖਿਆ ਕਿ ਮਾਨਸੂਨ ਆ ਚੁੱਕਾ ਹੈ, ਜਦੋਂ ਕਿ ਮੌਸਮ ਵਿਭਾਗ ਬੋਲਦਾ ਕਿ 3 ਜੂਨ ਤੱਕ ਕੇਰਲ ਦੇ ਵਿੱਚ ਮਾਨਸੂਨ ਦੀ ਆਮਦ ਹੋਣੀ ਹੈ। ਸੋ ਮੌਸਮ ਏਜੰਸੀ ਜਿਹੜੀ ਸਕਾਈਮੇਟ ਨੇ 30 ਅਤੇ ਮੌਸਮ ਵਿਭਾਗ ਨੇ 31 ਮਈ ਨੂੰ ਪੂਰਵ ਅਨੁਮਾਨ ਕੀਤਾ ਸੀ, ਜਿਸ ਦੌਰਾਨ ਸਕਾਈਮੇਟ ਨੇ ਆਖਿਆ ਕਿ ਮਾਨਸੂਨ ਆ ਚੁੱਕਾ ਹੈ, ਜਦੋਂ ਕਿ ਮੌਸਮ ਵਿਭਾਗ ਦਾ ਮੰਨਣਾ ਹੈ ਕਿ 3 ਜੂਨ ਨੂੰ ਮੌਸਮ ਦੇ ਅਸਾਰ ਨੇ। ਮੌਸਮ ਦੇ ਹਾਲਾਤ ਵੈਸੇ ਸਰਕਾਰੀ ਵਿਭਾਗਾਂ ਦੇ ਉਹੀ ਨੇ ਜਿਹੜੇ ਅਸੀਂ 1.5 ਦਹਾਕੇ ਪਹਿਲਾਂ ਆਲ ਇੰਡੀਆ ਰੇਡੀਓ ਤੋਂ ਰਿਪੋਰਟਾਂ ਪੇਸ਼ ਕਰੀਦੀਆਂ ਸੀ ਕਿ ਆਉਣ ਵਾਲੇ 24 ਘੰਟਿਆਂ 'ਚ ਮੌਸਮ ਖੁਸ਼ਕ ਰਹੇਗਾ ਤੇ ਬਾਹਰ ਮੀਂਹ ਪੈ ਰਿਹਾ ਹੁੰਦਾ ਸੀ। ਜਿਹੜੀ ਰਿਪੋਰਟ ਸਾਡੇ ਕੋਲ ਆਉਂਦੀ ਸੀ ਉਹੀ ਪੜ੍ਹਨੀ ਪੈਂਦੀ ਸੀ। ਹਾਂ, ਗੀਤ ਗੂਤ ਗਾਉਂਦੇ ਆ ਜਦੋਂ ਕਿਤੇ ਫੌਜੀਆਂ ਦੇ ਗੀਤ ਲਾਉਣੇ ਕਿ ਬੱਦਲਾਂ ਨੂੰ ਪੁੱਛ ਗੋਰੀਏ ਨੇ ਤੇ ਘੱਲਦਾ ਸੁਨੇਹੇ ਮੈਂ ਹਜ਼ਾਰ, ਤੇ ਸਾਡੇ ਸਿਕਿਉਰਿਟੀ ਵਾਲੇ ਜਿਹੜੇ ਫੌਜੀ ਬਾਈ ਹੁੰਦੇ ਸੀ SLR ਵਾਲੇ ਗੇਟ ਤੇ ਬੈਠੇ, ਉਹਨਾਂ ਨੇ ਫਿਰ ਬੜਾ ਖੁਸ਼ ਹੋਣਾ ਕਿ ਅੱਜ ਫੌਜੀਆਂ ਦਾ ਗੀਤ ਖੜਕਾ ਦਿਓ ਜੀ, ਬੱਦਲਾਂ ਨੂੰ ਪੁੱਛ ਗੋਰੀਏ। ਅੱਸੂ ਦੇ ਮਹੀਨੇ ਵਿੱਚ ਛੁੱਟੀ ਆਏ ਫੌਜੀ ਆਵੇ, ਲੱਗਦਾ ਬੁਰਾ ਸੀ ਜਦੋਂ ਸੌਣ ਵਿੱਚ ਮੌਜੀ ਆਵੇ। ਨਿੱਕੀ ਨਿੱਕੀ ਪੈਂਦੀ ਸੀ ਕਣੀ ਮੈਂ ਜਾਂ ਮੇਰਾ ਰੱਬ ਜਾਣਦਾ, ਉਦੋਂ ਕਿੰਜ ਮੇਰੀ ਜਿੰਦ ਤੇ ਬਣੀ। ਇਹ ਗੀਤ ਬੜਾ ਮੇਰੇ ਖਿਆਲ ਸੁਰਿੰਦਰ ਸ਼ਿੰਦਾ ਤੇ ਗੁਲਸ਼ਨ ਕੋਮਲ ਦਾ ਸੀ, ਬਹੁਤ ਪਸੰਦ ਸੀ ਫੌਜੀ ਬਾਈਆਂ ਨੂੰ ਜੋ ਸਿਕਿਉਰਿਟੀ ਦੇ ਹੁੰਦੇ ਸੀ। ਉਹਨਾਂ ਨੇ ਕਹਿਣਾ ਅੱਜ ਫਿਰ ਹੋ ਜਾਏ ਸਾਡੇ ਮਨ ਦੀ ਗੱਲ। ਸੋ ਉਸ ਦੌਰਾਨ ਬਾਹਰ ਬੱਦਲ ਵਰ ਰਿਹਾ ਹੁੰਦਾ, ਘਟਾਵਾਂ ਘਟ ਰਹੀਆਂ ਹੁੰਦੀਆਂ ਤੇ ਉਧਰੋਂ ਅਸੀਂ ਕਹੀ ਜਾਣਾ ਮੌਸਮ 24 ਘੰਟਿਆਂ 'ਚ ਖੁਸ਼ਕ ਰਹੇਗਾ, ਸਰਕਾਰੀ ਰਿਪੋਰਟਾਂ। ਸੋ ਇਸ ਤਰ੍ਹਾਂ ਦਾ ਹਾਲਾਤ ਨੇ ਆਲ ਇੰਡੀਆ ਰੇਡੀਓ ਦੇ, ਹੁਣ ਮੋਦੀ ਦੇ ਮਨ ਕੀ ਬਾਤ ਵਾਲੇ ਰੇਡੀਓ ਮਾਧਿਅਮ ਦੇ। ਖੈਰ, ਪਰ ਫਿਰ ਵੀ ਸਕਾਈਮੇਟ ਅਤੇ ਮੌਸਮ ਵਿਭਾਗ ਦੇ ਵਿੱਚ ਮੌਸਮ ਨੂੰ ਲੈ ਕੇ ਮਤਭੇਦ ਨੇ। ਉਧਰ ਇਸ ਜਿਹੜੇ ਤੂਫਾਨ ਆ ਰਹੇ ਨੇ, ਦੂਰ ਦਰਾਡੇ ਜਿਹੜੇ ਕੱਟੇ ਇਲਾਕੇ ਨੇ ਕੇਰਲਾ ਦੇ ਵਿੱਚ, ਉਹਨਾਂ ਦੇ ਵਿੱਚ ਡਾਕਟਰਾਂ ਦਾ ਜਜ਼ਬਾ ਵੇਖਣ ਯੋਗ ਹੈ, ਜਿਸ ਦੇ ਅੱਗੇ ਤੂਫਾਨ ਵੀ ਬੌਣਾ ਹੋ ਗਿਆ। ਕੇਰਲ ਦੇ ਵਿੱਚ ਮੈਡੀਕਲ ਟੀਮਾਂ ਨਦੀਆਂ ਨੂੰ ਪਾਰ ਕਰਕੇ 17 ਕਿਲੋਮੀਟਰ ਪੈਦਲ ਚੱਲ ਕੇ ਜੰਗਲਾਂ ਦੇ ਵਿੱਚ ਵਸੇ ਜਿਹੜੇ ਪਿੰਡ ਨੇ ਉੱਥੇ ਪਹੁੰਚੀਆਂ ਨੇ, ਜਿੱਥੇ ਕਰੋਨਾ ਦੇ ਕੁਝ ਲੱਛਣ ਦਿਖਾਈ ਦੇ ਰਹੇ ਸੀਗੇ।
ਤੇ ਉਸ ਦੌਰਾਨ ਉਹਨਾਂ ਨੇ ਇੰਨਾ 17 ਕਿਲੋਮੀਟਰ ਦਾ ਪੈਦਲ ਰਸਤਾ ਨਦੀਆਂ ਨੂੰ ਪਾਰ ਕਰਕੇ ਮੇਲ ਫੀਮੇਲ ਡਾਕਟਰ ਨੇ ਡਾਕਟਰ ਸਿਖਾਇਆ ਤੇ ਉਹਨਾਂ ਦੀ ਟੀਮ ਦੂਰ ਦਰਾਡੇ ਦੇ 17 ਪਿੰਡਾਂ ਦੇ ਵਿੱਚ ਪਹੁੰਚੇ ਨੇ, ਜਿੱਥੇ 32,956 ਆਦੀਵਾਸੀਆਂ ਦੇ ਘਰ। ਅਟਾਪਟੀ ਕੇਰਲਾ ਦਾ ਸਭ ਤੋਂ ਪਛੜਿਆ ਖੇਤਰ ਹੈ ਜੋ ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਦੇ ਨਾਲ ਸੀਮਾ ਦੇ ਨਾਲ ਸਾਂਝਾ ਹੈ। ਇਸ ਦੂਰ ਦਰਾਡੇ ਇਲਾਕੇ ਦੇ ਵਿੱਚ ਵੀ ਡਾਕਟਰ ਪਹੁੰਚੇ ਨੇ, ਜਿੱਥੇ ਇਸ ਤਰ੍ਹਾਂ ਕੁਝ ਡਾਕਟਰਾਂ ਨੂੰ ਲੈ ਕੇ ਲੋਕ ਉਹਨਾਂ ਨੂੰ ਜਮਦੂਤ ਦੱਸੀ ਜਾ ਰਿਹਾ, ਕੋਈ ਕੁਛ ਦੱਸੀ ਜਾ ਰਿਹਾ। ਦੂਜੇ ਬੰਨੇ ਮਾਨਵਤਾ ਦੀ ਸੇਵਾ ਕਰਨ ਵਾਲੇ ਇਹ ਜਿਹੜੇ ਲੋਕ ਨੇ, ਡਾਕਟਰ ਨੇ, ਇੰਨੀ ਮੁਸ਼ੱਕਤ ਦੇ ਨਾਲ ਆਵਾਮ ਦੀ ਸੇਵਾ ਵੀ ਕਰ ਰਹੇ ਨੇ। ਵੈਸੇ ਇੰਨਾ ਸੁਖਾਲਾ ਪ੍ਰੋਫੈਸ਼ਨ ਨਹੀਂ, ਅਸੀਂ ਕਈ ਵਾਰੀ ਕਹਿੰਦੇ ਨੇ ਹਾਂ 200 ਰੁਪਏ ਫੀਸ, ਪਰ ਜਿਹੜੇ ਬੱਚੇ ਡਾਕਟਰੀ ਦੀ ਪੜ੍ਹਾਈ ਕਰਦੇ ਨੇ, ਜਦੋਂ ਜਿਵੇਂ ਜਰਨਲਿਜ਼ਮ 'ਚ ਸਿਖਾਇਆ ਜਾਂਦਾ ਨਾ ਕਿ ਜਦੋਂ ਤੁਸੀਂ ਦੂਸਰੇ ਦੇ ਦੁੱਖ ਨੂੰ ਉਹਦੀ ਸਥਿਤੀ 'ਚ ਆ ਕੇ ਵੇਖੋ, ਦੂਸਰੇ ਦੀ ਮੁਸ਼ੱਕਤ ਨੂੰ ਗਰਾਊਂਡ ਲੈਵਲ ਤੇ ਆ ਕੇ ਵੇਖੋ, ਜੋ ਜਰਨਲਿਜ਼ਮ ਦਾ ਮੁੱਢਲਾ ਅਸੂਲ ਹੈ, ਤਾਂ ਤੁਹਾਨੂੰ ਅਸਲ ਸਥਿਤੀ ਦਾ ਪਤਾ ਲੱਗਦਾ ਕਿ ਸਥਿਤੀ ਖੜੀ ਕਿੱਥੇ ਹੈ। ਅੱਜ ਮਾਫੀ ਚਾਹਾਂਗੇ ਕਿ ਅੱਜ YouTube ਤੇ Facebook ਤੇ ਲਾਈਵ ਨਹੀਂ ਹੋ ਰਿਹਾ, ਸੋ ਸਾਡੇ ਜਿਹੜੇ WhatsApp ਨੇ ਉਸ ਤੇ ਮੈਸੇਜ ਤੁਹਾਨੂੰ ਰਿਕਾਰਡਡ ਮਿਲ ਜਾਏਗਾ YouTube ਤੇ ਚੜ੍ਹਨ ਤੋਂ ਬਾਅਦ। ਤੇ ਇਸ ਦੌਰਾਨ YouTube Facebook ਅੱਜ ਲਾਈਵ ਨਹੀਂ ਹੈ, ਮੈਨੂੰ ਵੀ ਥੋੜਾ ਮਹਿਸੂਸ ਹੋ ਰਿਹਾ, ਪਰ ਹਾਂ ਜਿਹੜੀਆਂ ਸਾਡੀਆਂ ਐਪਸ ਨੇ ਉੱਥੇ ਇਸ ਵਕਤ ਤੁਸੀਂ ਇਸ ਪ੍ਰੋਗਰਾਮ ਦਾ ਲਾਈਵ ਲੁਤਫ ਲੈ ਰਹੇ ਹੋ। ਆਈਫੋਨ ਤੇ ਐਂਡਰਾਇਡ ਐਪਸ ਨੇ, ਜਾਂ ਫਿਰ ਅਮਰੀਕਾ ਦੇ ਵਿੱਚ ਜਿਹੜਾ ਆਪਣਾ ਕਾਲ ਟੂ ਲਿਸਨ ਨੰਬਰ ਹੈ, ਉਸ ਨੰਬਰ ਤੇ ਵੀ ਤੁਸੀਂ 667 930 9260 ਤੇ ਜਾ ਕੇ ਵੀ ਜਿਹੜਾ ਹੈਗਾ ਇਸ ਪ੍ਰੋਗਰਾਮ ਦਾ ਲੁਤਫ ਲੈ ਸਕਦੇ ਹੋ। ਤੇ ਇਸ ਸਿਲਸਿਲੇ ਵਿੱਚ ਮੇਰੇ ਨਾਲ ਕੋਈ ਗੱਲ ਕਰਨੀ ਆ ਤਾਂ 98 763 09655 ਤੇ ਸੰਪਰਕ ਕਰ ਸਕਦੇ ਹੋ। ਇਸ ਦੌਰਾਨ ਮੇਰੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ 98 763 09655 ਤੇ ਸੰਪਰਕ ਕਰ ਸਕਦੇ ਹੋ। ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਬਾਈ ਸੁਰਿੰਦਰ ਸਿੰਘ ਆਪਣੇ ਨਾਲ ਕੁਝ ਪਲ ਤੱਕ ਜੁੜਨਗੇ, ਜਿਸ ਦੌਰਾਨ ਖਬਰਾਂ ਤੇ ਨਜ਼ਰਾਂ ਅੱਜ ਦੀਆਂ ਜਿਹੜੀਆਂ ਸਥਿਤੀਆਂ ਨੇ ਉਸ ਮੁਤਲਕ ਗੱਲਬਾਤ ਕਰਾਂਗੇ। ਤੇ ਇਹ ਠੀਕ ਹੈ ਕਿ ਬਹੁਤ ਸਾਰੇ ਸਰੋਤੇ ਫੇਸਬੁੱਕ ਜਾਂ YouTube ਲਈ ਸੁਣਦੇ ਨੇ, ਉਹਨਾਂ ਨੂੰ ਅੱਜ ਥੋੜੀ ਦਿੱਕਤ ਮਹਿਸੂਸ ਹੋਵੇਗੀ। ਤੇ ਜਿਸ ਤਰ੍ਹਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ, ਸੱਤਾਧਾਰੀ ਕਾਂਗਰਸ ਪਾਰਟੀ ਨੂੰ ਲੈ ਕੇ ਅੱਜ ਜਿਹੜੀ ਮੀਟਿੰਗ ਹੋਈ ਆ, ਉਹਦਾ ਮੈਂ ਥੋੜਾ ਜਿਹਾ ਲੇਖਾ ਜੋਖਾ ਤੁਹਾਡੇ ਨਾਲ ਸਾਂਝਾ ਕਰ ਦਿਆਂ ਕਿ ਇਸ ਮੀਟਿੰਗ ਦੇ ਦੌਰਾਨ ਜਿਹੜੇ ਪੰਜਾਬ ਤੋਂ ਕੁਝ ਵਿਧਾਇਕ ਜਾਂ ਆਗੂ ਪੁੱਜੇ ਨੇ, ਉਹਨਾਂ ਦੀ ਜਿਹੜੀ ਗੱਲਬਾਤ ਹੋਈ ਹੈ ਉਸ ਦੇ ਵਿੱਚੋਂ ਕੀ ਨਿਕਲਦਾ। ਕਿਤੇ ਕਿਤੇ ਜਿਸ ਤਰ੍ਹਾਂ ਉਹਦੀ ਜਰਨਲਿਸਟ ਅਦਿਤੀ ਟੰਡਨ ਦੀ ਰਿਪੋਰਟ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦੇ ਚਰਚੇ ਨੇ, 2 ਉਪ ਮੁੱਖ ਮੰਤਰੀ ਬਣਾਉਣ ਦੇ ਚਰਚੇ ਨੇ। ਇਕੱਲਾ ਨਵਜੋਤ ਸਿੰਘ ਸਿੱਧੂ ਨਹੀਂ, ਨਾਲ ਕਿਸੇ ਹੋਰ ਨੂੰ ਵੀ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਪਰ ਇਸ ਦੌਰਾਨ ਕੀ ਡਿਪਟੀ ਮੁੱਖ ਮੰਤਰੀ ਬਣ ਕੇ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਵਾਸਤੇ ਇਕਜੁੱਟ ਹੋ ਸਕਣਗੇ? ਕੀ ਨਵਜੋਤ ਸਿੰਘ ਸਿੱਧੂ ਇਸ ਦੇ ਲਈ ਰਜ਼ਾਮੰਦ ਹੋ ਜਾਣਗੇ? ਜਾਂ ਇਸ ਵਿਵਾਦ ਦੇ ਸੁਲਝਣ ਤੋਂ ਬਾਅਦ ਜੇ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਦੀ ਕਮਾਂਡ ਰਲ ਮਿਲ ਕੇ ਸੰਭਾਲਦੇ ਨੇ ਤਾਂ ਤੁਹਾਡੇ ਮੁਤਾਬਕ ਕੀ ਸਥਿਤੀ ਰਹੇਗੀ ਕਿ ਪੰਜਾਬ ਕਾਂਗਰਸ ਪਾਰਟੀ ਮੁੜ ਕੇ ਪੰਜਾਬ ਦੀ ਸੱਤਾ ਤੇ ਕਾਬਜ ਹੋ ਸਕਦੀ ਹੈ, ਜਾਂ ਸੱਤਾਧਾਰੀ ਪਾਰਟੀ ਜਿਸ ਦਾ ਜਿਹੜਾ ਗ੍ਰਾਫ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਡਿੱਗਿਆ ਉਹ ਮੁੜ ਕੇ ਆਪਣੇ ਪੈਰ ਜਮਾ ਸਕਦੀ ਹੈ? ਇਸ ਸੰਬੰਧੀ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ ਕਾਲ ਕਰਕੇ। ਫੋਨ ਲਾਈਨ ਇਸ ਵਕਤ ਫ੍ਰੀ ਨੇ 98 763 09655 ਤੇ ਤੁਸੀਂ ਜਿਹੜੀ ਲਾਈਨ ਹੈ ਉਸ ਤੇ ਕਾਲ ਕਰ ਸਕਦੇ ਹੋ, ਤੇ ਜਾਂ ਫਿਰ ਤੁਸੀਂ ਗੱਲਬਾਤ ਕਰ ਸਕਦੇ ਹੋ WhatsApp ਕਾਲ ਦੇ ਜ਼ਰੀਏ ਵੀ ਗੱਲਬਾਤ ਕਰ ਸਕਦੇ ਹੋ। ਮੈਸੇਂਜਰ ਜਾਂ Facebook ਰਾਹੀਂ ਜਿਹੜੇ ਸੱਜਣ ਨੇ ਉਹ Facebook ਕਾਲ ਵੀ ਮੈਸੇਂਜਰ ਦੇ ਜ਼ਰੀਏ ਕਰ ਸਕਦੇ ਨੇ। ਤੇ ਇਸ ਦੌਰਾਨ ਜਿਹੜਾ ਹੈਗਾ ਆਪ ਸਭ ਸੱਜਣਾਂ ਦਾ ਸਵਾਗਤ ਰਹੇਗਾ। ਅੱਜ ਮੇਰੀ ਕੋਸ਼ਿਸ਼ ਹੈ ਕਿ ਜਿਸ ਤਰ੍ਹਾਂ ਜਿਹੜੇ ਖਿਡਾਰੀਆਂ ਤੋਂ ਆਪਾਂ ਗੱਲਬਾਤ ਸ਼ੁਰੂ ਕੀਤੀ ਸੀ ਕਿ ਉਸ ਸਿਲਸਿਲੇ ਦੇ ਵਿੱਚ ਕੁਝ ਜਿਹੜੇ ਪੰਜਾਬ ਦੇ ਮਾਇਆਨਾਜ਼ ਖਿਡਾਰੀ ਨੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਜਾਵੇ, ਕਿਉਂਕਿ ਜਿਨ੍ਹਾਂ ਨੇ ਦੇਸ਼ ਦਾ ਨਾਂ ਚਮਕਾਇਆ ਅੱਜ ਉਹ ਸਾਡੇ ਚੇਤਿਆਂ ਚੋਂ ਮਨਫੀ ਹੋ ਗਏ ਨੇ। ਇਸ ਸੰਬੰਧੀ ਜਿਹੜੀਆਂ ਬਹੁਤ ਕਮਾਲ ਦੇ ਕਲਮਕਾਰ ਨੇ, ਜਿਸ ਤਰ੍ਹਾਂ ਪ੍ਰਿੰਸੀਪਲ ਸਰਵਣ ਸਿੰਘ ਜਾਂ ਹੋਰ ਸ਼ਖਸੀਅਤਾਂ ਨੇ, ਨਵਦੀਪ ਗਿੱਲ ਹੈ, ਜਿਹੜੇ ਲਗਾਤਾਰ ਜਿਹੜੇ ਨੇ ਬਾਈ ਜੀ ਚਾਹਲ ਨੇ ਯੂਨੀਵਰਸਿਟੀ ਤੋਂ ਲਗਾਤਾਰ ਖਿਡਾਰੀਆਂ ਦੇ ਬਾਰੇ ਲਿਖਦੇ ਨੇ। ਰਾਜਦੀਪ ਸਿੰਘ ਨੇ ਜਿਹੜੇ ਸਾਬਕਾ ਉੱਚ ਪੁਲਿਸ ਅਧਿਕਾਰੀ ਨੇ, ਰਾਜਦੀਪ ਸਿੰਘ ਗਿੱਲ, ਉਹ ਵੀ ਸਪੋਰਟਸ ਤੇ ਬਹੁਤ ਵੱਡਾ ਕੰਮ ਕਰ ਰਹੇ ਨੇ, ਜੋ ਕਈ PhD ਦੇ ਨਾਲੋਂ ਵੀ ਵੱਧ ਕੇ ਹੈ। ਉਹ ਜਿਹੜੇ ਪੁਰਾਣੇ ਖਿਡਾਰੀ ਨੇ ਅੰਗਰੇਜ਼ਾਂ ਦੇ ਵਕਤ ਤੇ, ਉਹਨਾਂ ਦਾ ਸਾਰਾ ਡਾਟਾ ਇਕੱਤਰ ਕਰ ਰਹੇ ਨੇ।
ਹਾਲਾਂਕਿ 2 ਭਰਾ ਉੱਚ ਅਧਿਕਾਰੀ ਸੀ, ਇੱਕ ਤੇ ਡੀਜੀਪੀ ਬਣੇ। ਪਰਮਜੀਤ ਸਿੰਘ ਸੀ ਮੇਰੇ ਖਿਆਲ ਉਹਨਾਂ ਦਾ ਨਾਮ, ਗਿੱਲ ਮੋਗੇ ਵਾਲੇ, ਤੇ ਇਹਨਾਂ ਦੇ ਭਰਾ ਰਾਜਦੀਪ ਸਿੰਘ ਗਿੱਲ ਉੱਚ ਅਧਿਕਾਰੀ ਨੇ। ਉਹ ਸਪੋਰਟਸ ਤੇ ਬਹੁਤ ਕਮਾਲ ਕੰਮ ਕਰ ਰਹੇ ਨੇ। ਉਹਨਾਂ ਨੇ ਆਪਣੀ ਨਿੱਜੀ ਟੀਮ ਹੈ, ਆਰਕਾਈਵਜ਼ ਨੂੰ ਜਾਂ ਪੁਰਾਣੇ ਅਖਬਾਰਾਂ, ਮੈਗਜ਼ੀਨ, ਜਿੱਥੋਂ ਵੀ ਕੋਈ ਸੋਰਸ ਮਿਲਦਾ ਉਹਨਾਂ ਨੂੰ ਲੈ ਕੇ ਪੰਜਾਬ ਅਤੇ ਭਾਰਤ ਦੇ ਖਿਡਾਰੀਆਂ ਦੇ ਬਾਰੇ ਬਹੁਤ ਕਮਾਲ ਦਾ ਡਾਟਾ ਰਾਜਦੀਪ ਸਿੰਘ ਗਿੱਲ ਸਾਬਕਾ ਉੱਚ ਪੁਲਿਸ ਅਧਿਕਾਰੀ ਵੀ ਇਕੱਤਰ ਕਰ ਰਹੇ ਨੇ। ਉਹਨਾਂ ਦੇ ਸਹਿਯੋਗੀ ਨਿਰਮਲ ਸਿੰਘ ਜਾਂ ਹੋਰ ਲੋਕ ਲਗਾਤਾਰ ਇਸ ਮਾਮਲੇ ਦੇ ਵਿੱਚ ਵੀ ਉਹਨਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜਿਹੜੇ ਸੋਰਸ ਨੇ ਇਕੱਠੇ ਕੀਤੇ ਜਾਣ ਖਿਡਾਰੀਆਂ ਦੇ ਸਪੋਰਟਸ ਪਰਸਨ ਦੇ ਮੁਤਲਕ। ਸੰਸਾਰ ਭਰ ਦਾ ਇੰਡੀਆ ਦੀ ਸਪੋਰਟਸ ਦੇ ਵਿੱਚ ਪੰਜਾਬ ਦੀ ਖੇਡ ਵਿਰਾਸਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸੰਸਾਰ ਭਰ ਦਾ ਬਾਬਾ ਬੋੜ ਹੈ ਊਧਮ ਸਿੰਘ, ਸਰਦਾਰ ਊਧਮ ਸਿੰਘ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਹੈ, ਜਿਨ੍ਹਾਂ ਨੇ ਦੁਨੀਆ ਦੇ ਵਿੱਚ ਸਭ ਤੋਂ ਬਹੁਤੀ ਹਾਕੀ ਖੇਡੀ ਹੈ। ਉਸਨੇ 40 ਸਾਲ ਤੱਕ ਹਾਕੀ ਫੜੀ ਰੱਖੀ ਤੇ 35 ਸਾਲ ਸਰਦਾਰ ਊਧਮ ਸਿੰਘ ਹਾਕੀ ਦਾ ਬੜਾ ਸਰਗਰਮ ਖਿਡਾਰੀ ਰਿਹਾ। ਉਹ ਕੱਦ ਦਾ ਭਾਵੇਂ ਛੋਟਾ ਸੀ ਪਰ ਖਿਡਾਰੀ ਪੱਖ ਤੋਂ ਉਸ ਦਾ ਕੱਦ ਵੱਡਾ ਸੀ, ਜਿਨ੍ਹਾਂ ਨੇ ਦਰਜਨਾਂ ਦੇ ਦੇਸ਼ਾਂ ਦੇ ਸੈਂਕੜੇ ਖੇਡ ਮੈਦਾਨਾਂ ਦੇ ਵਿੱਚ ਊਧਮ ਸਿੰਘ ਨੇ ਆਪਣੀ ਖੇਡ ਦਾ ਜ਼ੋਰ ਵਿਖਾਇਆ। 5 ਓਲੰਪਿਕ ਖੇਡਣ ਦੇ ਲਈ ਸਰਦਾਰ ਊਧਮ ਸਿੰਘ ਚੁਣਿਆ ਗਿਆ, ਪਰ ਇੱਕ ਵਾਰੀ ਸੱਟ ਲੱਗ ਕਾਰਨ ਉਹ 4 ਓਲੰਪਿਕ ਹੀ ਖੇਡ ਸਕਿਆ। ਆਸਟ੍ਰੇਲੀਆ ਦੇ ਮੈਲਬੌਰਨ ਦੀਆਂ ਜਿਹੜੀਆਂ ਓਲੰਪਿਕ ਖੇਡਾਂ ਸਮੇਂ ਉਸਨੇ 15 ਗੋਲ ਕੀਤੇ, ਜੋ ਆਪਣੇ ਆਪ ਦੇ ਵਿੱਚ ਰਿਕਾਰਡ ਸੀ, ਤੇ 20 ਸਾਲ ਤੋਂ ਵੱਧ ਉਸਨੇ ਪੰਜਾਬ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਉਮਰ ਦੇ 15ਵੇਂ ਸਾਲ ਦੇ ਵਿੱਚ ਨਹਿਰੂ ਹਾਕੀ ਟੂਰਨਾਮੈਂਟ ਖੇਡ ਕੇ ਸਰਗਰਮ ਹਾਕੀ ਤੋਂ ਸਰਦਾਰ ਊਧਮ ਸਿੰਘ ਸੰਸਾਰਪੁਰੀਆ ਰਿਟਾਇਰ ਹੋਇਆ ਸੀ। ਸੰਸਾਰ ਦੇ ਹਰ ਖਿੱਤੇ ਦੇ ਵਿੱਚ ਹਾਕੀ ਦੇ ਵੱਡੇ ਮੁਕਾਬਲਿਆਂ ਦੇ ਵਿੱਚ ਸੰਸਾਰਪੁਰ ਦੇ ਜੰਪਲ ਸਰਦਾਰ ਊਧਮ ਸਿੰਘ ਨੇ ਆਪਣੀ ਪੈਂਠ ਜਮਾਈ ਸੀ। ਉਹ ਆਪਣੇ ਹਾਣੀਆਂ ਨਾਲ ਤਾਂ ਖੇਡਦਾ ਹੀ ਸੀ, ਆਪਣੇ ਪੁੱਤਰਾਂ ਨਾਲ ਵੀ ਖੇਡਿਆ ਤੇ ਪਿੱਛੋਂ ਪੋਤਿਆਂ ਨੂੰ ਵੀ ਡੌਜ ਦਿੰਦਾ ਰਿਹਾ। ਇਹ ਕਮਾਲ ਸੀ ਊਧਮਪੁਰੀਏ ਸਰਦਾਰ ਊਧਮ ਸਿੰਘ ਹੋਰਾਂ ਦਾ। ਉਹਦਾ ਜਨਮ 4 ਅਗਸਤ 1928 ਨੂੰ ਸੰਸਾਰਪੁਰ ਪਿੰਡ ਹੈ ਜਲੰਧਰ ਦੇ ਨੇੜੇ ਉੱਥੇ ਹੋਇਆ ਸੀ, ਜੋ ਕਿ ਹਾਕੀ ਦਾ ਗੜ੍ਹ ਹੈ, ਰਾਜਧਾਨੀ ਹੈ ਸੰਸਾਰਪੁਰ ਹਾਕੀ ਦੀ। ਇੱਥੇ ਕਈ ਓਲੰਪੀਅਨ ਪੈਦਾ ਹੋਏ ਨੇ। ਇੱਕੋ ਸਮੇਂ 4 ਸੰਸਾਰਪੁਰੀਏ ਹਾਕੀ ਦੀ ਟੀਮ ਦੇ ਵਿੱਚ ਸ਼ਾਮਲ ਹੁੰਦੇ ਸੀ। ਊਧਮ ਸਿੰਘ ਦਾ ਕੱਦ 5 ਫੁੱਟ 6 ਇੰਚ ਸੀ, ਪਰ ਸਰੀਰਕ ਵਜ਼ਨ ਵੀ ਉਹਦਾ 60 ਕਿਲੋ ਸੀ। ਤਿੱਖਾ ਨੱਕ, ਅੱਖਾਂ ਨਿੱਕੀਆਂ, ਭਰਵੱਟੇ ਸੰਘਣੇ, ਕੱਦ ਦੇ ਲਿਹਾਜ਼ ਨਾਲ ਉਹ ਵੱਡੀ ਪੱਗ ਬੰਨ੍ਹਦਾ ਸੀ, ਜਿਸ ਨਾਲ ਉਸਦਾ ਅੱਧਾ ਮੱਥਾ ਢਕਿਆ ਰਹਿੰਦਾ ਸੀ। ਬਿਨਾਂ ਨਾਗਾ ਦੌੜਨਾ, ਖੇਡਣਾ, ਕਸਰਤ ਕਰਨੀ ਉਸਦਾ ਨਿੱਤ ਦਾ ਕਸਬ ਸੀ। ਸੰਸਾਰਪੁਰ ਦੇ ਰਾਹ ਤੇ ਉਹਦੀਆਂ ਪੈੜਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਯਾਦਾਂ ਬਣੀਆਂ ਹੋਈਆਂ ਨੇ। ਉਹਨਾਂ ਦੀਆਂ ਪੈੜਾਂ ਦੇ ਨਾਲ ਸੰਸਾਰਪੁਰ ਦੀਆਂ ਪਟੜੀਆਂ ਵੀ ਘਸੀਆਂ ਪਈਆਂ ਨੇ। ਜਿਹੜੇ ਉਹਨਾਂ ਸੰਸਾਰਪੁਰ ਦੀਆਂ ਪਟੜੀਆਂ ਤੇ ਜੋ ਪੂਰਨੇ ਪਾ ਗਏ, ਉਹ ਵੱਡੇ ਪਹੇ ਤੇ ਵੱਡੀਆਂ ਜੀਟੀ ਰੋਡ ਸਪੋਰਟਸ ਦੇ ਖੇਤਰ ਦੇ ਵਿੱਚ ਬਣੀਆਂ ਨੇ। ਹਾਕੀ ਦਾ ਫਾਰਵਰਡ ਖਿਡਾਰੀ ਇੱਕ ਮੈਚ ਦੇ ਵਿੱਚ ਲਗਭਗ 15 ਕਿਲੋਮੀਟਰ ਦੌੜਦਾ। 35-40 ਸਾਲ ਦੇ ਖੇਡ ਜੀਵਨ ਦੇ ਵਿੱਚ ਸਰਦਾਰ ਊਧਮ ਸਿੰਘ ਨੇ ਹਜ਼ਾਰਾਂ ਮੈਚ ਖੇਡੇ। ਸਵੇਰ ਸ਼ਾਮ ਦੀਆਂ ਸਰੀਰ ਗਰਮਾਉਣ ਤੇ ਦਮ ਪਕਾਉਣ ਵਾਲੀਆਂ ਦੌੜਾਂ ਇਸ ਤੋਂ ਵੱਖਰੀਆਂ ਸੀ। ਸੰਸਾਰਪੁਰ ਤੋਂ ਜਲੰਧਰ ਛਾਉਣੀ ਤੱਕ ਉਹ ਅਕਸਰ ਦੌੜਦਾ ਸੀ ਤੇ ਛਾਉਣੀ ਦੇ ਫੌਜੀਆਂ ਨੇ ਉਸ ਦਾ ਨਾਂ ਫਲਾਇੰਗ ਜਨਤਾ ਰੱਖਿਆ ਹੋਇਆ ਸੀਗਾ। ਤੇ ਜਿੱਦਣ ਸਰਦਾਰ ਊਧਮ ਸਿੰਘ ਕਿਤੇ ਕ੍ਰਾਸ ਕੰਟਰੀ ਲਾਉਣ ਨਿਕਲਦਾ ਤਾਂ ਫੌਜੀ ਕਹਿੰਦੇ ਅੱਜ ਫਲਾਇੰਗ ਜਨਤਾ ਨਹੀਂ ਆਈ। ਜੇ ਵਹੀ ਖਾਤਾ ਖੋਲ੍ਹਿਆ ਹੁੰਦਾ ਤਾਂ ਸਰਦਾਰ ਊਧਮ ਸਿੰਘ ਉਰਫ ਫਲਾਇੰਗ ਜਨਤਾ ਨੇ 1.5-2 ਲੱਖ ਕਿਲੋਮੀਟਰ ਦਾ ਪੰਧ ਤੈਅ ਕਰ ਲਿਆ ਹੋਣਾ ਸੀ ਦੌੜਾਂ ਦੇ ਰਾਹੀਂ। ਇਹ ਉਸ ਦਾ ਇਤਿਹਾਸ ਸੀ। ਉਹ ਸ਼ਰਾਬ ਨਹੀਂ ਸੀ ਪੀਂਦਾ ਊਧਮ ਸਿੰਘ, ਤੇ ਕਹਿੰਦਾ ਹੁੰਦਾ ਸੀ ਕਿ ਉਹਦੇ ਹਿੱਸੇ ਦੀ ਸ਼ਰਾਬ ਉਹਦੇ ਪਿਤਾ ਜੀ ਪੀ ਗਏ। ਇਹ ਅਕਸਰ ਹੁੰਦਾ ਹੈ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਜ਼ਿਆਦਾ ਪੀ ਜਾਂਦਾ ਤੇ ਕਈ ਵਾਰੀ ਉਹਨਾਂ ਦੇ ਬੱਚੇ ਬਿਲਕੁਲ ਮੂੰਹ ਨਹੀਂ ਲਾਉਂਦੇ। ਇਹ ਵੀ ਇਤਫਾਕ ਹੈ, ਬਹੁਤ ਸਾਰੀ ਜਗ੍ਹਾ ਇਹ ਵੇਖਣ ਨੂੰ ਮਿਲਦਾ। ਸਰਦਾਰ ਊਧਮ ਸਿੰਘ ਦੇ ਪਿਤਾ ਸਰਦਾਰ ਊਧਮ ਸਿੰਘ ਦੇ ਜਿਹੜੇ ਪਿਤਾ ਨੇ ਹਜ਼ਾਰਾ ਸਿੰਘ, ਉਹ ਇੰਗਲੈਂਡ ਦੇ ਵਿੱਚ ਰਹਿੰਦੇ ਸਨ। ਨਿੱਕੇ ਹੁੰਦੇ ਉਹਨਾਂ ਨੇ ਊਧਮ ਸਿੰਘ ਨੂੰ ਵਧੀਆ ਖੁਰਾਕ ਖਾਣ ਦੇ ਲਈ ਖੁੱਲ੍ਹੇ ਡੁੱਲੇ ਪੈਸੇ ਦਿੱਤੇ ਸਨ, ਤੇ ਜਿਸ ਦੀ ਬਦੌਲਤ ਸਰਦਾਰ ਊਧਮ ਸਿੰਘ ਬਚਪਨ ਤੋਂ ਹੀ ਬੜਾ ਸਟਰੋਂਗ ਤੇ ਜਾਂਬਾਜ਼ ਬਣਿਆ। ਤੇ ਉਹਦੀ ਜਿਹੜੇ ਪੈਸੇ ਖੁੱਲ੍ਹੇ ਡੁੱਲੇ ਭੇਜਣ ਦਾ ਕਾਰਨ ਇਹ ਸੀ ਉਹਦੇ ਪਿਤਾ ਵੱਲੋਂ ਕਿ ਉਸ ਦੇ ਪੁੱਤਰ ਦੀ ਪੁੱਠ ਚੰਗੀ ਤਰ੍ਹਾਂ ਵੱਜ ਜਾਵੇ। ਤੇ ਉਸ ਨੂੰ ਹਾਕੀ ਖੇਡਦਿਆਂ ਸਰਵਣ ਸਿੰਘ ਹੋਰਾਂ ਨੇ ਕਈ ਵਾਰ ਅੱਖੀਂ ਵੇਖਿਆ, ਪਰ ਮੂੰਹੋਂ ਗੱਲਾਂ ਕਦੇ ਨਹੀਂ ਹੋਈਆਂ। ਕਈ ਸਾਲ ਪਹਿਲਾਂ ਉਹ ਸਰਦਾਰ ਸਰਵਣ ਸਿੰਘ ਹੋਰਾਂ ਨੂੰ ਜਲੰਧਰ ਮਿਲਣ ਗਿਆ। ਬਾਹਰ ਧੁੰਦ ਸੀ ਤੇ ਮੈਂ ਠੰਡ ਦੇ ਵਿੱਚ ਠਹਿਰਿਆ ਹੋਇਆ ਸਾਂ, ਪਰ ਜਦੋਂ ਉਹ ਨਿੱਘ ਤਪਾਕ ਨਾਲ ਮਿਲਿਆ ਤਾਂ ਮੇਰੀ ਠਾਰੀ ਦੂਰ ਹੁੰਦੀ ਗਈ। ਉਸਨੇ ਅਸਮਾਨੀ ਰੰਗ ਦੀ ਪੈਂਟ ਤੇ ਚਾਰਖਾਨੇ ਦੇ ਭੂਰੇ ਕੋਟ ਉੱਤੇ ਗੁਲਾਬੀ ਰੰਗ ਦੀ ਪਗੜੀ ਬੰਨੀ ਹੋਈ ਸੀ।
ਆਮ ਬੰਦੇ ਚੀਚੀ ਦੇ ਨਾਲ ਦੀ ਉਂਗਲ ਦੇ ਵਿੱਚ ਜਾਣੀ ਰਿੰਗ ਫਿੰਗਰ ਹੁੰਦੀ ਹੈ ਜਿਹੜੀ ਉਸ 'ਚ ਛਾਂਪ ਪਾਉਂਦੇ ਨੇ, ਪਰ ਉਸਨੇ ਪਤਲੀ ਜਿਹੀ ਸਟੀਲ ਦੀ ਛਾਂਪ ਵਿਚਕਾਰਲੀ ਉਂਗਲ ਦੇ ਵਿੱਚ ਚੜਾਈ ਹੋਈ ਸੀ। ਜਦੋਂ ਉਹ ਹੱਥ ਚੁੱਕ ਕੇ ਗੱਲ ਕਰਦਾ ਤਾਂ ਉਸ ਦੀ ਛਾਂਪ ਮੱਲੋ ਮੱਲੀ ਧਿਆਨ ਖਿੱਚਦੀ। ਬਾਅਦ ਦੇ ਵਿੱਚ ਪਤਾ ਲੱਗਾ ਕਿ ਹਾਕੀ ਖੇਡਦਿਆਂ ਵਾਰੀ-ਵਾਰੀ ਉਸਦੀਆਂ ਤਿੰਨੇ ਉਂਗਲਾਂ ਤੇ ਇੱਕ ਅੰਗੂਠਾ ਟੁੱਟ-ਫੁੱਟ ਕੇ ਜੁੜੇ ਨੇ। ਇਸ ਕਰਕੇ ਉਹ ਵਿਚਕਾਰਲੀ ਉਂਗਲ ਨੂੰ ਕਰਾਮਾਤੀ ਸਮਝਦਾ ਸੀ ਜੋ ਸਹੀ ਬਚੀ ਸੀ। ਇਸੇ ਕਰਕੇ ਉਸਨੇ ਵੱਡੀ ਉਂਗਲ ਨੂੰ ਜਿਹੜੀ ਹੈ ਉਸ ਨੂੰ ਕ੍ਰੈਡਿਟ ਦਿੰਦਿਆਂ ਉਹ ਆਪਣੀ ਰਿੰਗ ਉਸੇ 'ਚ ਪਾਈ ਹੋਈ ਸੀ। ਊਧਮ ਸਿੰਘ ਆਰਥਿਕ ਤੌਰ ਤੇ ਘਰੋਂ ਸੁਖਾਲਾ ਸੀ ਤੇ ਆਰਥਿਕ ਪੱਖੋਂ ਉਹ ਅਖੀਰ ਤੱਕ ਸੁਖਾਲਾ ਰਿਹਾ। ਉਸਨੇ ਦੱਸਿਆ ਕਿ ਨੌਕਰੀ ਉਸਨੇ ਗਰਜ ਨੂੰ ਨਹੀਂ ਖੇਡਣ ਨੂੰ ਕੀਤੀ ਹੈ। ਖੇਡ ਦਾ ਚਸਕਾ ਨਾ ਹੁੰਦਾ ਤਾਂ ਉਸਨੇ ਵੀ ਇੰਗਲੈਂਡ ਚਲੇ ਜਾਣਾ ਸੀ। ਜਾਣੀ ਕਿ ਕਾਲਜ ਪੜ੍ਹਦਿਆਂ ਖੁਰਾਕ ਲਈ ਮੈਨੂੰ 600 ਰੁਪਏ ਲੰਡਨੋਂ ਆਉਂਦਾ ਸੀ। ਮੈਂ ਉਸਦੇ ਬਦਾਮ ਪਿਸਤੇ ਖਾਣੇ, ਬਦਾਮ ਰੋਗਨ, ਚਿਕਨ ਸੂਪ, ਫਰੂਟ ਜੂਸ ਪੀਣਾ। ਫਿਰ ਚੱਲ ਸੋ ਜਲ, ਖਾਣਾ ਪੀਣਾ ਰਹਿ ਜਾਏ ਤਾਂ ਰਹਿ ਜਾਏ, ਪਰ ਖੇਡ ਕਦੇ ਨਹੀਂ ਸੀ ਭੁੱਲੇ। ਖੇਡਦਿਆਂ ਜਦੋਂ ਗੋਲ ਮਾਰ ਲੈਣਾ ਤਾਂ ਹਵਾ ਦੇ ਵਿੱਚ ਉੱਡਦੇ ਫਿਰਨਾ। ਹੁਣ ਜਦੋਂ ਵੀ ਗੋਲ ਕਰੀਦਾ ਤਾਂ ਉਦੋਂ ਤੇ ਇਸ ਦੌਰਾਨ ਉਹ ਘਰੋਂ ਸੁਖਾਲਾ ਸੀਗਾ। ਤੇ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਇਸ ਗਾਥਾ ਦੇ ਵਿੱਚ ਲਿਖਿਆ ਤੇ ਕਿ ਉਹ ਜੇ ਉਹਨਾਂ ਨੂੰ ਖੇਡ ਦਾ ਚਸਕਾ ਨਾ ਹੁੰਦਾ ਤਾਂ ਉਹਨਾਂ ਨੇ ਵੀ ਆਪਣੇ ਪਿਤਾ ਦੇ ਨਾਲ ਇੰਗਲੈਂਡ ਚਲੇ ਜਾਣਾ ਸੀ ਜਾਂ ਵਿਦੇਸ਼ ਚਲੇ ਜਾਣਾ ਸੀ। ਇਹ ਹੈ ਖੇਡ ਪ੍ਰਤੀ ਲੋਕਾਂ ਦੀ ਲਲਕ ਜਾਂ ਲੋਕਾਂ ਦੀ ਜ਼ਿੰਮੇਵਾਰੀ, ਕਿਉਂਕਿ ਖੇਡ ਕੇ ਕਿਹੜਾ ਉਸਨੇ ਆਪਣਾ ਘਰ ਭਰਨਾ ਸੀ, ਸਿਰਫ ਦੇਸ਼ ਦਾ ਨਾਂ ਚਮਕਾਉਣਾ ਸੀ। ਸੋ ਇਸ ਕਰਕੇ ਦੇਸ਼ ਦੇ ਵਾਸਤੇ ਸਮਰਪਿਤ ਲੋਕ ਆਪਣੇ ਵਾਸਤੇ ਆਪਣੇ ਮਨ ਦੇ ਮਨਸੂਬਿਆਂ ਨੂੰ ਵੀ ਬਹੁਤਾ ਜਿਹੜਾ ਹੈਗਾ ਮਸ਼ੱਕਤ ਵੱਲ ਤੋਰਦੇ ਨੇ। ਤੇ ਇਸ ਦੌਰਾਨ ਫਿਰ ਇਹ ਤੁਸੀਂ ਉਹਨਾਂ ਦੀ ਮਿਸਾਲ ਹੈ ਕਿ ਉਹਨਾਂ ਦਾ ਕਹਿਣਾ ਸੀ ਊਧਮ ਸਿੰਘ ਸੰਸਾਰਪੁਰੀ ਦਾ ਕਿ ਜੇ ਮੈਨੂੰ ਖੇਡ ਦਾ ਸ਼ੌਕ ਨਾ ਹੁੰਦਾ ਤਾਂ ਮੈਂ ਵੀ ਇੰਗਲੈਂਡ ਚਲੇ ਜਾਣਾ ਸੀਗਾ। ਖੈਰ, ਊਧਮ ਸਿੰਘ ਆਪਣੀ ਗੱਲਬਾਤ ਦੋਸਤੋ ਚੱਲ ਰਹੀ ਹੈ ਸਰਦਾਰ ਊਧਮ ਸਿੰਘ ਸੰਸਾਰਪੁਰੀ, ਜਿਸ ਨੇ ਬਹੁਤ ਜ਼ਿਆਦਾ ਸਮਾਂ 40 ਸਾਲ ਦੇ ਕਰੀਬ ਹਾਕੀ ਖੇਡੀ ਹੈ। ਤੇ ਇਸ ਦੌਰਾਨ ਉਸਨੇ ਆਖਿਆ ਕਿ ਮੈਂ ਮਹਿਸੂਸ ਕੀਤਾ ਕਿ ਊਧਮ ਸਿੰਘ ਨਾਲ ਗੱਲ ਕਰਨ ਦਾ ਅੰਦਾਜ਼ ਵੀ ਗੋਲ ਕਰਨ ਤੇ ਫੱਟਾ ਖੜਕਾਉਣ ਵਰਗੇ ਸੀ। ਲਿਖਦੇ ਨੇ ਸਰਵਣ ਸਿੰਘ ਪ੍ਰਿੰਸੀਪਲ। ਊਧਮ ਸਿੰਘ ਨੂੰ ਹਾਕੀ ਖੇਡਣ ਦੀ ਜਾਗ ਉਹਦੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲੱਗੀ ਸੀ। ਫਿਰ ਉਹ ਜਲੰਧਰ ਛਾਉਣੀ ਦੇ ਐਨ.ਡੀ. ਵਿਕਟਰ ਹਾਈ ਸਕੂਲ ਦੇ ਵਿੱਚ ਹਾਕੀ ਖੇਡਿਆ। ਸਕੂਲ ਦੀ ਪੜ੍ਹਾਈ ਖਤਮ ਕਰਕੇ ਉਹ ਡੀ.ਏ.ਵੀ. ਕਾਲਜ ਜਲੰਧਰ ਦੇ ਵਿੱਚ ਦਾਖਲ ਹੋਇਆ ਤੇ ਜਿਸ ਦੌਰਾਨ ਉਸਨੇ ਐਨ.ਡੀ. ਵਿਕਟਰ ਹਾਈ ਸਕੂਲ ਦੇ ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ। ਸਕੂਲ ਦੀ ਪੜ੍ਹਾਈ ਮੁਕਾ ਕੇ ਸਰਦਾਰ ਊਧਮ ਸਿੰਘ ਨੇ ਫਿਰ ਡੀ.ਏ.ਵੀ. ਕਾਲਜ ਜਲੰਧਰ ਦੇ ਵਿੱਚ ਦਾਖਲਾ ਲਿਆ। ਕਾਲਜ ਦੀ ਪੜ੍ਹਾਈ ਵਿੱਚ ਛੱਡ ਕੇ ਉਹ ਹਾਕੀ ਖੇਡਣ ਲਈ ਪੰਜਾਬ ਪੁਲਿਸ ਦੇ ਵਿੱਚ ਥਾਣੇਦਾਰ ਭਰਤੀ ਹੋ ਗਿਆ। 1947 ਤੋਂ 1966 ਤੱਕ ਉਹ ਭਾਰਤ ਦੇ ਕੌਮੀ ਹਾਕੀ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਾ ਰਿਹਾ। 1948 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਓਲੰਪਿਕ ਖੇਡਾਂ ਲਈ ਲੱਗੇ ਭਾਰਤੀ ਹਾਕੀ ਟੀਮ ਦੇ ਕੋਚਿੰਗ ਕੈਂਪ ਦੇ ਵਿੱਚ ਖੱਬੇ ਹੱਥ ਦੀਆਂ 2 ਉਂਗਲਾਂ ਟੁੱਟ ਜਾਣ ਕਾਰਨ ਉਹ ਲੰਡਨ ਖੇਡਣ ਨਾ ਜਾ ਸਕਿਆ। ਤੇ 1949 ਦੇ ਵਿੱਚ ਭਾਰਤੀ ਟੀਮ ਨਾਲ ਅਫਗਾਨਿਸਤਾਨ ਦੀ ਟੀਮ ਨੇ ਹਾਕੀ ਖੇਡਣਾ ਸੀ ਤੇ ਉਸਨੇ ਅਫਗਾਨਿਸਤਾਨ ਦੀ ਟੀਮ ਨਾਲ 1949 ਦੇ ਵਿੱਚ ਹਾਕੀ ਖੇਡਣ ਗਿਆ ਸੀ ਤੇ 1952 ਤੋਂ 1956 ਦੀਆਂ ਓਲੰਪਿਕ ਦੇ ਵਿੱਚ ਉਸਨੇ ਓਲੰਪਿਕ ਖੇਡਾਂ 'ਚ ਭਾਗ ਲਿਆ। ਮੈਲਬੌਰਨ ਦੇ ਵਿੱਚ ਉਸਨੇ ਸਭ ਤੋਂ ਬਹੁਤੇ ਗੋਲ ਕੀਤੇ, 15 ਦੇ ਕਰੀਬ। ਉਸ ਦੀ ਖੇਡਣ ਦੀ ਮਨਭਾਉਂਦੀ ਜਗ੍ਹਾ ਲੈਫਟਨ ਸੀ, ਪਰ ਲੋੜ ਪੈਣ ਤੇ ਹੋਰਨਾਂ ਥਾਈਂ ਵੀ ਖੇਡ ਲੈਂਦਾ ਸੀ। ਮਸਲਨ ਟੋਕੀਓ ਦੀਆਂ ਏਸ਼ੀਆਈ ਖੇਡਾਂ ਦੇ ਵਿੱਚ ਉਹ ਸਾਰੇ ਮੈਚ ਸੈਂਟਰ ਹਾਫ ਵਜੋਂ ਖੇਡਿਆ। ਜਦ ਤੱਕ ਉਹ ਭਾਰਤੀ ਟੀਮਾਂ ਦੇ ਵਿੱਚ ਖੇਡਿਆ, ਪਲੈਂਟੀ ਕਾਰਨਾਂ ਲਈ ਗੇਂਦ ਰੇੜਨ ਦੀ ਭੂਮਿਕਾ ਹਮੇਸ਼ਾ ਉਸੇ ਨੇ ਨਿਭਾਈ। ਇਸ ਕਲਾ ਦੇ ਵਿੱਚ ਉਹ ਬੜਾ ਨਿਪੁੰਨ ਸੀ। 1995 ਦੇ ਵਿੱਚ ਭਾਰਤੀ ਟੀਮ ਦਾ ਕਪਤਾਨ ਬਣਦਿਆਂ ਸਰਦਾਰ ਊਧਮ ਸਿੰਘ ਨੇ ਵਾਰਸਾ ਦੇ ਕੌਮਾਂਤਰੀ ਹਾਕੀ ਟੂਰਨਾਮੈਂਟ ਜਿੱਤ ਕੇ ਖੇਡਿਆ ਤੇ ਜਿੱਤ ਪ੍ਰਾਪਤ ਕੀਤੀ। 1959 ਦੇ ਵਿੱਚ ਸਰਦਾਰ ਊਧਮ ਸਿੰਘ ਸੰਸਾਰਪੁਰੀ ਦੀ ਕਮਾਂਡ ਥੱਲੇ ਭਾਰਤੀ ਟੀਮ ਕੀਨੀਆ ਤੇ ਯੁਗਾਂਡਾ ਦੇ ਦੌਰੇ ਤੇ ਗਈ ਤੇ ਸਾਰੇ ਮੈਚ ਜਿੱਤੀ। 1961 ਦੇ ਵਿੱਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਦੇ ਵਕਤ ਉਸ ਨੂੰ ਫਿਰ ਭਾਰਤੀ ਟੀਮ ਦਾ ਕਪਤਾਨ 1961 ਦੇ ਵਿੱਚ ਸਰਦਾਰ ਊਧਮ ਸਿੰਘ ਨੂੰ ਬਣਾਇਆ ਗਿਆ। 1993 ਦੇ ਵਿੱਚ ਲਿਓਨ ਦੇ ਵਿੱਚ ਕੌਮਾਂਤਰੀ ਟੂਰਨਾਮੈਂਟ ਸਮੇਂ ਉਹ ਫਿਰ ਭਾਰਤੀ ਟੀਮ ਦਾ ਕਪਤਾਨ ਬਣਿਆ। 1964 ਦੀਆਂ ਟੋਕੀਓ ਓਲੰਪਿਕ ਖੇਡਾਂ ਦੇ ਦੌਰਾਨ ਉਹ ਸ਼ਰੀਕ ਹੋਇਆ, ਪਰ ਸੱਟ ਲੱਗਣ ਕਾਰਨ ਉਹ ਪੂਰਾ ਮੈਚ ਨਾ ਖੇਡ ਸਕਿਆ ਤੇ ਖੇਡ ਦੌਰਾਨ ਲੱਗਦੀਆਂ ਸੱਟਾਂ ਨੇ ਕਈ ਵਾਰ ਉਸਦੇ ਖੇਡ ਕੈਰੀਅਰ ਦਾ ਬਹੁਤ ਨੁਕਸਾਨ ਕੀਤਾ। ਜਦੋਂ ਮੈਲਬੌਰਨ ਓਲੰਪਿਕ ਦੇ ਵਿੱਚ ਭਾਰਤ ਦਾ ਸੈਮੀਫਾਈਨਲ ਮੈਚ ਜਰਮਨੀ ਦੇ ਵਿਰੁੱਧ ਹੋਇਆ, ਉਸ ਮੈਚ ਦੇ ਵਿੱਚ ਭਾਰਤੀ ਟੀਮ ਮਸਾਂ 1 ਗੋਲ ਤੇ ਜਿੱਤ ਹਾਸਲ ਕਰ ਸਕੀ। ਉਹ ਗੋਲ ਵੀ ਊਧਮ ਸਿੰਘ ਸੰਸਾਰਪੁਰੀਏ ਨੇ ਹੀ ਕੀਤਾ ਸੀ।
1960 ਦੀਆਂ ਰੋਮ ਓਲੰਪਿਕ ਖੇਡਾਂ ਦੇ ਵਾਸਤੇ ਬਲਵੀਰ ਸਿੰਘ ਨੂੰ ਨਹੀਂ ਸੀ ਚੁਣਿਆ ਗਿਆ। ਹਾਲਾਂਕਿ ਬਲਵੀਰ ਸਿੰਘ ਉਦੋਂ ਪੂਰੀ ਫਾਰਮ ਦੇ ਵਿੱਚ ਸੀਗਾ। ਉਦੋਂ ਉਦਮ ਸਿੰਘ ਨੇ ਆਖਿਆ ਕਿ ਜੇਕਰ ਗੋਲਡ ਮੈਡਲ ਜਿੱਤਣਾ ਤਾਂ ਬਲਵੀਰ ਸਿੰਘ ਨੂੰ ਟੀਮ ਦੇ ਵਿੱਚ ਜ਼ਰੂਰ ਪਾ ਲਵੋ, ਭਾਵੇਂ ਮੈਨੂੰ ਕੱਢ ਦਿਓ। ਪਰ ਉਦਮ ਸਿੰਘ ਦੀ ਗੱਲ ਨਾ ਮੰਨੇਗੀ ਤੇ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ। 1966 ਦੇ ਵਿੱਚ ਉਦਮ ਸਿੰਘ ਪੰਜਾਬ ਪੁਲਿਸ ਤੋਂ BSF ਦੇ ਵਿੱਚ ਆ ਗਿਆ ਤੇ 1967 ਦੇ ਵਿੱਚ ਉਹ 1967 ਦੇ ਵਿੱਚ ਲੰਡਨ ਦੇ ਪ੍ਰੀ ਓਲੰਪਿਕ ਟੂਰਨਾਮੈਂਟ ਸਮੇਂ ਉਹ ਭਾਰਤੀ ਟੀਮ ਦਾ ਕੋਚ ਸੀ ਤੇ ਜਿਸ ਦੌਰਾਨ 1970 ਦੀਆਂ ਏਸ਼ੀਆਈ ਖੇਡਾਂ ਤੇ 1971 ਦੇ ਵਿੱਚ ਸਿੰਗਾਪੁਰ ਫੈਸਟੀਵਲ ਸਮੇਂ ਵੀ ਉਹ ਭਾਰਤੀ ਟੀਮ ਦੇ ਕੋਚ ਵਜੋਂ ਜ਼ਿੰਮੇਵਾਰੀਆਂ ਨਿਭਾ ਰਿਹਾ ਸੀ। ਉਦਮ ਸਿੰਘ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਕਮਾਲ ਦਾ ਕੀਤਾ ਹੈ। ਸਰਦਾਰ ਸਰਵਣ ਸਿੰਘ ਪ੍ਰਿੰਸੀਪਲ ਹੋਰਾਂ ਨੇ ਤੇ ਇਸ ਦੌਰਾਨ 1978 ਦੇ ਵਿੱਚ ਉਹ BSF ਦੀ ਟੀਮ ਦੇ ਵਿੱਚ ਖੇਡਿਆ। ਇਹੋ ਜਿਹੇ ਖਿਡਾਰੀ ਬਾਰੇ ਗੱਲਾਂ ਤਾਂ ਮੁੱਕਦੀਆਂ ਨਹੀਂ, ਪਰ ਕੁਦਰਤ ਨੇ ਜਿਸ ਪੱਖੋਂ ਉਸ ਨਾਲ ਜੱਗੋਂ ਬਾਰੀ ਕੀਤੀ ਉਸ ਦਾ ਜ਼ਿਕਰ ਵੀ ਜ਼ਰੂਰੀ ਹੈ। ਵਿਦਾ ਹੋਣ ਪਿੱਛੋਂ ਤੋਂ ਪਹਿਲਾਂ ਮੈਂ ਉਸ ਨੂੰ ਪੁੱਛਿਆ ਕੋਈ ਦੁੱਖ ਸੁੱਖ ਦੀ ਗੱਲ ਸੁਣਾਓ, ਤਾਂ ਇਹ ਤਾਂ ਹਰ ਇੱਕ ਨਾਲ ਬੀਤਦੀ ਹੈ। ਉਦਮ ਸਿੰਘ ਨੇ ਡੂੰਘਾ ਸਾਹ ਭਰ ਕੇ ਆਖਿਆ, ਪਹਿਲਾਂ ਦੁੱਖ ਮਾਂ ਦੀ ਮੌਤ ਵੇਲੇ ਸੀ, ਉਦੋਂ ਮੈਂ 6 ਸਾਲਾਂ ਦਾ ਸੀ। ਫਿਰ ਪਿਤਾ ਜੀ ਵੀ ਅੱਗੋਂ ਹੀ ਚਲਾਣਾ ਕਰ ਗਏ ਤੇ ਮੇਰੇ 3 ਲੜਕੇ ਹੋਏ ਤੇ 1 ਲੜਕੀ, ਪਰ ਉਹ ਸਾਰੇ ਜੰਮਣਹਾਰ ਪ੍ਰਮਾਤਮਾ ਨੂੰ ਪਿਆਰੇ ਹੁੰਦੇ ਗਏ। ਬਥੇਰਾ ਇਲਾਜ ਕਰਾਇਆ ਪਰ ਜੋ ਉਸ ਨੂੰ ਮਨਜ਼ੂਰ ਸੀ, ਜਾਣੀ ਕਿ ਉਸਦੇ 4 ਬੱਚਿਆਂ ਦੇ ਵਿੱਚੋਂ ਵੀ ਕੋਈ ਨਾ ਬਚਿਆ। ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਸਰਦਾਰ ਉਦਮ ਸਿੰਘ ਆਪਣੇ ਪਿੰਡ ਸੰਸਾਰਪੁਰ ਰਹਿਣ ਲੱਗ ਪਿਆ। ਉੱਥੇ ਹਾਕੀ ਅਕੈਡਮੀ ਬਣਾ ਕੇ ਛੋਟੇ-ਛੋਟੇ ਬੱਚਿਆਂ ਨੂੰ ਹਾਕੀ ਖੇਡਣੀ ਸਿਖਾਈ। ਅਖੀਰ ਉਮਰੇ ਉਸਨੇ ਇੱਕ ਹੋਰ ਵਿਆਹ ਕਰਾ ਲਿਆ ਤਾਂ ਜੋ ਔਲਾਦ ਦਾ ਮੂੰਹ ਵੇਖ ਸਕੇ। ਪਰ ਇੱਕ ਰਾਤ ਸਰਦਾਰ ਉਦਮ ਸਿੰਘ ਸੰਸਾਰਪੁਰੀਏ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਹ ਪਰਲੋਕ ਸੁਧਾਰ ਗਿਆ। ਆਪ ਬੇਸ਼ੱਕ ਸਰਦਾਰ ਉਦਮ ਸਿੰਘ ਇਸ ਦੁਨੀਆ ਤੋਂ ਰੁਖਸਤ ਹੋ ਗਿਆ, ਪਰ ਹਾਕੀ ਜਗਤ ਦੇ ਵਿੱਚ ਸਰਦਾਰ ਉਦਮ ਸਿੰਘ ਦੀਆਂ ਕੀਤੀਆਂ ਪੈੜਾਂ ਹਮੇਸ਼ਾ ਖੇਡ ਪ੍ਰੇਮੀਆਂ ਨੂੰ, ਪੰਜਾਬੀਆਂ ਨੂੰ, ਵਧੀਆ ਕਿਸਮ ਦੇ ਇਨਸਾਨਾਂ ਨੂੰ ਚੇਤਿਆਂ ਚੋਂ ਮਨਫੀ ਨਹੀਂ ਹੋਣਗੀਆਂ। ਇਹ ਸੀ ਸਰਦਾਰ ਉਦਮ ਸਿੰਘ ਸੰਸਾਰਪੁਰੀਆ, ਜਿਸ ਦਾ ਹਾਕੀ ਦੇ ਖੇਤਰ ਦੇ ਵਿੱਚ ਬੜਾ ਨਾਮਣਾ ਸੀ ਤੇ ਜਿਸ ਨੇ 4 ਅਗਸਤ 1928 ਨੂੰ ਜਨਮ ਸੰਸਾਰਪੁਰ ਦੇ ਵਿੱਚ ਲਿਆ ਸੀ। ਕੱਦ ਦਾ ਭਾਵੇਂ ਨਿੱਕਾ ਸੀ, ਪਰ ਜੋ ਉਸ ਨੇ ਕਾਰਗੁਜ਼ਾਰੀ ਹਾਕੀ ਖੇਤਰ ਦੇ ਵਿੱਚ ਦਿਖਾਈ, 5 ਦੇ ਵਿੱਚੋਂ 5 ਓਲੰਪਿਕ ਦੇ ਵਿੱਚ ਚੁਣੇ ਜਾਣ ਕਾਰਨ ਇੱਕ ਵਾਰੀ ਸੱਟ ਲੱਗਣ ਤੇ ਉਹ 4 ਓਲੰਪਿਕ ਖੇਡ ਸਕਿਆ। ਕਿੰਨੀ ਵਾਰੀ ਉਹ ਪੰਜਾਬ ਦੀ ਉਸਨੇ ਭਾਰਤ ਦੀ ਕਪਤਾਨੀ ਕੀਤੀ। ਇਹ ਸੀ ਉਸ ਮਹਾਨ ਖਿਡਾਰੀ ਨੂੰ ਸਜਦਾ ਜਿਸ ਦੇ ਬਾਰੇ ਸਰਵਣ ਸਿੰਘ ਹੋਰਾਂ ਨੇ ਜਿਹੜਾ ਜ਼ਿਕਰ ਕੀਤਾ। ਪੰਜਾਬ ਦੇ 94 ਖਿਡਾਰੀ, ਬੜੀ ਕਮਾਲ ਦੀ ਜਾਣਕਾਰੀ ਹੈ ਉਹਨਾਂ ਦੇ ਇਸ ਆਰਟੀਕਲ ਦੇ ਵਿੱਚ। ਜਦੋਂ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣੋ ਤਾਂ ਬੇਨਤੀ ਹੈ ਕਿ ਜਿਸ ਤਰ੍ਹਾਂ ਸਪੋਰਟਸ ਤੇ ਗੱਲ ਹੋਈ ਹੈ, ਇਹਨਾਂ ਪੁਰਾਣੇ ਖਿਡਾਰੀਆਂ ਨੂੰ ਚੇਤੇ ਕਰਨਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ, ਇਹਦੇ ਬਾਰੇ ਫੀਡਬੈਕ ਵੀ ਦਿਆ ਕਰੋ, ਕਿਉਂਕਿ ਤੁਹਾਡੇ ਮੁਤਾਬਕ ਹੀ ਵੈਸੇ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਧੱਕੇ ਨਾਲ ਤੁਹਾਨੂੰ ਕਈ ਚੀਜ਼ਾਂ ਸੁਣਾਈਆਂ ਜਾਣ, ਕਿਉਂਕਿ ਹੌਲੀ ਹੌਲੀ ਇਹ ਸਾਡੀਆਂ ਜ਼ਿੰਮੇਵਾਰੀਆਂ ਨੇ ਜਿਨ੍ਹਾਂ ਤੋਂ ਅਸੀਂ ਕਈ ਵਾਰੀ ਅਵੇਸਲੇ ਹੋ ਜਾਂਦੇ ਹਾਂ। ਅਸੀਂ ਕੋਈ ਵਿਵਾਦ ਹੋਵੇ ਜਿਹਦੇ 'ਚੋਂ ਕੁਛ ਨਿਕਲਣਾ ਨਹੀਂ, ਕੋਈ ਪ੍ਰਚਾਰਕ ਲੜ ਪਏ, ਕੋਈ ਆਮ ਲੋਕ ਲੜ ਪਏ, ਪੋਲੀਟੀਕਲ ਲੜ ਪਏ, ਅਸੀਂ ਉਹਦੇ ਤੇ ਠਾਹ ਕਮੈਂਟ ਸਾਰਾ ਸਮਾਂ ਉਹਦੇ ਤੇ ਬਤੀਤ ਕਰ ਦਿੰਦੇ ਹਾਂ, ਪਰ ਉਹਦੇ 'ਚੋਂ ਆਊਟਪੁੱਟ ਕੀ ਨਿਕਲਦੀ ਹੈ। ਸੋ ਇਸ ਕਰਕੇ ਜਿਹੜੇ ਬਿਹਤਰ ਇਨਸਾਨ ਦੁਨੀਆ ਤੇ ਹੋਏ ਨੇ, ਕਿਤੇ ਨਾ ਕਿਤੇ ਉਹਨਾਂ ਦਾ ਜ਼ਿਕਰ ਵੀ ਕਰਨਾ ਸਾਡੀ ਜ਼ਿੰਮੇਵਾਰੀ ਬਣਦਾ, ਸਾਡਾ ਫਰਜ਼ ਬਣਦਾ, ਕਰਤੱਵ ਬਣਦਾ, ਜਿਸ ਤੋਂ ਅਸੀਂ ਕੁਤਾਹੀ ਨਾ ਕਰੀਏ। ਸੋ ਇਸ ਤਰ੍ਹਾਂ ਦੀਆਂ ਮਾਇਨਾਜ਼ ਸ਼ਖਸੀਅਤਾਂ ਨੂੰ ਯਾਦ ਕਰਨਾ, ਇਸ ਦੇ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਫੀਡਬੈਕ ਦਿਆ ਕਰੋ ਤਾਂ ਜੋ ਸਾਨੂੰ ਵੀ ਇਸ ਪਾਸੇ ਕੰਮ ਕਰਨ ਦਾ ਹੌਸਲਾ ਅਫਜ਼ਾਈ ਮਿਲੇ। ਜੇ ਇਸ ਦੇ ਵਿੱਚ ਕੋਈ ਹੋਰ ਸੁਧਾਰ ਚਾਹੁੰਦੇ ਹੋ ਤਾਂ ਵੀ ਬਿਹਤਰ ਹੈ, ਉਹ ਵੀ ਤੁਸੀਂ ਦੱਸ ਸਕਦੇ ਹੋ। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਅਗਰ ਤੁਹਾਨੂੰ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ ਤਾਂ ਜਾਂ ਤੁਸੀਂ ਡਰਾਈਵਿੰਗ ਦੇ ਕਿੱਤੇ ਦੇ ਵਿੱਚ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਟੋਰਾਂਟੋ ਦੇ ਵਿੱਚ ਭੈਣ ਰਾਣੀ ਮਨਦੀਪ ਕੌਰ ਹੋਰਾਂ ਨਾਲ, ਜਿਨ੍ਹਾਂ ਦਾ ਨੰਬਰ ਹੈ 647 615 5000, ਜਾਨੀ 647 615 5000। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਫreight ਸਰਵਿਸ ਹੈ, ਜਿਨ੍ਹਾਂ ਨੂੰ ਓਨਰ, ਆਪਰੇਟਰ ਤੇ ਡਰਾਈਵਰਾਂ ਦੀ ਜ਼ਰੂਰਤ ਰਹਿੰਦੀ ਹੈ ਤੇ ਲੋਕਲ ਇਹਨਾਂ ਕੋਲ ਲੋੜ ਨੇ। ਸਿਆਟਲ ਇਲਾਕੇ ਦੇ ਵਿੱਚ ਲੰਮੇ ਰੂਟ ਤੇ ਜਾਣ ਦੀ ਜ਼ਰੂਰਤ ਨਹੀਂ ਹੈ। ਤੁਹਾਡੀ ਸਹੂਲਤ ਦੇ ਮੁਤਲਕ ਤੁਹਾਨੂੰ ਡਿਸਪੈਚ ਵੀ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ 'ਚ ਮਿਲਦੀ ਹੈ ਤੇ ਇਸ ਦੌਰਾਨ ਵਾਸ਼ਿੰਗਟਨ ਫreight ਸਰਵਿਸ ਵਾਲਿਆਂ ਦਾ ਨੰਬਰ ਹੈ, ਉਹ ਮੈਂ ਤੁਹਾਨੂੰ ਅਰਜ਼ ਕਰ ਦਿਆਂ
ਤੇ ਜਗਦੇਵ ਸਿੰਘ ਸੰਧੂ ਹੋਰਾਂ ਦਾ ਜਿਹੜਾ ਨੰਬਰ ਮੈਂ ਤੁਹਾਨੂੰ ਅਰਜ਼ ਕਰ ਦਿਆਂ, ਵਾਸ਼ਿੰਗਟਨ ਫreight ਸਰਵਿਸ ਤੋਂ ਜੇ ਤੁਸੀਂ ਲੋਕਲ ਲੋਡ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜਗਦੇਵ ਸਿੰਘ ਸੰਧੂ ਹੋਰਾਂ ਦਾ 253 266 6924, ਜਾਣੀ ਕਿ 253 266 6924। इस तरह गैरी धालीवाल होरां दा नंबर है 206 304 4060। सो इस नंबर ते भी तुसी संपर्क कर सकते हो जे तुहानूं लोकल लोड की जरूरत महसूस होंदी है ते सियाटल इलाके दे लोकल लोड इन्हां कोल मिल सकते हैं। जे तुसी बेकरफील्ड इलाके दे विच विचरदे हो कैलीफोर्निया दे विच तां तुसी अपना ट्रक स्टॉप करो यूनियन विलेज ट्रक स्टॉप ते, जिथे तुहानूं खास करके भारती ते विदेशी खाणिਆਂ ਦਾ लुत्फ मिलेगा। सवेर का ब्रेकफास्ट इन्हां दी खासियत है, दही दे नाल देसी घ्यो दे परौंठे ते इस दे नाल विदेशी खाणिਆਂ ਦਾ भी आनंद लै सकते हो। ते ट्रक वाश कराओ, डीजल पाओ ते बेकरसफील्ड दे विच जिथे पहलां ट्रक यूनियन स्कूल हुंदा सी उसे जगह ते है ये यूनियन विलेज ट्रक स्टॉप, जो कि रोडवेज ट्रांसपोर्ट वाले सुखी घुम्मण होरां दा अदारा है। ते इस दे नाल इंडियन रेस्टोरेंट बनया होया। एड्रैस है 2201 साउथ यूनियन एवेन्यू, बेकरसफील्ड कैलीफोर्निया, जिप कोड 93307। नंबर है सुखी घुम्मण होरां दा 661 304 7500। इसी तरह जे तुसी अपनी टैक्स दी जां इंडिविजुअल रिटर्न फाइल करनी है बिजनेस व्यापार दी तां अमेरिका दे पढ़े लिखे न्यूजर्सी दे लागे ईस्टर्न सिटी है पेंसिल्वेनिया दे विच वसदे तरसेम ਸਿੰਘ ਗਿੱਲ ਦੇ ਨਾਲ ਸੰਪਰਕ ਕਰ ਸਕਦੇ ਹੋ, जिन्हां तो तुसी बिजनेस व्यापार रिटर्न दे नाल अमेरिकन इमीग्रेशन दे पेपर भी फाइलिंग करा सकते हो। तो कोई स्पाउस केस है, वर्क परमिट है, ग्रीन कार्ड अपलाई करना है जां अमेरिकन इमीग्रेशन का कोई होर काम है, रिश्तेदार किसी नूं अमेरिका सदना, तां भी तुसी पेपर फाइलिंग दे मुतलक सवावां लै सकते हो। तरसेम ਸਿੰਘ ਗਿੱਲ होरां दियां जिन्हां दा नंबर है 484 764 9861 484 764 9861 नंबर है तरसेम ਸਿੰਘ ਗਿੱਲ ਹੋਰਾਂ ਦਾ। ਤੇ ਲਓ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸਾਹਿਬ ਸੁਰਿੰਦਰ ਸਿੰਘ ਅੱਜ ਆਪਣੇ ਨਾਲ ਜੁੜ ਚੁੱਕੇ ਨੇ। ਇਸ ਦੌਰਾਨ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਫੋਨ ਲਾਈਨ ਇਸ ਵਕਤ ਫ੍ਰੀ ਨੇ ਤੇ 9863 09655 ਤੇ ਆਪ ਨਾਲ ਕੋਈ ਮਸ਼ਵਰਾ ਕੋਈ ਸਵਾਲ ਹੋਵੇ ਤਾਂ ਸੁਰਿੰਦਰ ਸਿੰਘ ਹੋਰਾਂ ਨਾਲ ਤੇ ਮੇਰੇ ਨਾਲ ਸਾਂਝਾ ਕਰ ਸਕਦੇ ਹੋ। ਸੋ ਸਤਿ ਸ਼੍ਰੀ ਅਕਾਲ ਸੁਰਿੰਦਰ ਜੀ, ਤੁਹਾਡਾ ਸਵਾਗਤ ਹੈ। ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ। ਅੱਜ ਫਿਰ ਕਿਸ ਤਰ੍ਹਾਂ ਉਹ ਕਹਿੰਦੇ 5 ਮੈਂਬਰਾਂ ਦੀ ਤਾਂ ਪੰਚਾਇਤ ਹੁੰਦੀ ਹੈ ਤੇ ਇਹ ਤਾਂ ਤਪੈਂਚੀ ਹੈ ਮਲਕਰਜਨ ਖੜਗੇ ਹੋਰਾਂ ਦੀ, ਹਰੀਸ਼ ਰਾਵਤ ਹੋਰਾਂ ਦੀ। ਇਸ ਤਪੈਂਚੀ ਚੋਂ ਕੁਝ ਨਿਕਲਿਆ, ਪੇਚ ਅੜਿਆ ਹੋਇਆ ਚਰਚਾਵਾਂ ਇਹ ਵੀ ਨੇ ਦਿੱਤੀ ਟੰਡਨ ਜਾਂ ਹੋਰ ਜਰਨਲਿਸਟਾਂ ਦੀਆਂ ਰਿਪੋਰਟਸ ਵੀ ਆ ਰਹੀਆਂ ਨੇ ਕਿ 2 ਉਪ ਮੁੱਖ ਮੰਤਰੀ ਬਣਾਏ ਜਾ ਰਹੇ ਨੇ। ਇਹਦਾ ਕੀ ਅਸਰ ਰਹੇਗਾ? ਪਰ ਇਹ ਡਬਲ ਪੋਸਟ ਕ੍ਰੀਏਟ ਕਰਨ ਦਾ ਵਿਰੋਧ ਹੋਏਗਾ ਕਿ ਛੋਟਾ ਜਿਹਾ ਸੂਬਾ ਕੰਮ ਤੇ ਪਹਿਲੇ ਨਹੀਂ ਸਰਕਾਰਾਂ ਕਰਦੀਆਂ, ਹੁਣ 2 ਮੁੱਖ ਮੰਤਰੀ, ਤੇ ਇਹਦੇ ਤੇ ਕਿਤੇ ਨਾ ਕਿਤੇ ਚਰਚਾ ਜਿਹੜੀ ਹੈ ਜੀ। ਤੇ ਇਸ ਦੌਰਾਨ ਕੀ ਗੱਲ ਕੋਈ ਤਣ ਪੱਤਣ ਲੱਗੇਗੀ? ਇਸ ਦੌਰਾਨ ਆਪਣੇ ਮਾਣੂਕੇ ਤੋਂ ਰਾਮ ਬਾਬਾ ਜੁੜ ਚੁੱਕੇ ਨੇ। ਬਾਬਾ ਜੀ ਸਵਾਗਤ ਹੈ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਸੰਸਾਰਪੁਰ ਵਾਲੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਰਦਾਰ ਉਦਮ ਸਿੰਘ ਬਾਰੇ ਜੀ। ਹਾਂ ਦੇਖੋ ਕਿੰਨਾ ਸ਼ਹੀਦ ਹੋ ਗਿਆ ਆਪਣਾ ਉਦਮ ਸਿੰਘ ਜੀ, ਇੱਕ ਇਹ ਬੜਾ ਨਾਮਣਾ ਘਟਨਾ ਉਦਮ ਸਿੰਘ ਦਾ ਬੜਾ ਵਧੀਆ ਨਾਮ ਹੈ ਸਿੰਘ। ਇੱਕ ਸ਼ਹਾਦਤ ਦੇ ਖੇਤਰ 'ਚ, ਇੱਕ ਸਪੋਰਟਸ ਦੇ ਖੇਤਰ 'ਚ, ਉਹਨਾਂ ਸਮਿਆਂ ਦੇ ਲੋਕ ਸੀ ਇਹ। ਸਰ ਏਦਾਂ ਦੀ ਜਾਣਕਾਰੀਆਂ ਦਿਆ ਕਰੋ ਜੀ, ਸਾਨੂੰ ਵੀ ਪਤਾ ਲੱਗਦਾ। ਚਲੋ ਸਾਨੂੰ ਪੜ੍ਹਨ ਦਾ ਟਾਈਮ ਨਹੀਂ ਹੈਗਾ, ਸਮਾਂ ਦਾ ਬੜਾ ਟਾਈਮ ਕੱਢੀਦਾ ਤੁਹਾਡੇ ਲਈ, ਬਹੁਤ ਵਧੀਆ ਲੱਗਦਾ ਜੀ। ਜਾਣਕਾਰੀਆਂ ਏਦਾਂ ਦੀਆਂ ਦਿਆ ਕਰੋ ਜੀ। ਥੈਂਕ ਯੂ। ਤੁਸੀਂ ਵੀ ਆਪ ਮੇਰੀ ਗੱਲ 'ਚ ਹੋਰ ਵਾਧਾ ਕਰ ਦਿੱਤਾ ਕਿ ਸਰਦਾਰ ਉਦਮ ਸਿੰਘ ਦੇ ਨਾਲ ਇਹ ਸਪੋਰਟਸ ਦਾ ਉਦਮ ਸਿੰਘ ਵੀ ਆਪਣੇ ਸਮਿਆਂ ਦਾ ਹੀਰਾ ਸੀਗਾ। ਸੋ ਇਹ ਉਹਨਾਂ ਸਮਿਆਂ ਦੇ 2 ਉਦਮ ਸਿੰਘ ਪੰਜਾਬ ਦੇ ਵਿੱਚ ਹੋਏ ਨੇ। ਬਹੁਤ ਬਹੁਤ ਧੰਨਵਾਦ ਮਾਣੂਕੇ ਸਾਹਿਬ, ਸੋਹਣੀ ਸਿੰਬਲੀ ਜੋੜੀ ਤੁਸੀਂ, ਥੈਂਕ ਯੂ। ਤੇ ਆਪਣਾ ਸੁਰਿੰਦਰ ਬਾਈ ਜੀ, ਕੀ ਅੱਜ ਕੋਈ ਗੱਲਬਾਤ ਤਣ ਪਤਨ ਲੱਗੇਗੀ 2 ਮੁੱਖ ਮੰਤਰੀ ਉਪ ਮੁੱਖ ਮੰਤਰੀ ਜਿਹਦੇ 'ਚ ਸਿੱਧੂ ਨੂੰ ਵੀ ਗੁਣਾ ਪੈ ਸਕਦਾ ਕਿ ਸਿੱਧੂ ਜੇ ਉਪ ਮੁੱਖ ਮੰਤਰੀ ਬਣ ਕੇ ਖੁਸ਼ ਹੋ ਜਾਂਦਾ, ਲੋਕ ਇਹ ਨਹੀਂ ਫਿਰ ਕਹਿਣਗੇ ਕਿ ਤਾਂ ਉਹਦੇ ਲਈ ਤਰਲੇ ਕਰ ਰਿਹਾ ਸੀ, ਪੰਜਾਬ ਪੰਜੂਬ ਨਾਲ ਇਹਨੂੰ ਕੋਈ ਵਾਸਤਾ ਨਹੀਂ? ਕੀ ਰਹੇਗਾ ਇਹ ਮਸਲਾ ਸਾਰਾ ਜੀ? ਨਹੀਂ ਦੇਖੋ, ਗੱਲ ਇਹ ਆ ਕਿ ਇੱਕ ਗੱਲ ਸਪਸ਼ਟ ਹੋ ਗਈ ਕਿ ਉਹ ਕਹਿੰਦੇ ਅਸੀਂ ਸਟੇਟ ਪ੍ਰੈਜ਼ੀਡੈਂਟ ਨਹੀਂ ਚੇਂਜ ਕਰਨਾ, ਮਤਲਬ PPC ਦਾ ਪ੍ਰੈਜ਼ੀਡੈਂਟ ਨਹੀਂ ਚੇਂਜ ਹੋਏਗਾ, CM ਚੇਂਜ ਨਹੀਂ ਕਰਨਾ। ਹੁਣ ਜੋ ਕੁਝ ਨਿਕਲ ਕੇ ਆ ਰਿਹਾ ਉਹ ਆ ਰਿਹਾ ਕਿ 2 ਡਿਪਟੀ CM ਹੋਣਗੇ। 2 ਡਿਪਟੀ CM ਦਾ ਮਤਲਬ ਇੱਕ ਚਰਨਜੀਤ ਸਿੰਘ ਚੰਨੀ SC ਕੋਟੇ ਚੋਂ ਤੇ ਦੂਸਰਾ ਜਿਹੜਾ ਹੈ ਉਹ ਨਵਜੋਤ ਸਿੰਘ ਸਿੱਧੂ ਹੋਏਗਾ।
क्योंकि अगली वार कमांड देनी ते किनू देनी है वो स्पष्ट है। और जिहड़ी तीसरी गल है जिहड़ी किसी ने भी अजे तक नहीं चक्की वो ये है कि टिकटां दी कमांड इस वार कैप्टन अमरिंदर सिंह कोले नहीं होएगी। ये भी स्पष्ट संकेत जिहड़ा दिता जा रहा ਜਿਹੜੇ ਅੱਜ 26 ਉੱਥੇ ਵਿਧਾਇਕ ਸੀ ਜਿਨ੍ਹਾਂ 'ਚ MLA ਵੀ ਸੀਗੇ ਸਾਰੇ ਪਹੁੰਚੇ ਹੋਏ ਸੀਗੇ ਜਿਹੜੇ ਮਤਲਬ MLA ਤੇ ਮੰਤਰੀ ਸੀਗੇ ਉੱਥੇ ਉਹਨਾਂ ਦੇ ਵਿੱਚੋਂ ਬਾਕੀ ਚਾਹੇ ਗੁਰਜੀਤ ਰਾਣਾ ਨੂੰ ਲੈ ਲਓ। ਗੁਰਜੀਤ ਰਾਣੇ ਨੂੰ ਪੱਤਰਕਾਰ ਨੇ ਪੁੱਛਿਆ ਅੰਦਰ ਕੀ ਹੋਇਆ, ਕਹਿੰਦਾ ਜੋ ਮੈਨੂੰ ਪੁੱਛਿਆ ਸੀ ਮੈਂ ਦੱਸ ਆਇਆ, ਤੈਨੂੰ ਮੈਂ ਕਿਉਂ ਦੱਸਾਂ, ਤੈਨੂੰ ਦੱਸਣ ਤੋਂ ਚੰਗਾ ਤਾਂ ਮੈਂ ਸੁਖਬੀਰ ਬਾਦਲ ਨੂੰ ਦੱਸ ਦਿਆਂ। ਮਤਲਬ ਕਿਤੇ ਨਾ ਕਿਤੇ ਗੁਰਜੀਤ ਰਾਣੇ ਨੇ ਇੱਕ ਟਿੱਪਣੀ ਕਰ ਦਿੱਤੀ ਕਿ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਚੱਲ ਰਹੀ ਆ ਵੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਘਿਓ ਖਿਚੜੀ ਨੇ, ਇਹ ਉਹਦੀ ਸਟੇਟਮੈਂਟ ਆ। ਠੀਕ ਹੈ। ਸੰਗਤ ਸਿੰਘ ਗਿੱਲ ਜੀਆਂ ਨੂੰ ਪੁੱਛਿਆ, ਉਹ ਕਹਿੰਦੇ ਨਾ ਮੈਂ ਕਿ ਸਿੱਧੂ ਨੂੰ ਜਾਣਦਾ, ਮੈਂ ਨਾ ਕਿਸੇ ਮੈਂ ਮੁੱਖ ਮੰਤਰੀ ਨੂੰ ਜਾਣਦਾ, ਮੈਨੂੰ ਹਾਈ ਕਮਾਂਡ ਦੇ ਬੁਲਾਇਆ ਸੀ, ਜੋ ਮੈਨੂੰ ਪੁੱਛਿਆ ਮੈਂ ਦੱਸ ਆਇਆ, ਮੈਂ ਤੁਹਾਨੂੰ ਕਿਉਂ ਦੱਸਾਂ। ਠੀਕ ਹੈ ਜੀ। ਰਾਜ ਕੁਮਾਰ ਵੇਰਕਾ ਹੈ, ਉਹ ਕਹਿੰਦੇ ਕਿ ਦੇਖੋ ਜੀ ਵੀ डिप्टी CM SC होएगा ही होएगा, एडकी SC मतलब उन्हें डिप्टी CM नहीं लिया, वो कहता एससीआं नूं बहुत वड्डा अहुदा दिता जा रहा, ये कह के उन्होंने बुत्ता सारता। पर सुखजिंदर सिंह रंधावा अंदरों नाराज बाहर निकले, उन्होंने कहा कि मेरी कांग्रेस हाईकमान में कोई नाराजगी नहीं, कांग्रेस पार्टी में मेरी कोई नाराजगी नहीं, कि बेअदबी का इंसाफ नहीं मिलिया, ये सुखजिंदर सिंह रंधावा का कहना सी। पर कुल मिला के आ जिहड़ी कल स्टेटमेंट सीगी हरीश रावत दी कि देखो जी ना PPC का प्रधान बदलिया जाएगा ना मुख्य मंत्री बदलिया जाएगा, बाकियां नूं एडजस्ट किया जाएगा। एडजस्ट वाला फार्मूला जिहड़ा वो तय हो गया कि भाई टिकटां दी वंड जिहड़ी आ वो गल आ कि जेकर टिकटां दी वंड नवजोत सिंह सिद्धू के मुताबिक होएगी, राहुल गांधी के मुताबिक होएगी, क्योंकि जुलाई च राहुल गांधी प्रधान बन रहा AICC का, ਤਾਂ ਫਿਰ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹੀ ਠੇਂਗਾ ਦਿਖਾਉਣ ਦੀ ਕੋਸ਼ਿਸ਼ ਆ। ਤੇ ਦੂਸਰੀ ਗੱਲ ਇੱਕ ਜਿਹੜੀ ਹੋਰ ਨਿਕਲ ਕੇ ਆ ਰਹੀ ਹੈ ਤੁਹਾਡੀ ਸੁਰਿੰਦਰ ਬਾਈ ਜੀ, ਦੂਜੀ ਗੱਲ ਤੋਂ ਪਹਿਲਾਂ ਆਪਾਂ ਸੁਰਿੰਦਰ ਸਿੰਘ ਔਜਲਾ ਹੋਰਾਂ ਦੀ ਗੱਲ ਸੁਣ ਲਈਏ, ਉਹ ਵੀ ਸਿੱਧੂ ਬਾਰੇ ਜਾਂ ਦੋ ਮੁੱਖ ਮੰਤਰੀ ਬਣਨ ਬਾਰੇ ਕੁਝ ਕਹਿਣਾ ਚਾਹੁੰਦੇ ਨੇ। ਔਜਲਾ ਜੀ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਸੁਰਿੰਦਰ ਬਾਈ ਜੀ ਨੂੰ ਤੇ ਸਰਕਾਰ ਦੇ ਸਰੋਤਿਆਂ ਨੂੰ। ਟਵਾਣਾ ਸਾਹਿਬ ਸਤਿ ਸ੍ਰੀ ਅਕਾਲ। ਔਜਲਾ ਸਾਹਿਬ ਨੂੰ ਤੁਸੀਂ ਬਾਈ ਬੜੇ ਭਾਈ ਸੁਰਿੰਦਰ ਨਾਲੇ ਜੋੜਤਾ, ਅੱਜ ਕੱਲ ਸਾਡਾ ਸਾਂਝਾ ਹੀ ਨਾਂ ਕਰਤਾ ਤੁਸੀਂ, ਲੱਗਦਾ ਮੈਨੂੰ। ਕਿਵੇਂ ਤੁਸੀਂ ਚਲੋ ਫੇਰ ਨਹੀਂ ਸਿਕੰਦਰ ਸੁਰਿੰਦਰ ਇੱਕੋ ਹੀ ਗੱਲ ਹੋ ਗਈ ਹੈ, ਸੁਭਾਅ ਮਿਲਦਾ ਵਿਚਾਰ ਮਿਲਦੇ ਨੇ ਹਨਾ, ਕੋਈ ਗੱਲ ਸੁਭਾਅ ਤਾਂ ਪੂਰੇ ਮਿਲਦੇ ਨੇ, ਕਰਦਾ ਲੱਗੇ ਨੇ। ਤੇ ਉਹ ਟਵਾਣਾ ਸਾਹਿਬ ਦੇਖੋ ਹੁਣ ਚਾਹੇ 3 ਬਣਾ ਦੇਣ 4 ਬਣਾਉਣ, ਜਿਹਨੂੰ ਮਰਜੀ ਜਿਹੜਾ ਮਰਜੀ ਅਹੁਦਾ ਦੇ ਦੇਣ, ਬੇਸ਼ਰਮ ਹੋਣਗੇ। ਪਹਿਲਾਂ ਦਾ ਜਿਹੜਾ ਕੋਈ ਅਹੁਦਾ ਲੈਣਗੇ ਜੀ ਹੁਣ ਇਸ ਵਕਤ ਮੈਂ ਤੁਹਾਨੂੰ ਇਹ ਗੱਲ ਕਹਿਣਾ, ਬੇਸ਼ਰਮ ਹੋਣਗੇ, ਲਾਲਚੀ ਹੋਣਗੇ ਜੀ। ਤੇ ਕਿਉਂਕਿ 3 ਮਹੀਨੇ ਰਹਿ ਗਏ, ਮੈਨੂੰ ਇਹ ਦੱਸੋ ਵੀ 3 ਮਹੀਨਿਆਂ ਦੇ ਵਿੱਚ ਕੌਣ ਕੀ ਖੱਟੀ ਕੱਟ ਲੈਣਗੇ, ਕੀ ਇਹਨਾਂ ਕੋਈ ਚਾਬੀ ਹੈ ਜਿਹੜੀ ਪੰਜਾਬ ਨੂੰ ਲਿਆ ਕੇ ਉਸ ਲੀਹ ਤੇ ਖੜੀ ਕਰ ਦੇਣਗੇ ਜੀ। ਇਹ ਹੁਣ ਹੋਣਾ ਕੁਛ ਨਹੀਂ। ਮੇਰੇ ਹਿਸਾਬ ਨਾਲ ਤਾਂ ਕਿਸੇ ਨੂੰ ਕੋਈ ਅਹੁਦਾ ਨਹੀਂ ਲੈਣਾ ਚਾਹੀਦਾ, ਜਿਹੜਾ ਕੰਮ ਕਰਨ ਨੂੰ ਤੁਰੇ ਸੀ ਉਹ ਕਰ ਦੇਣਾ ਚਾਹੀਦਾ ਜੀ। ਪਰ ਮੈਨੂੰ ਨਹੀਂ ਲੱਗਦਾ ਹਾਈ ਕਮਾਂਡ 'ਚ ਇੰਨਾ ਦਮ ਹੈਗਾ ਕਿ ਉਹ ਲਾ ਦੇਣਗੇ, ਤੇ ਨਾ MLA 'ਚ ਇੰਨਾ ਦਮ ਹੈ ਤੇ ਕੈਪਟਨ ਨੂੰ ਲਾ ਦੇਣਗੇ ਜੀ। ਇਹ ਤਾਂ ਬਸ ਇਹੀ ਇਹਨਾਂ ਦਾ ਗਰੀਗੇੜ ਪਾ ਕੇ ਤੇ ਇਹਨਾਂ ਨੇ ਕਾਂਗਰਸ ਦਾ ਖਾਤਮਾ ਕਰਨਾ। ਕਿਉਂਕਿ ਦੇਖੋ ਜਿੰਨੇ ਵੀ ਤੁਸੀਂ ਉਦੋਂ ਵੀ ਗੱਲ ਕਰੀ ਸੀ, ਚਾਹੇ ਉਹ ਆਪਾਂ ਰਾਜਸਥਾਨ 'ਚ ਲੈ ਲਓ ਚਾਹੇ ਮੱਧ ਪ੍ਰਦੇਸ਼ 'ਚ ਲੈ ਲਓ ਜੀ, ਤੁਸੀਂ ਦੇਖੋ ਇਹਨਾਂ ਦਾ ਚਾਹੇ ਹਰੀਸ਼ ਰਾਵਤ ਲੈ ਲਓ, ਜੇ ਸਟੇਟ 'ਚ ਸਰਕਾਰ ਨਹੀਂ ਬਣਦੀ, ਮੁੱਖ ਮੰਤਰੀ ਨਹੀਂ ਬਣਦਾ ਤਾਂ ਸੈਂਟਰ 'ਚ ਮਿਨਿਸਟਰ ਬਣ ਜਾਂਦੇ ਨੇ ਜਾ ਕੇ। ਜਦੋਂ ਸਟੇਟ 'ਚ ਕੋਈ ਇਲੈਕਸ਼ਨ ਜਿੱਤਦੇ ਨੇ ਆ ਕੇ ਸਟੇਟ 'ਚ ਮੁੱਖ ਮੰਤਰੀ ਬਣ ਜਾਂਦੇ ਨੇ। ਇਹ ਨਵਿਆਂ ਲਈ ਤਾਂ ਰਾਹ ਕਿਸੇ ਵੀ ਨਹੀਂ ਖੁੱਲਿਆ ਗਿਆ। ਮੱਧ ਪ੍ਰਦੇਸ਼ ਜੋਤੀਰਾਜ ਸਿੱਧੀਆ ਲਾ ਲਓ, ਇਹ ਰਾਜਸਥਾਨ ਵਾਲਾ ਮੁੰਡਾ ਲਾ ਲਓ, ਦੂਆ ਉਹ ਪਾਇਲਟ, ਤੇ ਪੰਜਾਬ 'ਚ ਉਹੀ ਲਾ ਲਓ ਜੀ। ਕੱਲ ਨੂੰ ਸੈਂਟਰ 'ਚ ਕਾਂਗਰਸ ਦੀ ਸਰਕਾਰ ਹੋਊ ਤੇ ਸਟੇਟ ਹਾਰ ਜਾਣਗੇ, ਜਾ ਕੇ ਉੱਥੇ ਮਿਨਿਸਟਰ ਬਣ ਜਾਣਗੇ ਜੀ। ਤੇ ਇੱਕ ਮੈਂ ਤੁਹਾਨੂੰ ਸੈਚਰਡੇ ਸਵੇਰੇ ਫਰਾਈਡੇ ਰਾਤ ਮੈਂ ਕਾਲ ਕਰਦਾ ਸੀ, ਤੁਹਾਨੂੰ ਲੱਗੀ ਨਹੀਂ, ਜਿਹੜੀ ਤੁਸੀਂ ਇੱਥੇ ਦੇ ਨੋਮੀਨੇਟਾਂ ਦੀ ਗੱਲ ਕਰਦੇ ਸੀ 47%। ਟਵਾਣਾ ਸਾਹਿਬ ਵਾਲਮਾਰਟ ਦਾ ਇੱਕ ਹੋਰ ਭਾਈ ਹੈ ਇੱਥੇ, ਸੈਮ ਕਲੱਬ, ਉਹਨਾਂ ਦਾ ਸਾਂਝਾ ਕਾਰੋਬਾਰ ਹੈ, ਤੇ ਇੱਕ ਕੌਸਕੋ ਆ ਜੀ। ਇਹ ਵੱਡੇ ਇਹਨਾਂ ਦੇ ਸਟੋਰ ਨੇ ਇੱਥੇ। ਇਹਨਾਂ ਨੇ ਕੀ ਕਰਿਆ ਪਿਛਲੇ ਸਾਲ, ਇਹਨਾਂ ਨੇ ਡਾਲਰ ਤੋਂ ਥੱਲੇ ਸਾਰੀਆਂ ਪ੍ਰਾਈਸਾਂ ਵਧਾਤੀਆਂ। ਇੱਥੇ ਵੱਡੇ ਪੈਕੇਜ ਮਿਲਦੇ ਨੇ ਉੱਥੇ ਸਮਾਨ ਦੇ, ਜਿਵੇਂ ਤੁਸੀਂ ਟਾਇਲਟ ਟਿਸ਼ੂ ਲੈਣਾ ਉਹ 24 ਦਾ ਪੈਕ ਹੁੰਦਾ, ਇਕੱਲਾ ਨਹੀਂ ਮਿਲਦਾ ਹਨਾ। ਅਸੀਂ ਉੱਥੇ ਸਾਡਾ ਬਾਹ ਵਾਸਤਾ ਪੈਂਦਾ ਸੀ, ਹਰ ਵਾਰੀ ਉੱਥੋਂ ਹੀ ਸਮਾਨ ਚੱਕਦੇ ਆ ਮੋਸਟ ਸਟੋਰਾਂ ਦਾ ਛੋਟਾ ਮੋਟਾ। ਮੈਂ ਨੋਟ ਕਰਦਾ ਹੁੰਦਾ ਸੀ, ਸਾਨੂੰ ਪਤਾ ਭਾਅ ਦਾ ਕੀ ਹੈ। ਇਹਨਾਂ ਨੇ ਯਾਨੀ 50 ਪੈਸੇ ਤੋਂ ਡਾਲਰ ਦੇ ਵਿੱਚ ਸਮਾਨ ਦਾ ਭਾਅ ਵਧਾ ਕੇ ਇਹਨਾਂ ਨੇ ਤਾਂ ਅਮੀਰ ਹੋਣਾ ਸੀ। ਦੇਖੋ ਕਿੰਨਾ ਸਮਾਨ ਵੇਚਿਆ ਹੋਣਾ ਉਸ ਸਮੇਂ ਦੇ ਵਿੱਚ ਇਹਨਾਂ ਨੇ, ਕਿੰਨਾ ਮਤਲਬ ਖਾਲੀ ਹੋ ਗਏ ਸਟੋਰ। ਫਿਰ ਇਹਨਾਂ ਦੀ 47% ਵਧਣੀ ਹੋ ਸੀ।
ਪਰ ਇਹਨਾਂ ਨੇ ਸਾਡੇ ਦੇਸ਼ ਵਾਲਿਆਂ ਨੇ ਕੀ ਕਰਿਆ, ਇਹਨਾਂ ਨੇ ਆਪਦੇ ਬੰਦਿਆਂ ਨੂੰ ਹੁਣ ਤੱਕ ਪੈਸੇ ਦਿੰਦੇ ਨੇ, ਤੇ ਸਾਡੇ ਵਾਲੇ ਸਿਹਤ ਮੰਤਰੀ ਦੇ ਠੇਕੇ ਨੇ, ਉਹ ਕਹਿੰਦਾ ਠੇਕੇ ਵਾਲਿਆਂ ਨੂੰ ਖਰਚਾ ਵਾਲਾ ਉਹ ਖੋਲਣੇ ਪੈਣੇ, ਤੇ ਜਿਹੜੇ ਠੇਕੇ ਦੇ ਮੂਹਰੇ ਰੇਹੜੀਆਂ ਲਾਉਂਦੇ ਨੇ ਵਿਚਾਰੇ ਉਹਨਾਂ ਨੂੰ ਕੁੱਟੀ ਜਾਂਦੇ ਨੇ ਵਿਚਾਰੇ, ਜਿਹਨਾਂ ਰੋਜ਼ ਕਮਾ ਕੇ ਖਾਣਾ ਜੀ। ਫਿਰ ਗਰੀਬੀ ਵਧਣੀ ਸੀ ਇੰਡੀਆ ਦੇ ਵਿੱਚ, ਘਟਣੀ ਥੋੜੋ ਆ ਜੀ, ਵਧਣੀ ਹੋਈ। ਜੀ ਧੰਨਵਾਦ ਜੀ। ਬਾਕੀ ਫੇਸਬੁੱਕ ਤੇ ਚੱਲਦਾ ਨਹੀਂ ਅੱਜ। ਓਕੇ। ਫੇਸਬੁੱਕ ਤੇ ਥੋੜੀ ਦਿੱਕਤ ਹੈ, YouTube ਤੇ, ਇਸੇ ਕਰਕੇ ਬੇਨਤੀ ਹੈ ਕਿ ਵੈਬਸਾਈਟ ਜਾਂ ਉਹਦੇ ਤੇ, ਵੈਬਸਾਈਟ ਵੀ ਸੇਮ ਹੀ ਹੈ ਸਾਰੇ ਹਥਿਆਰ ਨੇ। ਹਾਂ ਓਕੇ ਕਰਦੇ ਆ। ਥੈਂਕ ਯੂ। ਸੋ ਬਿਲਕੁਲ ਜਿੱਥੇ ਸੁਰਿੰਦਰ ਬਾਈ ਜੀ ਅਮਰੀਕਨ ਅਮੀਰਾਂ ਦੀ ਜਿਹੜੀ ਜਾਇਦਾਦ ਹੈ ਇਸ ਕਰੋਨਾ ਦੇ ਦੌਰਾਨ ਉਹ 46% ਵਧੀ ਹੈ, ਤੇ ਸਾਡੇ ਇੰਡੀਆ ਵਾਲਿਆਂ ਦੀ 35% ਵਧੀ ਹੈ। ਹੁਣ ਤਾਂ ਇਹਨਾਂ ਨੂੰ ਇਹਦਾ ਹੀ ਫਿਕਰ ਹੋਣਾ ਕਿ ਸਾਡੀ 9% ਕਿਉਂ ਘੱਟ ਵਧੀ ਹੈ। ਅਗਲੇ ਕਾਲਰ ਸਵਾਗਤ ਹੈ ਸਰ, ਵੈਲਕਮ। ਹਾਂਜੀ ਦਿਦਾਰ ਸਿੰਘ ਬੋਲ ਰਿਹਾ ਸੀਗਾ ਜੀ। ਦਿਦਾਰ ਸਿੰਘ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੁਸੀਂ ਦੱਸੋ ਜੀ। ਬਸ ਖੈਰ ਮੇਰਾ ਮਾਲਕ ਦੀਆਂ, ਤੁਸੀਂ ਸੁਣਾਓ, ਠੀਕ ਹੋ ਸਭ? ਚਲੋ ਅੱਛਾ ਭਾਜੀ, ਇੱਕ ਮੇਰਾ ਸਵਾਲ ਸੀਗਾ। ਇੱਕੋ ਬੰਦੇ ਨਾਲ ਦੋ ਨੇ। ਕੱਲ ਦੀਪ ਸਿੱਧੂ ਆਪਣਾ ਮਾਨ ਸਾਹਿਬ ਕੋਲ ਸਿਰੋਂ ਪਾਉ ਲੈਣ ਗਏ ਸੀਗੇ, ਤੇ ਭਾਜੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਚ ਇਹ ਭੰਡ ਰਹੇ ਸੀ ਉਹਨਾਂ ਨੂੰ, ਜਿਹੜਾ ਇਹਨਾਂ ਨੇ ਪਿੱਛੇ ਇਹਨਾਂ ਦੇ ਉਹ ਲਾਇਆ ਸ਼ੰਭੂ ਮੋਰਚਾ, ਤੇ ਹੁਣ ਉੱਥੇ ਕਿੱਦਾਂ ਪਹੁੰਚ ਗਏ? ਤੇ ਦੂਜੀ ਗੱਲ ਜੀ, ਹੈਲੋ। ਹਾਂ ਸ਼ੰਭੂ ਮੋਰਚੇ ਤੇ ਇਹਨਾਂ ਚ ਮਤਭੇਦ ਸੀਗੇ ਮਾਨ ਸਾਹਿਬ ਤੇ ਦੀਪ ਸਿੱਧੂ ਚ, ਨਾ ਇਹ ਕਹਿਣਾ ਚਾਹੁੰਦੇ ਹੋ? ਹਾਂਜੀ, ਇਹਨਾਂ ਨੇ ਇੰਡਾਇਰੈਕਟਲੀ ਇਹ ਕਿਹਾ ਸੀ ਵੀ ਸਰਕਾਰ ਨੇ ਲਵਾਇਆ ਪਿਛਲੇ ਵਾਲਾ, ਅਗਰ ਤੂੰ ਚੰਗੇ ਸੁਣੋਗੇ ਨਾ। ਤੇ ਦੂਜੀ ਗੱਲ ਜੀ, ਦੀਪ ਸਿੱਧੂ ਪਹਿਲਾਂ ਜਦੋਂ ਉੱਥੋਂ ਸੁਖਦੇਵ ਢਾਬੇ ਤੋਂ ਭੱਜਿਆ ਜੀ, ਉਦੋਂ ਇਹ ਕਹਿ ਕੇ ਭੱਜਿਆ ਕਿ ਆਪਣੇ ਬੰਦੇ ਨੇ, ਕਿ ਮੈਂ ਆਪਣੇ ਬੰਦੇ ਨਾਲ ਕਿੱਦਾਂ ਲੜਦਾ। ਠੀਕ ਹੈ ਜੀ, ਬਗਾਨਾ ਨਾਲ ਲੜ ਪੈਂਦੇ। ਉਸ ਤੋਂ ਬਾਅਦ ਹੁਣ ਉਹਦਾ ਮੈਂ ਪੰਜਾਬੀ ਲੋਕ ਚੈਨਲ ਸੁਣਿਆ ਉਹਦਾ ਬਿਆਨ, ਉਸ ਚ ਉਹ ਕਹਿੰਦਾ ਕਿ ਮੈਂ ਮੋਟਰਸਾਈਕਲ ਤੇ ਇਹਨਾਂ ਨੂੰ ਗਾਲ ਕੱਢ ਕੇ ਭੱਜਿਆ, ਆਪਣੇ ਪ੍ਰਾਹੁਣੇ ਲੋਕ ਦਿੰਦੇ। ਕਿਆ ਕੰਟਰਡਿਕਟਰੀ ਕਰਨਾ ਕੀ ਚਾਹੁੰਦਾ, ਉਹ ਸਮਝ ਨਹੀਂ ਆ ਰਹੀ। ਇੱਕ ਗੱਲ ਚ ਕੰਪਲੀਟ ਕਰਦਾ ਜੀ, ਤੁਸੀਂ ਉਹ ਦੇਖਿਓ ਹੋਣੀ RSS ਬੈਂਸ ਦੀ ਇੱਕ ਇੰਟਰਵਿਊ ਆਈ ਸੀਗੀ ਸਪੋਕਸ ਪਰਸਨ ਦੇ, ਮੈਨ ਤੇ ਕਿਹੜਾ ਵੀ ਹੈ ਉਹ, ਉੱਥੇ ਉਹਨਾਂ ਨੇ ਕਿਹਾ ਵੀ ਦੀਪ ਸਿੱਧੂ ਦੇ ਉੱਪਰ 2017 ਚ ਕੇਸ ਆ ਰਿਹਾ ਸੀਗਾ, ਜਿਸ ਚ ਇਹਨਾਂ ਨੇ ਕੁਛ ਕੁੜੀ ਨੇ ਕਿਹਾ ਸੀ ਤੁਹਾਨੂੰ ਹੀਰੋਇਨ ਬਣਾਵਾਂਗੇ, ਰੋਲ ਦੇਵਾਂਗੇ। ਠੀਕ ਹੈ ਜੀ, ਉਸ ਚ ਕੁੜੀ ਤੋਂ ਉਹਨੇ ਪੈਸੇ ਲਏ ਜਾਂ ਪਤਾ ਕੀ ਕੀਤਾ, ਉਸ ਕੁੜੀ ਦਾ ਇਹਦਾ 20 ਲੱਖ ਚੈੱਕ ਬਾਉਂਸ ਹੋਇਆ ਜੀ। ਕਿਆ ਚੱਕਰ ਹੈ, ਸਮਝ ਨਹੀਂ ਆ ਰਹੀ ਵੀ ਇਹ ਉਹਦਾ ਚਾਹੁੰਦਾ ਕਿ ਕਦੀ ਕੁਛ ਕਹਿੰਦਾ, ਕਦੀ ਕਹਿੰਦਾ ਆਪਾਂ ਕਿਸਾਨ ਨਾਲ ਆ, ਕਦੀ ਕਿਸਾਨਾਂ ਨੂੰ ਡਿਸਕ੍ਰੈਡਿਟ ਕਰਦਾ ਕੀ ਸਮਝ ਨਹੀਂ ਆਉਂਦੀ। ਦਿਦਾਰ ਜੀ ਪਤਾ ਹੀ ਹੈ, ਆਪਾਂ ਤਾਂ ਕਈ ਮਹੀਨੇ ਪਹਿਲਾਂ ਖੁਲਾਸਾ ਕੀਤਾ ਸੀ ਕਿ ਦੇਖੋ ਬਹੁਤ ਸਾਰੇ ਵਕਤੀ ਕਿਸਾਨ ਬਣ ਗਏ ਨੇ, ਜਿਹੜੇ ਕਿਸਾਨ ਅੰਦੋਲਨ ਨੂੰ ਡੈਂਟ ਪਾਉਣ ਤੋਂ ਸਿਵਾ ਜਿਨ੍ਹਾਂ ਦਾ ਹੋਰ ਕੋਈ ਮਨਸੂਬਾ ਨਹੀਂ ਹੈ। ਬਾਕੀ ਜਨਤਾ ਜਨਾਰਦਨ ਜਜ਼ਬਾਤੀ ਲੋਕ ਨੇ, ਆਪੇ ਹੌਲੀ ਹੌਲੀ ਸਮਝ ਜਾਣਗੇ। ਥੈਂਕ ਯੂ ਦਿਦਾਰ ਜੀ, ਮਿਹਰਬਾਨੀ। ਸੁਰਿੰਦਰ ਬਾਈ ਜੀ ਦਿਦਾਰ ਸਿੰਘ ਜੋੜੇ ਸੀ, ਆਪਣੇ ਪੁਰਾਣੇ ਸਰੋਤੇ ਨੇ, ਤੇ ਇਹ ਵੀ ਕਹਿੰਦੇ ਕਿ ਹੁਣ ਮਾਨ ਸਾਹਿਬ ਜਦੋਂ ਇਹਨਾਂ ਦਾ ਸ਼ੰਭੂ ਮੋਰਚਾ ਲੱਗਿਆ ਸੀ, ਉਦੋਂ ਮਾਨ ਸਾਹਿਬ ਤੇ ਇਹਨਾਂ ਦਾ ਮੋਰਚਾ ਅੱਡ ਸੀ, ਜੇ ਸਾਂਝਾ ਸੀ ਤਾਂ ਉੱਥੇ ਕਿਉਂ ਨਹੀਂ ਇਕੱਠੇ, ਉੱਥੇ ਇੱਕ ਦੂਸਰੇ ਦੇ ਵਿਰੁੱਧ ਵੀ ਬੋਲਦੇ ਸੀਗੇ। ਤੇ ਹੁਣ ਕੀ ਐਡੀ ਸਮੱਸਿਆ ਆ ਗਈ ਮਾਨ ਸਾਹਿਬ ਤੇ ਦੀਪ ਸਿੱਧੂ ਹੋਰਾਂ, ਜਦੋਂ ਗੱਲ ਕਰਾਂਗੇ ਉਹਦੇ ਤੇ ਗੱਲ ਕਰ ਦਿਓ ਜੀ। ਆਪਣੀ ਗੱਲ ਚੱਲ ਰਹੀ ਸੀ ਦੂਜੇ ਸਿੱਧੂਆਂ ਬਾਰੇ, ਨਵਜੋਤ ਸਿੰਘ ਸਿੱਧੂ ਦਾ ਜਿਹੜਾ ਡਿਪਟੀ CM ਲੈ ਕੇ ਮੰਨ ਜਾਣਾ, ਜਾਂ ਕੀ ਵੇਖਦੇ ਹੋ ਇਸ ਸਾਰੇ ਵਰਤਾਰੇ ਨੂੰ? ਕੰਟੀਨਿਊ ਸੁਰਿੰਦਰ ਵੀਰ ਜੀ। ਦੇਖੋ, ਜੇ ਕਾਰਨ ਆਪਣਾ ਨਵਜੋਤ ਸਿੰਘ ਸਿੱਧੂ ਕੱਲਾ ਉਪ ਮੁੱਖ ਮੰਤਰੀ ਦਾ ਅਹੁਦਾ ਲੈ ਕੇ ਮੰਨ ਗਿਆ, ਭਾਵੇਂ ਉਹ ਭਾਗ ਲੋਕਲ ਬਾਡੀ ਹੀ ਕਿਉਂ ਨਾ ਲੈ ਲਵੇ, ਤਦ ਵੀ ਨਵਜੋਤ ਸਿੱਧੂ ਦੀ ਕਿਰਕਰੀ ਹੋਏਗੀ। ਮੈਨੂੰ ਲੱਗਦਾ ਕਿ ਇਸ ਵਕਤ ਕੁਝ ਹੋਰ ਹੀ ਵਾਪਰੇਗਾ। ਨਵਜੋਤ ਸਿੰਘ ਸਿੱਧੂ ਡਿਪਟੀ CM ਦਾ ਅਹੁਦਾ ਨਹੀਂ ਲਏਗਾ, ਜੇ ਲਵੇਗਾ ਤਾਂ ਹੋਮ ਡਿਪਾਰਟਮੈਂਟ ਨਾਲ ਲਵੇਗਾ, ਇਹ ਉੱਥੋਂ ਤੈਅ ਹੋ ਕੇ ਆਏਗਾ। ਜੇ ਉਹ ਹੋਮ ਡਿਪਾਰਟਮੈਂਟ ਲੈਣ 'ਚ ਕਾਮਯਾਬ ਹੋ ਗਿਆ ਤਾਂ ਫਿਰ ਬੇਅਦਬੀ ਵਾਲੇ ਮਸਲਿਆਂ 'ਚ ਸਿਨੈਰੀਓ ਕੁਛ ਨਵੇਂ ਤਰੀਕੇ ਦਾ ਜਿਹੜਾ ਉਹ ਸਾਹਮਣੇ ਆਵੇਗਾ। ਅਗਲੀ ਗੱਲ, ਜਿਹੜੀ ਗੱਲ ਉੱਥੋਂ ਚੱਲੀ ਆ ਕਿ ਇਸ ਵਾਰ ਟਿਕਟਾਂ ਦੀ ਕਮਾਂਡ ਜਿਹੜੀ ਆ ਉਹ ਨਹੀਂ ਦਿੱਤੀ ਜਾਵੇਗੀ, ਜਿਹੜਾ ਆਪਣਾ ਕੈਪਟਨ ਅਮਰਿੰਦਰ ਸਿੰਘ, ਉਹਨਾਂ ਕੋਲ ਟਿਕਟਾਂ ਦੀ ਕਮਾਂਡ ਨਹੀਂ ਹੋਏਗੀ। ਜੇ ਟਿਕਟਾਂ ਦੀ ਕਮਾਂਡ ਨਹੀਂ ਹੋਏਗੀ ਤੇ ਇਟ ਮੀਨਸ ਬਹੁਤ ਕਲੀਅਰ ਇੰਡੀਕੇਸ਼ਨ ਆ ਕਿ ਭਾਈ 2022 ਚੋਣ ਤਾਂ ਲੜਾਂਗੇ, ਪਰ 2022 ਚ ਭਾਈ ਤੂੰ ਮੁੱਖ ਮੰਤਰੀ ਨਹੀਂ ਹੋਏਗਾ। ਇਹ ਉਹ ਹਾਲਾਤ ਬਣੇਗੀ ਜਿਸ ਤਰ੍ਹਾਂ 1998 ਦੇ ਵਿੱਚ ਜਦੋਂ ਪਾਰਲੀਮੈਂਟ ਦੀ ਚੋਣ ਆਈ ਤੇ BJP ਅਕਾਲੀ ਦਲ ਨੇ ਇਕੱਠੇ ਲੜੀ, ਕਿਉਂਕਿ 1996 ਦੀ ਚੋਣ ਜਿਹੜੀ ਸੀ ਉਹ ਪੰਜਾਬ 'ਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਰਲ ਕੇ ਲੜੀ ਸੀ, ਤੇ ਉਸ ਤੋਂ ਬਾਅਦ 1997 ਦੀ ਅਸੈਂਬਲੀ ਜਿਹੜੀ BSP ਨਾਲ ਬਹੁਜਨ ਆਪਣੀ BJP ਨਾਲ ਲੜੀ ਸੀ, ਤੇ 98 ਚ BJP ਨਾਲ ਲੜਨੀ ਸੀ।
ਪਰ ਅਕਾਲੀ ਦਲ ਨੇ ਆਪਣੇ ਕੋਟੇ 'ਚੋਂ 2 ਸੀਟਾਂ ਜਿਹੜੀਆਂ ਸੀ ਉਹ ਛੱਡ ਦਿੱਤੀਆਂ। ਇੱਕ ਬਹੁਜਨ ਸਮਾਜ ਮੋਰਚੇ ਨੂੰ ਜਿਹੜੀ ਫਲੋਰ ਵਾਲੀ ਸੀ, ਤੇ ਦੂਜੀ ਜਿਹੜੀ ਸੀ ਜਲੰਧਰ ਵਾਲੀ ਆਈ ਕੇ ਗੁਜਰਾਲ ਨੂੰ ਛੱਡ। ਉਹ ਕਹਿੰਦੇ ਜੀ ਦੇਖੋ ਆਈ ਕੇ ਗੁਜਰਾਲ ਨੂੰ ਜਿਤਾਓ, ਕਿਉਂਕਿ ਇਹ ਪੰਜਾਬੀ ਪ੍ਰਧਾਨ ਮੰਤਰੀ ਸੀ, ਇਸ ਕਰਕੇ ਇਹਨੂੰ ਜਿਤਾਉਣਾ ਜ਼ਰੂਰੀ ਆ। ਪਰ ਅਸੀਂ ਪ੍ਰਧਾਨ ਮੰਤਰੀ ਜਿਹੜਾ ਉਹ ਅਟਲ ਬਿਹਾਰੀ ਵਾਜਪੇਈ ਨੂੰ ਬਣਾਉਣਾ। ਮਤਲਬ ਲੋਕ ਹੱਸਦੇ ਸੀ, ਉਹ ਕਹਿੰਦੇ ਸੀ ਪਹਿਲੇ ਪ੍ਰਧਾਨ ਮੰਤਰੀ ਨੂੰ ਜਿਤਾ ਰਹੇ ਹੋ ਤੇ ਨਾਲ ਹੀ ਕਹਿੰਦੇ ਕਿ ਪ੍ਰਧਾਨ ਮੰਤਰੀ ਅਸੀਂ ਅਟਲ ਬਿਹਾਰੀ ਵਾਜਪੇਈ ਬਣਾਉਣਾ। ਹੁਣ ਇੱਥੇ ਹਾਲਾਤ ਇਹ ਬਣ ਰਹੇ ਆ ਕਿ ਜੋ ਕੁਛ ਅੰਦਰੋਂ ਨਿਕਲ ਕੇ ਆ ਰਿਹਾ ਹੁਣ ਤੱਕ, ਜੇ ਉਹ ਸੱਚ ਹੁੰਦਾ ਹੈ ਤਾਂ ਫਿਰ ਭਾਈ ਇਹ ਹੈ ਕਿ 2022 ਦੀ ਚੋਣ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜਾਂਗੇ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਹੋਏਗਾ। ਇਹ ਕੀ ਬਣੇਗਾ, ਕਿੱਧਰ ਨੂੰ ਜਾਏਗੀ? ਕਈ ਵਾਰ ਕੀ ਹੁੰਦਾ ਕਿ ਜ਼ਿਆਦਾ ਪ੍ਰੈਸ਼ਰਾਈਜ਼ ਕੀਤਿਆਂ ਤੇ ਜ਼ਿਆਦਾ ਕੁਛ ਬੋਝ ਪਾਇਆ, ਮਤਲਬ ਜੇ ਟਰੱਕ ਦਾ ਸਮਾਨ ਸਾਈਕਲ ਤੇ ਲੱਦੋਗੇ ਤੇ ਭਾਈ ਫਿਰ ਸਾਈਕਲ ਨੇ ਤੁਰਨਾ ਕਿੱਥੇ, ਉਹਦੇ ਚੱਕੇ ਤਾਂ ਦੂਰੇ ਹੋਣਗੇ, ਉਹਦਾ ਸਾਰਾ ਕੁਛ ਤੈਸ ਨੈਸ਼ ਹੋ ਜਾਏਗਾ ਜੇ ਇਹੀ ਕੁਛ ਰਿਹਾ। ਜੀ ਆਪਣੇ ਨਾਲ ਇਸ ਵਕਤ ਗੋਬਿੰਦਗੜ੍ਹ ਤੋਂ ਬਾਈ ਜੀ ਗੁਰਮੀਤ ਸਿੰਘ ਜੁੜੇ ਨੇ, ਉਹਨਾਂ ਦੇ ਜਜ਼ਬਾਤ ਸਾਂਝੇ ਕਰਦੇ ਹਾਂ। ਗੁਰਮੀਤ ਬਾਈ ਜੀ ਸਵਾਗਤ ਹੈ ਤੁਹਾਡਾ, ਵੈਲਕਮ। ਠੀਕ ਹੈ ਸਰ। ਗੱਲ ਜੀ ਉਹ ਕੀ ਕਹਿਣਾ ਚਾਹੁੰਦੇ? ਹਾਂਜੀ, ਇਹ ਜਿਹੜੀ ਨਵੀਂ ਅਪਡੇਟ ਆਈ ਹੈ ਵੀ 2 CM ਬਣਨਗੇ ਆਪਣੇ ਪੰਜਾਬ 'ਚ। ਪੰਜਾਬ ਵਾਲਿਆਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਜਾਂ ਕਾਂਗਰਸੀਆਂ ਨੂੰ ਕਿ 2 CM ਬਣਾਉਣ ਦੇ ਨਾਲ ਜਿਹੜੇ ਪੰਜਾਬ ਦੇ ਮਸਲੇ ਨੇ ਉਹ ਹੱਲ ਹੋ ਜਾਣਗੇ। ਰੇਤ ਮਾਫੀ ਦਾ, ਨਸ਼ਿਆਂ ਦਾ, ਬੇਅਦਬੀ ਦਾ, ਬੇਰੁਜ਼ਗਾਰੀ ਦਾ, ਕੇਬਲ ਮਾਫੀਆ ਦਾ, ਇੰਨੇ ਮੁੱਦੇ 2 ਜੇ CM ਆਉਣ ਦੇ ਨਾਲ ਸਾਰੇ ਠੱਪੇ ਜਾਂਦੇ ਨੇ। ਤੇ ਤਾਂ ਫਿਰ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਨਹੀਂ ਦੌੜ ਕੀ ਸਿਰਫ ਕੁਰਸੀ ਹੈ, ਕੋਈ ਪੰਜਾਬ ਨਹੀਂ ਹੈਗਾ ਇਹਨਾਂ ਲਈ। ਸ਼ੁਕਰੀਆ ਜੀ, ਧੰਨਵਾਦ, ਬਹੁਤ ਮਿਹਰਬਾਨੀ, ਥੈਂਕ ਯੂ ਗੁਰਮੀਤ ਸਿੰਘ ਜੀ। ਬਿਲਕੁਲ, ਹੁਣ 17 OSD ਬਾਦਲ ਸਾਹਿਬ ਦੇ ਹੁੰਦੇ ਸੀ, ਉਦੋਂ ਬੜੀ ਆਲੋਚਨਾ ਕਰਦੇ ਸੀ ਕਾਂਗਰਸ ਕੇ ਬਹੁਤ ਖਰਚਾ ਕਰ ਰਹੇ ਆ, ਕੈਬਨਿਟ ਰੈਂਕ ਇਹਨਾਂ ਨੂੰ ਮਿਲੇ ਨੇ। 17-18 OSD ਤੇ ਇੱਕ ਪ੍ਰਾਈਵੇਟ ਵੀ ਲਾ ਦਿੱਤਾ। ਹੁਣ ਤਾਂ ਉਹ ਜਿਹੜਾ PK ਹੈ ਪ੍ਰਸ਼ਾਂਤ ਕਿਸ਼ੋਰ, ਉਹ ਵੀ OSD ਹੈ, ਤੇ ਇਹਦੇ ਨਾਲ ਤਾਂ ਉਦੋਂ ਵੀ ਵਾਧਾ ਕਰ ਦਿੱਤਾ, ਪ੍ਰਾਈਵੇਟ ਉਹ OSD ਹਾਇਰ ਕੀਤਾ ਜਿਹੜਾ 500 ਕਰੋੜ ਰੁਪਇਆ ਵੋਟਾਂ ਦਾ ਲੈ ਲੈਂਦਾ, ਇਸ ਵਾਰੀ ਤਾਂ ਜ਼ਿਆਦਾ ਲੈ ਗਿਆ। ਫਿਰ ਫਰਕ ਕੀ ਹੈ? ਗੁਰਮੀਤ ਜੀ ਵੀ ਕਹਿੰਦੇ ਸੁਰਿੰਦਰ ਵੀਰ ਕਿ ਜੇ 2 CM ਬਣਾਉਣ ਨਾਲ, 2 ਡਿਪਟੀ CM ਬਣਾਉਣ ਨਾਲ ਮਸਲਾ ਹੱਲ ਹੁੰਦਾ ਹੈ ਤੇ ਫਿਰ ਬਾਕੀ ਮਸਲੇ ਕਿੱਥੇ? ਕੀ ਇਹ ਜਿਹੜਾ ਉਹਦਾ ਜਿਹੜਾ ਟੈਕਨੀਕਲ ਪੁਆਇੰਟ ਹੈ, ਦੇਖੋ ਜੇ ਡਿਪਟੀ CM ਬਣਦਾ ਕੀ ਉਹਨੂੰ ਕੈਬਨਿਟ ਰੈਂਕ ਜਾਂ ਹੋਰ ਸਹੂਲਤਾਂ ਜਾਂ ਹੋਰ ਖਰਚਾ, ਸਿਕਿਉਰਿਟੀ ਦਾ ਪ੍ਰੋਟੋਕੋਲ ਉਹ ਵੀ ਵੱਧ ਹੋਏਗਾ ਕੈਬਨਿਟ ਵਜ਼ੀਰ ਨਾਲੋਂ ਡਿਪਟੀ CM ਦਾ? ਕੀ ਖਜ਼ਾਨੇ ਤੇ ਇਸ ਦਾ ਅਸਰ ਪਵੇਗਾ? ਕਿਉਂਕਿ ਖਜ਼ਾਨਾ ਤੇ ਆਲਰੇਡੀ ਖਾਲੀ ਹੈ। ਜੇ ਇਹ CM ਬਣਦੇ ਨੇ ਤਾਂ ਕੁਦਰਤੀ ਹੈ ਜਿਹੜੀ CM ਸਿਕਿਉਰਿਟੀ ਹੈ, ਡਿਪਟੀ CM ਸਿਕਿਉਰਿਟੀ ਜ਼ਿਆਦਾ ਹੁੰਦੀ ਕੈਬਨਿਟ ਵਜ਼ੀਰ ਨਾਲੋਂ। ਕੀ ਉਹ ਫਿਰ ਆਲੋਚਨਾ ਦਾ ਸਬੱਬ ਬਣੇਗਾ ਵਿਰੋਧੀ ਪਾਰਟੀਆਂ ਨੂੰ ਤੇ ਪੰਜਾਬ ਦੇ ਲੋਕਾਂ ਤੇ ਭਾਰ ਪਏਗਾ? ਜਾਂ ਇਹ ਡਿਪਟੀ CM ਕੀ ਕੋਈ ਵੱਖਰੀ ਰੇਡ ਕਰ ਸਕਦੇ ਨੇ, ਵੱਖਰਾ ਫੈਸਲਾ ਲੈ ਸਕਦੇ ਨੇ? ਕਪਤਾਨ ਸਾਹਿਬ ਦੇ ਬਰਾਬਰ ਕੋਈ ਫੈਸਲਾ ਲੈਣ ਦਾ ਇਹਨਾਂ ਕੋਲ ਅਧਿਕਾਰ ਹੋਏਗਾ? ਜਾਣੀ ਜਾਂ ਸਿਰਫ ਨਾਂ ਦਾ ਹੀ ਖੁਸ਼ ਕਰਨ ਦਾ ਕਿ ਤੈਨੂੰ ਭਾਈ ਹੁਣ ਡਿਪਟੀ CM ਬਣਾ ਦਿੱਤਾ? ਜਾਂ ਕੀ ਇਹਨਾਂ 2 ਡਿਪਟੀ CM ਦੀ ਵਰਕਿੰਗ ਦੇ ਨਾਲ ਪੰਜਾਬ ਦੇ ਜਿਹੜਾ ਰਾਜ ਭਾਗ ਹੈ ਉਹਦੇ ਵਿੱਚ ਕੋਈ ਸੁਧਾਰ ਹੋ ਸਕਦਾ? ਇਹ ਪੁਆਇੰਟਸ ਤੇ ਕਰਿਓ ਗੱਲ ਪਲੀਜ਼। ਨਹੀਂ, ਕੋਈ ਪਹਿਲੀ ਗੱਲ ਤਾਂ ਕੋਈ ਸੁਧਾਰ ਨਹੀਂ ਹੋ ਸਕਦਾ। ਦੂਸਰੀ ਗੱਲ, ਡਿਪਟੀ CM ਦਾ ਅਹੁਦਾ ਕੋਈ ਸੰਵਿਧਾਨਿਕ ਅਹੁਦਾ ਹੀ ਨਹੀਂ ਹੈ, ਕਿਤੇ ਵੀ ਸੰਵਿਧਾਨ 'ਚ ਮੈਂਸ਼ਨ ਨਹੀਂ ਹੈ ਡਿਪਟੀ CM। ਠੀਕ ਹੈ, ਪਹਿਲਾਂ ਵੀ ਕੀ ਹੁੰਦਾ ਕਿ ਮੁੱਖ ਮੰਤਰੀ ਤੋਂ ਬਾਅਦ ਦੂਸਰੇ ਨੰਬਰ ਤੇ ਜਿਸ ਮੰਤਰੀ ਨੂੰ ਸਹੁੰ ਚੁਕਾਈ ਜਾਂਦੀ ਆ, ਜਦੋਂ ਮੁੱਖ ਮੰਤਰੀ ਕਿਤੇ ਵੀ ਬਾਹਰ ਹੋਵੇ, ਕਿਸੇ ਵੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਜਿਹੜੀ ਆ ਉਹ ਵਜ਼ੀਰ ਕਰਦਾ, ਜਿਹੜੇ ਨੇ ਦੂਸਰੇ ਨੰਬਰ ਤੇ ਸਹੁੰ ਚੁੱਕੀ ਹੁੰਦੀ ਆ। ਜੇ ਉਹ ਅੱਗੇ ਪਿੱਛੇ ਹੋਵੇ ਤੇ ਜੀ ਨਤੀਜੇ ਨੰਬਰ ਤੇ ਚੱਕੀ ਹੁੰਦੀ ਆ, ਫਿਰ ਉਹ ਪ੍ਰਧਾਨਗੀ ਕਰਦਾ। ਇਹ ਪ੍ਰੋਟੋਕੋਲ ਇਸੇ ਤਰ੍ਹਾਂ ਚੱਲਦਾ ਵਾ। ਠੀਕ ਹੈ, ਜਿਹੜਾ ਡਿਪਟੀ CM ਵਾਲਾ ਉਹ ਕਹਿਣ ਨੂੰ ਡਿਪਟੀ CM ਆ, ਕਲਗੀ ਲਾਤੀ, ਪਰ ਉਹ ਕਲਗੀ ਦਾ ਕੋਈ ਮਤਲਬ ਨਹੀਂ। ਮਾੜੀ ਮੋਟੀ ਹਨੇਰੀ ਆਉਂਦੀ ਆ ਉੱਪਰ। ਬਾਦਲ ਵਜ਼ਾਰਤ ਵੇਲੇ ਹੋਇਆ ਸੀ, ਦੂਜੇ ਨੰਬਰ ਤੇ ਸਹੁੰ ਮੇਰੇ ਖਿਆਲ ਮਨਪ੍ਰੀਤ ਨੇ ਚੱਕੀ ਸੀ ਦੋਨੇ ਟਰਮਾਂ ਦੇ ਵਿੱਚ, ਜੇ ਮੈਂ ਗਲਤ ਨਹੀਂ। ਤੇ ਫਿਰ ਡਿਪਟੀ CM ਸੁਖਬੀਰ ਬਾਦਲ ਤੇ ਗੁਣਾ ਪੈ ਗਿਆ। ਨਹੀਂ, ਸੁਖਬੀਰ ਮਨਪ੍ਰੀਤ ਨੇ ਦੂਜੇ ਨੰਬਰ ਤੇ ਨਹੀਂ ਚੱਕੀ ਸੀਗੀ, ਮਨਪ੍ਰੀਤ ਨੇ ਚੌਥੇ 5ਵੇਂ ਨੰਬਰ ਤੇ ਜਾ ਕੇ ਚੱਕੀ ਸੀਗੀ। ਮਨਪ੍ਰੀਤ ਤੋਂ ਸੀਨੀਅਰ ਬਹੁਤ ਪਹਿਲਾਂ ਬੈਠੇ ਸੀਗੇ। ਉਹ ਵੱਖਰੀ ਗੱਲ ਆ ਕਿ ਜਿਹੜਾ ਬੰਦਾ 7ਵੇਂ ਜਾਂ 8ਵੇਂ ਨੰਬਰ ਤੇ ਵੀ ਸਹੁੰ ਚੱਕਦਾ ਜਾਂ 10ਵੇਂ ਤੇ ਵੀ ਚੱਕਦਾ, ਉਹਨੂੰ ਵੀ ਫਾਈਨੈਂਸ ਮਿਨਿਸਟਰ ਬਣਾ ਦਿੱਤਾ ਜਾਂਦਾ। ਕੋਈ ਜ਼ਰੂਰੀ ਨਹੀਂ ਕਿ ਫਾਈਨੈਂਸ ਮਿਨਿਸਟਰ ਹੀ ਦੂਜੇ ਨੰਬਰ ਤੇ ਚੁੱਕੇ। ਕਈ ਪ੍ਰੋਟੋਕੋਲ 'ਚ ਸਮਝਿਆ ਜਾਂਦਾ ਕਿ ਫਾਈਨੈਂਸ ਮਿਨਿਸਟਰ ਦਾ 2nd ਰੈਂਕ ਹੈ। ਨੋ, ਇਹ ਨਹੀਂ ਹੁੰਦਾ।
ਜਿਹੜਾ ਦੂਸਰੇ ਨੰਬਰ ਤੇ ਸਹੁੰ ਚੁੱਕੇ। ਹੁਣ ਪੰਜਾਬ 'ਚ ਕੀ ਹੋਇਆ ਇਸ ਵਕਤ, ਦੂਜੇ ਨੰਬਰ ਤੇ ਬ੍ਰਹਮਿੰਦਰਾ ਨੇ ਸਹੁੰ ਚੁੱਕੀ ਹੋਈ ਆ, ਔਰ ਤੀਜਾ ਨੰਬਰ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਦਾ ਵਾ, ਠੀਕ ਹੈ। ਚੌਥੇ ਨੰਬਰ ਤੇ ਮਨਪ੍ਰੀਤ ਬਾਦਲ ਆਇਆ ਸੀਗਾ। ਇਸ ਕਰਕੇ ਇਹ ਆ ਕਿ ਜਿਹੜਾ ਪ੍ਰੋਟੋਕਾਲ ਆ ਉਹਦੇ ਮੁਤਾਬਕ ਮੁੱਖ ਮੰਤਰੀ ਕਿਤੇ ਅੱਗੇ ਪਿੱਛੇ ਹੋਏਗਾ ਤਾਂ ਦੂਸਰੇ ਨੰਬਰ ਤੇ ਬ੍ਰਹਮਿੰਦਰਾ ਪ੍ਰਧਾਨਗੀ ਕਰੇਗਾ। ਹੁਣ ਜਦੋਂ ਇਹ ਰੱਦੋ ਬਦਲ ਹੋਏਗੀ ਤੇ ਫਿਰ ਉਸ ਰੱਦੋ ਬਦਲ ਦੇ ਵਿੱਚ ਨੰਬਰ 2 ਤੇ ਕੌਣ ਆਉਂਦਾ, ਇੱਕ ਵਾਰੀ ਸਾਰਿਆਂ ਦੇ ਅਸਤੀਫੇ ਲੈ ਜਾਣਗੇ, ਦੁਬਾਰਾ ਤੋਂ ਸਹੁੰ ਚੁਕਾਈ ਜਾਏਗੀ, ਸਹੁੰ ਚੁਕਾਉਣ ਦੇ ਬਾਅਦ ਸਾਰਾ ਕੁਝ ਹੋਏਗਾ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਮਸਲਾ ਐਡਾ ਸੌਖਾ ਨਿਪਟ ਜਾਏਗਾ, ਕਿਉਂਕਿ 3 ਮੈਂਬਰੀ ਕਮੇਟੀ ਆ ਤੇ ਤਿਕੜੀ ਜਿਹੜੀ ਆ ਤਿਕੜੀ ਆਪਣੀ ਰਿਪੋਰਟ ਤਿਆਰ ਕਰੇਗੀ, ਇਹ ਜਾ ਕੇ ਸੋਨੀਆ ਦਰਬਾਰ 'ਚ ਦੇਵੇਗੀ। ਸੋਨੀਆ ਦਰਬਾਰ ਦੇ ਵਿੱਚ ਜਿਹੜਾ ਅੰਦਰਲਾ ਡਰਾਇੰਗ ਰੂਮ ਆ ਉਹਦੇ 'ਚ ਬੈਠ ਕੇ ਰਾਹੁਲ ਤੇ ਪ੍ਰਿੰਕਾ ਦੋਨੋਂ ਦੇਖਣਗੇ। ਇਹਦੇ 'ਚ ਉਹ ਦੂਸਰੇ ਚਸ਼ਮੇ ਦੇ ਨਾਲ ਦੇਖਣਗੇ, ਦੇਖ ਕੇ ਕਿ ਭਾਈ ਕੀ ਕੀ ਆਇਆ ਤੇ ਕੀ ਨਹੀਂ ਆਇਆ, ਇਹਦੇ 'ਚੋਂ ਕੀ ਕੱਟਣਾ ਵੱਢਣਾ ਤੇ ਕੀ ਹੋਰ ਪਾਉਣਾ, ਉਹ ਸਾਰਾ ਕੁਝ ਦੇਖ ਕੇ ਇਹ ਜਿਹੜੀ ਰਿਪੋਰਟ ਆ ਇਹ ਰਿਪੋਰਟ ਕੇਵਲ ਤੇ ਕੇਵਲ ਅੱਖਾਂ ਭਜਾਉਣ ਵਾਲੀ ਆ। ਜਿਸ ਤਰ੍ਹਾਂ ਅੰਦਰੋਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਉਹ ਖਬਰਾਂ ਇਸ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਨਿਕਲ ਆਈਆਂ ਕਿ 2 ਡਿਪਟੀ ਸੀਐਮ ਹੋ ਸਕਦੇ ਆ, ਠੀਕ ਹੈ। ਇਹਦੇ 'ਚ ਹੋਰ ਵੀ ਜਿਹੜਾ ਕੁਝ ਨਿਕਲ ਕੇ ਆ ਗਿਆ, ਉਹ ਆ ਗਿਆ ਕਿ ਦੇਖੋ ਜੀ ਵੀ ਟਿਕਟਾਂ ਦੀ ਵੰਡ ਜਿਹੜੀ ਉਹਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਕੋਲ ਨਹੀਂ ਹੋਏਗੀ। ਇਹ ਕਿੱਥੋਂ ਨਿਕਲ ਕੇ ਆਇਆ? ਇਹ ਰਾਹੁਲ ਤੇ ਪ੍ਰਿੰਕਾ ਤੋਂ ਨਿਕਲ ਕੇ ਆਇਆ, ਕਿਉਂਕਿ ਜੁਲਾਈ ਦੇ ਵਿੱਚ ਪੱਕੇ ਤੌਰ ਤੇ ਰਾਹੁਲ ਗਾਂਧੀ ਨੇ ਪ੍ਰਧਾਨ ਬਣਨਾ AICC ਦਾ, ਤੇ ਫਿਰ ਉੱਥੋਂ ਨਿਕਲ ਕੇ ਜਿਹੜਾ ਕੁਝ ਆ ਰਿਹਾ। ਫਿਰ ਇਹ ਕਮੇਟੀ ਦੀ ਕੀ ਜ਼ਰੂਰਤ ਆ? ਕਮੇਟੀ ਤਾਂ ਅੱਖਾਂ ਭਜਾਉਣ ਦੇ ਲਈ ਆ। ਯਾਨੀ ਕਿ ਪਹਿਲਾਂ ਕਮੇਟੀ ਮੀਟਿੰਗ ਕਰੇ, ਕਮੇਟੀ ਆਪਣੀ ਰਿਪੋਰਟ ਤਿਆਰ ਕਰੇ, ਉਹ ਰਿਪੋਰਟ ਹਾਈ ਕਮਾਂਡ ਕੋਲੇ ਜਾਵੇ, ਹਾਈ ਕਮਾਂਡ ਉੱਤੇ ਵਿਚਾਰ ਕਰੇ ਔਰ ਵਿਚਾਰ ਕਰਨ ਦੇ ਬਾਅਦ ਫੈਸਲਾ ਲਵੇ। ਮੁੱਖ ਦੀ ਗੱਲ ਤੇ ਇਹ ਆ। ਪਰ ਇਹ ਸਾਰਾ ਕੁਝ ਜੋ ਹਾਈ ਕਮਾਂਡ ਆਲਰੇਡੀ ਫੈਸਲਾ ਲੈ ਚੁੱਕੀ ਆ, ਉਹ ਫੈਸਲਾ ਜਿਹੜਾ ਉਹ ਮੀਡੀਆ 'ਚ ਆ ਰਿਹਾ ਕਿ ਉਧਰ ਹਾਈ ਕਮਾਂਡ ਨੇ ਜਿਹੜੀ ਕਮੇਟੀ ਬਣਾਈ ਆ ਉਹ ਆਪਦੀ ਮੀਟਿੰਗ ਕਰ ਰਹੀ ਹੈ। ਫਿਰ ਭਾਈ ਇਹ ਕਮੇਟੀ ਦੀ ਮੀਟਿੰਗ ਦੀ ਜ਼ਰੂਰਤ ਕੀ ਸੀ? ਇਸ ਕਰਕੇ ਕਿਤੇ ਨਾ ਕਿਤੇ ਇਹ ਅੱਖਾਂ ਭਜਾਉਣ ਲਈ ਸਾਰਾ ਕੁਝ ਹੋ ਰਿਹਾ ਵਾ। ਇਹ ਜਾਣ ਬੁੱਝ ਕੇ ਸਾਰਾ ਕੁਝ ਸਤਿਆਨਾਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਰਹੀ ਗੱਲ ਖਜ਼ਾਨੇ ਦੇ ਉੱਤੇ ਬੋਝ ਦੀ, ਦੇਖੋ ਜਿਹੜਾ ਡਿਪਟੀ ਸੀਐਮ ਆ ਉਹ ਇੱਕ ਕੈਬਨਿਟ ਰੈਂਕ ਦਾ ਵਜ਼ੀਰ ਆ। ਜੋ ਕੈਬਨਿਟ ਰੈਂਕ ਦੇ ਵਜ਼ੀਰ ਕੋਲ ਸਿਕਿਉਰਿਟੀ ਹੁੰਦੀ ਉਹੀ ਰਹਿੰਦੀ ਆ, ਜਿੱਥੋਂ ਤੱਕ ਸੁਖਬੀਰ ਸਿੰਘ ਬਾਦਲ ਦਾ, ਕਿਉਂਕਿ ਉਹਨਾਂ ਕੋਲ ਜੈਡ ਸਿਕਿਉਰਿਟੀ ਆ, ਠੀਕ ਹੈ। ਹਰਸਿਮਰਤ ਕੋਲੇ ਜੈਡ ਆ, ਦੂਸਰੇ ਕੋਲ ਵਿਕਰਮ ਮਜੀਠੀਆ ਕੋਲੇ ਜੈਡ ਆ, ਠੀਕ ਆ। ਭਾਵੇਂ ਕਿ ਵਿਕਰਮ ਮਜੀਠੀਆ 5ਵੇਂ 6ਵੇਂ ਨੰਬਰ ਤੇ ਜਾ ਕੇ ਸਹੁੰ ਚੱਕਦਾ, ਪਰ ਉਹਦੇ ਕੋਲ ਵੀ ਜੈਡ ਸੀ। ਜਦੋਂ 2007 ਚ ਪਹਿਲੀ ਵਾਰੀ ਆਇਆ ਉਸ ਵੇਲੇ ਉਹਨੇ ਸਭ ਤੋਂ ਲਾਸਟ ਨੰਬਰ ਤੇ ਸਹੁੰ ਚੁੱਕੀ ਸੀ। ਪਰ ਗੱਲ ਤਾਂ ਇਹ ਸੀ ਕਿ ਲਾਸਟ ਨੰਬਰ ਤੇ ਵੀ ਸਹੁੰ ਚੁੱਕਣ ਦੇ ਬਾਵਜੂਦ ਵੀ ਉਹਨੂੰ ਜਿਹੜਾ ਸੀ ਉਹਦੇ ਕੋਲ ਜੈਡ ਸਿਕਿਉਰਿਟੀ ਸੀ। ਬਾਕੀ ਮੰਤਰੀ ਜਿਹੜੇ ਉਹ ਵਿਚਾਰੇ ਉਹ ਤੋਂ ਸੀਨੀਅਰ ਸੀ, ਉਹ ਬਗੈਰ ਸਿਕਿਉਰਿਟੀ ਤੋਂ ਫਿਰਦੇ ਸੀ। ਕਿਸੇ ਕੋਲ 2 ਸੀਗੇ, ਕੋਈ 4 ਸੀਗੇ, ਕੋਈ 7 ਸੀਗੇ, ਠੀਕ ਹੈ। ਪਰ ਉਹਦੇ ਕੋਲ ਜੈਡ ਸੀ। ਇਸ ਕਰਕੇ ਜਿਹਦੇ ਕੋਲ ਜੈਡ ਸਿਕਿਉਰਿਟੀ ਆ ਗਈ, ਕਿਉਂਕਿ ਉਹ ਸਾਰਾ ਕੁਝ ਜਿਹੜਾ ਸੈਂਟਰਲ ਫੋਰਸ ਹੁੰਦੀ ਆ ਉਹਨਾਂ ਦੇ ਅੰਡਰ ਆ ਜਾਂਦਾ। ਉਹਦੀ ਸਾਰੀ ਨਿਗਰਾਨੀ, ਉਹਦੀ ਸਿਕਿਉਰਿਟੀ ਸੈਂਟਰਲ ਫੋਰਸ ਕਰਦੀਆਂ ਨੇ। ਸਟੇਟ ਫੋਰਸ ਹੁੰਦੀ ਆ ਪਰ ਉਹ ਥੋੜੀ ਜੀ ਨਾਮੁਮਕਿਨ ਜੀ ਹੋਇਆ ਕਰਦੀ ਆ। ਉਹਨਾਂ ਕੋਲ ਏਡੀ ਵੱਡੀ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਹੁੰਦਾ। ਜਿਹੜਾ ਜੈਡ ਸਿਕਿਉਰਿਟੀ ਹੈ ਜਾਂ ਵਾਈਸ ਸਿਕਿਉਰਿਟੀ ਹੈ ਉਹ ਕੇਵਲ ਤੇ ਕੇਵਲ ਸੈਂਟਰ ਦੀਆਂ ਫੋਰਸਾਂ ਜਿਹੜੀਆਂ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਜੀ। ਇਸ ਦੇ ਨਾਲ ਪੰਜਾਬ ਦੀ ਕਾਂਗਰਸ ਸਿਆਸਤ ਦਾ ਤੁਸੀਂ ਲੇਖਾ ਜੋਖਾ ਕਰ ਦਿੱਤਾ ਤੇ ਵਿਵਾਦ ਅਜੇ ਲੱਗਦਾ ਕਿ ਠੰਡਾ ਨਹੀਂ ਪੈਣਾ। ਇਸ ਦੇ ਨਾਲ ਗੱਲ ਸੁਲਝਣੀ ਨਹੀਂ, ਇਲੈਕਸ਼ਨ ਤੱਕ ਇਦਾਂ ਚੱਲੇ ਜਾਏਗਾ। ਪਰ ਕਪਤਾਨ ਸਾਹਿਬ ਦੀਆਂ ਪਾਵਰਾਂ ਕੱਟਦੀਆਂ ਜਾਣਗੀਆਂ, ਜਿਵੇਂ ਵੋਟਾਂ 'ਚ ਟਿਕਟਾਂ ਵੰਡਣਾ ਜਾਂ ਹੋਰ ਸਿਲਸਿਲਾ। ਤੇ ਨਹੀਂ ਪਰਮਿੰਦਰ, ਇੱਕ ਗੱਲ ਮੈਨੂੰ ਹੋਰ ਕਲੀਅਰ ਕਰ ਲੈਣ ਦਿਓ, ਮੈਂ ਤੁਹਾਡੀ ਗੱਲ ਕੱਟ ਰਿਹਾ। ਦੇਖੋ ਤੁਸੀਂ ਇੱਕ ਚੀਜ਼ ਦੇਖੋ, ਆਪਾਂ ਪਹਿਲਾਂ ਖਬਰ ਦਿੱਤੀ ਸੀ, ਸਭ ਤੋਂ ਪਹਿਲਾਂ ਆਪਾਂ ਚੱਕੀ ਸੀ ਕਿ ਭਾਈ ਜਗਦੇਵ ਸਿੰਘ ਕਮਾਲੂ ਜਿਹੜੇ ਨੇ ਉਹ ਕਾਂਗਰਸ 'ਚ ਜਾ ਰਹੇ, ਠੀਕ ਹੈ। ਉਹਦੇ ਬਾਅਦ ਸੁਖਪਾਲ ਖਹਿਰੇ ਦੀ ਆ ਗਈ, ਉਹਦੇ ਬਾਅਦ ਪਿਰਮਲ ਸਿੰਘ ਭਦੌੜ ਦੀ ਆ ਗਈ, ਉਹਦੇ ਬਾਅਦ ਕੰਵਰ ਸੰਧੂ ਦੀ ਆ ਗਈ ਵੀ ਇਹ ਸਾਰੇ ਹੀ ਜਾ ਰਹੇ। ਉਹਦੇ ਬਾਅਦ ਰੁਪਿੰਦਰ ਕੌਰ ਰੂਬੀ ਦੀ ਆ ਗਈ, ਉਹ ਅਕਾਲੀ ਦਲ 'ਚ ਜਾ ਰਹੀ ਆ। ਉਹਦੇ ਬਾਅਦ ਜਿਹੜੀ ਹੁਣ ਖਬਰ ਅੱਜ ਨਿਕਲ ਕੇ ਹੁਣੇ ਲੇਟੈਸਟ ਹੁਣੇ 2 ਮਿੰਟ ਪਹਿਲਾਂ ਆ ਪਹੁੰਚ ਗਈ ਆ, ਉਹ ਇਹ ਆ ਪਰਮਿੰਦਰ, ਜਿਹੜਾ ਪਿਰਮਲ ਸਿੰਘ ਭਦੌੜ ਇਸ ਵਕਤ ਉਹ ਧਨੌਲੇ ਵਾਲਾ ਭਦੌੜ ਤੋਂ MLA ਆ, ਉਹ ਭਦੌੜ ਤੋਂ ਨਹੀਂ ਲੜੇਗਾ, ਉਹ ਮਹਿਲ ਕਲਾਂ ਤੋਂ ਲੜੇਗਾ ਤੇ ਭਦੌੜ ਤੋਂ ਅਮਰ ਨੂਰੀ ਲੜੇਗੀ। ਅੱਛਾ, ਤੁਸੀਂ ਦੇਖੋ ਤਾਂ ਸਹੀ, ਮਤਲਬ ਇੱਕ ਬੰਨੇ ਤਾਂ ਮੀਟਿੰਗਾਂ ਹੋ ਰਹੀਆਂ ਨੇ,
ਕਿ ਮੌਜੂਦਾ ਵਿਧਾਇਕਾਂ ਦੇ ਨਾਮ ਜਿਹੜੇ ਆ ਉਹ ਮੌਜੂਦਾ ਵਿਧਾਇਕਾਂ ਤੋਂ ਉਹਨਾਂ ਦੀ ਰਾਏ ਪੁੱਛੀ ਜਾ ਰਹੀ ਆ। 8 ਲੋਕ ਸਭਾ ਦੇ ਮੈਂਬਰ, 3 ਰਾਜ ਸਭਾ ਦੇ ਮੈਂਬਰ, ਸਟੇਟ PPC ਦਾ ਪ੍ਰਧਾਨ ਜਿਹੜਾ ਉਹਦੇ ਤੋਂ ਹੋ ਰਹੀ ਆ, ਬਾਕੀ ਜਿੰਨੇ MLA ਆ ਉਹਨਾਂ ਨਾਲ ਗੱਲਬਾਤ ਹੋ ਰਹੀ ਆ, ਪਰ ਜਿਹੜੀਆਂ ਟਿਕਟਾਂ ਉਹਨਾਂ ਦੀ ਤਾਂ ਅਨਾਉਂਸਮੈਂਟ ਹੋਈ ਜਾ ਰਹੀ ਆ। ਤੁਸੀਂ ਦੇਖੋ ਤੁਸੀਂ ਵੀ ਬਣ ਕੀ ਰਿਹਾ, ਜਾ ਕਿੱਧਰ ਨੂੰ ਰਿਹਾ। ਫਿਰ ਕੈਪਟਨ ਸਾਹਿਬ ਵਾਲਾ ਜਿਹੜਾ ਉਹ PK ਨੂੰ ਲੈ ਕੇ ਬੈਠੀ, ਉਹ ਕਿੱਥੇ ਕੋ ਜਾਏਗਾ, ਉਹ ਕਿਹੜੇ ਬੰਨੇ ਨੂੰ ਜਾਣਾ। ਸਾਰਾ ਕੁਝ ਗੱਲ ਤਾਂ ਸਵਾਲੀਆ ਨਿਸ਼ਾਨ ਤਾਂ ਉਹਦੇ ਤੇ ਉੱਠ ਰਹੇ ਆ ਨਾ ਆਉਣ ਵਾਲੇ ਸਮੇਂ ਦੇ ਲਈ। ਜੀ ਤੇ ਪੰਜਾਬ ਦੀ ਸਿਆਸਤ 'ਚ ਹੋਰ ਕੀ ਦੂਣ ਚੌਣ ਹੋ ਰਿਹਾ? ਦੂਣ ਚੌਣ ਇਹ ਹੋ ਰਿਹਾ ਕਿ ਜਿਹੜਾ ਖੀਰਨੀਆ ਸਾਹਿਬ ਸੀ ਸਮਰਾਲੇ ਵਾਲੇ, ਉਹਨਾਂ ਨੇ ਆਮ ਆਦਮੀ ਪਾਰਟੀ ਅੱਜ ਜੁਆਇਨ ਕਰ ਲਈ ਆ। ਠੀਕ ਹੈ ਜੀ, ਕਿਉਂਕਿ ਅਕਾਲੀ ਦਲ ਨੇ ਉਹਨਾਂ ਨੂੰ ਹਲਕਾ ਇੰਚਾਰਜ ਹੋਰ ਲਾਤਾ ਸੀ, ਤਾਂ ਉਹ ਖੀਰਨੀਆ ਸਾਹਿਬ ਸਮਰਾਲੇ ਹਲਕੇ ਤੋਂ ਉਹਨਾਂ ਨੇ ਕਾਂਗਰਸ ਆਪਣਾ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ। ਹੁਣ ਅਲਵਿਦਾ ਕਹਿਣ ਤੋਂ ਬਾਅਦ ਉਹਨਾਂ ਨੇ ਕੀ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਜਿਹੜੀ ਉਹਨੂੰ ਅੱਜ ਜੁਆਇਨ ਕਰ ਲਿਆ। ਠੀਕ ਹੈ ਜੀ, ਉਹਨਾਂ ਮਤਲਬ ਗੱਲ ਇਹ ਆ ਕਿ ਜਿਹੜਾ ਸਮਰਾਲਾ ਸੀ, ਸਮਰਾਲੇ ਦੀ ਟਿਕਟ ਹੁਣ ਇਹ ਸਮਝ ਕੇ ਚੱਲੋ ਜਿਹੜੀ ਪਿਛਲੀ ਵਾਰ 2017 ਚ ਅਕਾਲੀ ਦਲ ਦਾ ਕੈਂਡੀਡੇਟ ਜਿਹੜਾ ਸਮਰਾਲੇ ਹਲਕੇ ਤੋਂ ਸੀ, ਉਹ ਇਸ ਵਕਤ ਆਮ ਆਦਮੀ ਪਾਰਟੀ ਦਾ ਹੋਏਗਾ। ਤੇ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀਗਾ 2017 ਦੇ ਵਿੱਚ ਦੂਸਰੇ ਤੋਂ ਘਬੌੜ ਤੋਂ ਜਿਹੜਾ MLA ਬਣਿਆ ਸੀ, ਉਹ ਇਸ ਵਾਰ ਮਹਿਲ ਕਲਾਂ ਤੋਂ ਹੋਏਗਾ। ਯਾਨੀ ਕਿ ਬੀਬੀ ਜਿਹੜੀ ਮਹਿਲ ਕਲਾਂ ਵਾਲੀ ਬੀਬੀ ਆ, ਇਹ ਸਮਝੋ ਕਿ ਉਹਦੀ ਛੁੱਟੀ ਹੋ ਗਈ ਆ। ਠੀਕ ਹੈ, ਮਤਲਬ ਤੁਸੀਂ ਦੇਖੋ ਕਿ ਸਿਨੈਰੀਓ ਕਿਸ ਤਰ੍ਹਾਂ ਬਦਲ ਰਿਹਾ, ਕਿਸ ਤਰ੍ਹਾਂ ਜਾ ਰਿਹਾ। ਆਮ ਆਦਮੀ ਪਾਰਟੀ ਚੋਂ ਅਕਾਲੀ ਦਲ, ਆਮ ਆਦਮੀ ਪਾਰਟੀ ਚੋਂ ਕਾਂਗਰਸ, ਤੇ ਕਾਂਗਰਸ ਦੇ ਵਿੱਚੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਤੋਂ ਅਕਾਲੀ ਦਲ, ਦੋ ਜਿਹੜੇ ਇੱਕ ਮੰਤਰੀ ਤੇ ਇੱਕ ਸਾਬਕਾ ਵਿਧਾਇਕ ਸੀ ਜਿਨ੍ਹਾਂ ਚ ਮਹਿੰਦਰ ਸਿੰਘ ਰਿਣਵਾ, ਜਿਹਨੂੰ ਅਕਾਲੀ ਦਲ ਜਿਹੜਾ ਅਬੋਹਰ ਤੋਂ ਲੜਾਉਣ ਜਾ ਰਿਹਾ। BJP ਵਾਲੀ ਜਿਹੜੀ ਸੀਟ ਸੀ ਜਿੱਥੋਂ ਸੁਨੀਲ ਜਾਖੜ ਲੜਦਾ ਸੀਗਾ, ਕਿਉਂਕਿ ਉਹ BJP ਕੋਲ ਸੀਟ ਰਹਿ ਗਈ ਤੇ ਅਕਾਲੀ ਦਲ ਤੇ BJP ਦਾ ਉਹ ਰਿਸ਼ਤਾ ਟੁੱਟ ਗਿਆ। 9 ਮਾਸ ਵਾਲਾ ਪਤੀ ਪਤਨੀ ਵਾਲਾ ਖਤਮ ਹੋ ਗਿਆ ਤੇ ਉੱਥੋਂ ਉਹ ਮਹਿੰਦਰ ਕੁਮਾਰ ਰਿਣਵਾ ਨੂੰ ਤੇ ਜਿਹੜੀ ਸਰਜੀਤ ਕੁਮਾਰ ਜੈਣੀ ਵਾਲੀ ਫਾਜ਼ਿਲਕਾ ਸੀ ਉੱਥੋਂ ਹੰਸਰਾਜ ਜੋਸਨ ਨੂੰ ਦੋਨੋਂ ਕਾਂਗਰਸ ਚੋਂ ਲਿਆ ਕੇ ਸ਼ੇਰ ਜਿਹੜੇ ਉਹ ਨਵੇਂ ਸ਼ੰਗਾਰੇ ਆ। ਤੇ ਇਧਰੋਂ ਜਿਹੜਾ ਬਠਿੰਡਾ ਦਿਹਾਤੀ ਆ ਉੱਥੇ ਆਮ ਆਦਮੀ ਪਾਰਟੀ ਦੇ MLA ਨੂੰ ਲਿਆ ਕੇ ਉੱਥੋਂ ਲੜਾਉਣ ਦੀ ਤਿਆਰੀ ਹੋ ਰਹੀ ਆ। ਤੇ ਉਧਰੋਂ ਅਕਾਲੀ ਦਲ ਚੋਂ ਜਾ ਕੇ ਜਿਹੜਾ ਉਹ ਆਮ ਆਦਮੀ ਪਾਰਟੀ 'ਚ ਤਿਆਰੀ ਚੱਲ ਰਹੀ ਆ। ਮਤਲਬ ਕੀ ਕੁਛ ਕਾਟੋ ਕਲੇਸ਼ ਚੱਲ ਰਿਹਾ, ਜਿਹਨੂੰ ਜਿੱਧਰ ਨੂੰ ਦਾ ਮਿਲਦਾ। ਮੈਂ ਪਹਿਲਾਂ ਕਿਹਾ ਸੀ ਕਿ ਜਿਸ ਨੂੰ ਜਹਾਜ਼ ਦੀ ਟਿਕਟ ਮਿਲੇਗੀ ਉਹ ਜਹਾਜ਼ 'ਚ ਚੜ ਜਾਏਗਾ, ਜਿਹਨੂੰ ਟ੍ਰੇਨ ਦੀ ਮਿਲੀ ਉਹ ਟ੍ਰੇਨ 'ਚ ਚੜ ਜਾਏਗਾ, ਤੇ ਜਿਸ ਨੂੰ ਭਾਈ ਬੱਸ ਦੀ ਮਿਲੀ ਉਹ ਬੱਸ 'ਚ ਚੜ ਜਾਏਗਾ, ਤੇ ਜਿਹਨੂੰ ਮੋਟਰਸਾਈਕਲ ਦੀ ਮਿਲੀ ਉਹਦੇ ਤੇ, ਜਿਹਨੂੰ ਕਿਤੇ ਵੀ ਨਾ ਮਿਲੀ ਉਹ ਬਾਅਦ 'ਚ ਭਾਵੇਂ ਭੁਲੁੱਕੇ ਦੇ ਚੜਿਆ ਫਿਰੇ, ਪਰ ਚੜੂਗਾ ਜ਼ਰੂਰ, ਬਹਿੰਦਾ ਨਹੀਂ ਆਰਾਮ ਦੇ ਨਾਲ। ਜੀ, ਪਿਛਲੇ 2-3 ਦਿਨਾਂ ਤੋਂ ਝੱਖੜ ਝਾਂਜਾ ਚੱਲ ਰਿਹਾ, ਕਿਸ ਤਰ੍ਹਾਂ ਸਿਰਕੀਆਂ ਦੇ ਨਾਲ ਲੜਨ ਦਾ 2-2, 3-3 ਸਾਲ, 5-5 ਸਾਲ ਲੜਨ ਦਾ ਸਿਰੜ ਬਣਾ ਚੁੱਕੇ ਨੇ। ਉਗਰਾਹ ਨੇ ਜਿਸ ਤਰ੍ਹਾਂ ਦੱਸਿਆ ਕਿ ਭਾਈ ਹੁਣ ਜਿਹੜੇ ਲੋਹੇ ਦੇ ਟੈਂਟ ਲਾਏ ਨੇ ਨਾ, ਅਸੀਂ ਘਰ ਬਣਾਏ ਨੇ, ਉਹ ਵੈਲਡਿੰਗ ਨਹੀਂ ਕਰਾਏ, ਉਹ ਨਟਾਂ ਬੋਲਟਾਂ ਨਾਲ ਕਸੇ ਹੋਏ ਨੇ, ਜਦ ਮਰਜ਼ੀ ਟਰਾਲੀ 'ਚ ਰੱਖ ਲਈਏ। ਜਿਹੜੇ ਉੱਥੇ ਹੁਣ ਪੱਕੇ ਮੋਰਚੇ ਲਾਏ ਨੇ, ਭਾਵੇਂ ਸਿਰਕੀਆਂ ਵਾਲੇ ਘਰ ਜਾਂ ਤੰਬੂ ਉੱਡ ਰਹੇ ਨੇ ਇਸ ਝੱਖੜ ਝਾਂਜੇ ਦੇ ਦੌਰਾਨ, ਪਰ ਕਿਸਾਨਾਂ ਦੇ ਹੌਸਲੇ ਨੇ ਜਿਹੜੇ ਉਹ ਕਰੋਨਾ ਦੇ ਅੱਗੇ ਵੀ ਪਸਤ ਨਹੀਂ ਹੋਏ। ਇਹ ਝੱਖੜ ਝਾਂਜੇ ਨੇ ਤਾਂ ਕੀ ਡਰਾਉਣਾ। ਕੀ ਹਾਲ ਹੈ ਉਹਨਾਂ ਖੇਤਾਂ ਦੇ ਪੁੱਤਰਾਂ ਦਾ ਜਿਨ੍ਹਾਂ ਨੇ ਸਿੰਘੂ ਟਰਕੀ ਬਾਰਡਰ ਤੇ ਜਿਹੜਾ ਹੈਗਾ ਧਰਨ ਪੈਣ ਵਾਲੀ ਕੀਤੀ ਹੋਈ ਹੈ ਮੋਦੀ ਸਰਕਾਰ ਨੂੰ। ਕੀ ਸਥਿਤੀ ਹੈ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਨੰਗੇ ਧੜ ਹੁਣ 5 ਤਰੀਕ ਦਾ ਜਿਹੜਾ ਅੰਦੋਲਨ ਹੈ ਜਾਂ ਖੇਤੀ ਕਾਨੂੰਨ ਸਾੜਨ ਦੇ, ਕਾਪੀਆਂ ਸਾੜਨ ਦਾ ਜੋ ਸਿਲਸਿਲਾ ਭਾਜਪਾਈ ਜਾਂ ਸਦਰ ਮਕਾਮਾਂ ਤੇ SDM ਦਫ਼ਤਰ ਦੇ ਅੱਗੇ, ਉਹਦੀਆਂ ਵੀ ਤਿਆਰੀਆਂ ਚੱਲ ਰਹੀਆਂ ਨੇ। ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਤੋਂ, ਪੰਜਾਬ ਦੀ ਸਿਆਸਤ ਤੋਂ, ਜਿਵੇਂ ਪੰਜਾਬ ਦੇ ਵਿੱਚ ਲੱਖਾ ਸਤਾਣਾ, ਦੀਪ ਸਿੱਧੂ ਜਾਂ ਸਰਵਣ ਪੰਧੇਰ ਜਾਂ ਹੋਰ ਸਿਆਸੀ ਧਿਰਾਂ ਵੀ ਵਿਚਰ ਰਹੀਆਂ ਨੇ। ਤੇ ਹਰਿਆਣਾ 'ਚ ਵੀ ਜਿਹੜਾ ਮੁਖਾਲਫਤ ਹੋ ਰਹੀ ਹੈ ਸਰਕਾਰ ਦੀ, ਤੇ ਮਨੋਹਰ ਲਾਲ ਖੱਟੜ ਸਰਕਾਰ ਨੇ ਵੀ ਕਈ ਸਹੂਲਤਾਂ ਲਾਉਂਦੀਆਂ ਨੇ। ਮਸਲਨ 20 ਸਾਲ ਪੁਰਾਣੇ ਜਿਹੜੇ ਕਿਰਾਏਦਾਰ ਰਹਿ ਰਹੇ ਸੀ ਸਰਕਾਰੀ ਜਾਂ ਨਿਗਮ ਦੀਆਂ ਜਾਇਦਾਦਾਂ ਤੇ ਦੁਕਾਨਾਂ ਤੇ, ਉਹਨਾਂ ਨੂੰ ਵੀ ਉਹਨਾਂ ਦੁਕਾਨਾਂ ਦਾ ਮਾਲਕ ਬਣਾਉਣ ਦਾ ਐਲਾਨ ਕੀਤਾ। ਯਾਨੀ ਸਰਕਾਰਾਂ ਹੁਣ ਲੋਕਾਂ ਦੀ ਸਹੂਲਤ ਵਾਸਤੇ ਇੱਦਾਂ ਦੇ ਗੱਫੇ ਵੀ ਦੇਣ ਲੱਗੀਆਂ ਨੇ, ਜਿਵੇਂ ਕਪਤਾਨ ਸਾਹਿਬ ਬਿਜਲੀ ਸਸਤੀ ਕਰ ਰਹੇ ਨੇ ਜਾਂ ਹੋਰ ਸਹੂਲਤਾਂ ਦੇ ਰਹੇ ਨੇ, ਪਿਛਲੇ ਬਕਾਏ ਦੇ ਰਹੇ ਨੇ। ਕਿਸਾਨ ਅੰਦੋਲਨ ਦਾ ਪ੍ਰਭਾਵ ਦੇ ਵਿੱਚ ਇਹ ਸਰਕਾਰਾਂ ਵੀ ਹੁਣ ਜਿਹੜਾ ਹਕੂਕ ਨੇ ਉਹਨਾਂ ਦੇ ਥੋੜੇ ਬਹੁਤੇ ਦੇ ਕੇ ਇਹਨਾਂ ਨੂੰ ਠੰਡੇ ਕਰਨ ਦੀ
ਕਵੈਤ ਦੇ ਵਿੱਚ ਨੇ। ਕੀ ਕੁਝ ਚੱਲ ਰਿਹਾ ਕਿਸਾਨ ਅੰਦੋਲਨ ਦੇ ਮੁਤਲਕ ਜੀ? ਦੇਖੋ ਪਰਮਿੰਦਰ, ਇਹਦੇ ਚ ਦੇਖੋ ਆਪਾਂ ਤਾਂ ਸ਼ੁਰੂ ਚ ਕਿਹਾ ਸੀਗਾ ਵੀ ਕਿਸਾਨੀ ਅੰਦੋਲਨ ਜਿਹੜਾ ਇਹ ਲੰਬਾ ਚੱਲੇਗਾ, ਔਰ ਕਿਸਾਨੀ ਅੰਦੋਲਨ ਅੱਜ ਵੀ ਲੰਬਾ ਚੱਲਣ ਦੀ ਹੀ ਉਮੀਦ ਦੇਖਦੀ ਆ। ਉਹ ਵੱਖਰੀ ਗੱਲ ਆ ਕਿ ਅਜੇ ਤੱਕ ਜਿੰਨਾ ਵੀ ਆ, ਕਈ ਵਾਰ ਲੱਗਦਾ ਕਿ ਅੱਜ ਨਿਪਟ ਜਾਏ ਕੱਲ ਨਿਪਟ ਜਾਏ, ਸਰਕਾਰ ਵੱਲੋਂ ਬੜਾ ਕੁਛ ਆਉਂਦਾ, ਬੜੇ ਸਰਕਾਰ ਵੱਲੋਂ ਆ ਗਿਆ ਕਿ ਅੱਜ ਨਿਪਟਾ ਦੇਣਾ, ਕੱਲ ਨਿਪਟਾ ਦੇਣਾ, ਲੇਕਿਨ ਕੁੱਲ ਮਿਲਾ ਕੇ ਹਾਲ ਦੀ ਘੜੀ ਕਿਸਾਨੀ ਅੰਦੋਲਨ ਜਿਹੜਾ ਉਹ ਜੇ ਲੰਬਾ ਵੀ ਚੱਲਦਾ ਤੇ ਤਦ ਵੀ ਕਿਸਾਨ ਆਗੂ ਜਿਹੜੇ ਨੇ ਉਹਨਾਂ ਦਾ ਹੌਸਲਾ ਜਿਹੜਾ ਉਹ ਪਸਤ ਨਹੀਂ ਹੋਣਾ। ਕਿਉਂਕਿ ਦੇਖੋ ਜਿਸ ਤਰੀਕੇ ਦੇ ਨਾਲ ਹੁਣ ਠੀਕ ਆ, ਜਿਹੜਾ ਮੈਂ ਸ਼ੁਰੂ 'ਚ ਇੱਕ ਗੱਲ ਕਹੀ ਸੀ ਜਿਹਦਾ ਬੜਾ ਵਿਰੋਧ ਹੋਇਆ ਸੀਗਾ, ਮੈਂ ਕਿਹਾ ਸੀ ਵੀ ਜਿਹੜੀ ਨੌਜਵਾਨੀ ਆ ਉਹ ਅੱਜ ਵੀ ਕਿਸਾਨ ਆਗੂਆਂ ਦੇ ਨਾਲ ਖੜੀ ਆ। ਠੀਕ ਹੈ, ਜਿਹੜੇ ਬਾਕੀ ਦਾ ਲਾਮ ਲਸ਼ਕਰ ਸੀ ਉਹ ਆਪੋ ਆਪਣੀ ਲੈਵਲ ਦੇ ਉੱਤੇ ਪਿੰਡਾਂ 'ਚ ਜਿਹੜਾ ਉਹ ਘੁੰਮ ਰਿਹਾ। ਉਹ ਘੁੰਮ ਕਾਹਦੇ ਲਈ ਰਿਹਾ? ਕੇਵਲ ਤੇ ਕੇਵਲ 2022 ਨੂੰ ਮੁੱਖ ਰੱਖ ਕੇ ਘੁੰਮ ਰਿਹਾ। ਠੀਕ ਹੈ, ਉਹ ਘੁੰਮਦਾ ਘੁੰਮੀ ਜਾਵੇ, ਪਰ ਕੁੱਲ ਮਿਲਾ ਕੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ 3 ਸਟੇਟਾਂ ਨੇ ਕੇਂਦਰ ਸਰਕਾਰ ਦੇ ਧਰਨ ਪਾਈ ਹੋਈ। ਪੰਜਾਬ ਵਾਲੀਆਂ 31-32 ਜਥੇਬੰਦੀਆਂ ਨੇ, ਤੇ ਇਹਦੇ ਨਾਲ ਹੀ ਜਿਹੜੀ ਅਗਲੀ ਗੱਲ ਆ ਉਹ ਇਹ ਆ ਕਿ ਹਰਿਆਣੇ 'ਚੋਂ ਗੁਰਨਾਮ ਸਿੰਘ ਚੜੂਨੀ ਤੇ ਉੱਤਰ ਪ੍ਰਦੇਸ਼ 'ਚੋਂ ਰਕੇਸ਼ ਟਕੈਤ ਨੇ। ਇਹਨਾਂ ਨੇ ਜੋ ਮਰਜ਼ੀ ਕਹਿਣ ਨਾ ਕਹਿਣ, ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਗੱਲ ਇਹ ਆ ਕਿ ਏਡੇ ਵੱਡੇ ਸੰਗਠਨ ਲੈ ਕੇ ਏਡਾ ਲੰਬਾ ਅੰਦੋਲਨ ਚਲਾ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ। ਆਪਾਂ 1-2 ਦਿਨ 'ਚ ਡਿਮੋਰਲਾਈਜ਼ ਹੋ ਜਾਂਦੇ ਆ, ਕੋਈ ਊਚ ਨੀਚ ਹੋ ਜਾਏ ਤੇ ਆਪਣੇ ਲਈ ਸੰਭਲਣਾ ਔਖਾ ਹੋ ਜਾਂਦਾ। ਪਰ ਉਹਨਾਂ ਨੇ ਕਿੰਨੇ ਕੋ ਤਾਨੇ ਮਿਹਣੇ ਆਮ ਲੋਕਾਂ ਦੇ ਸਹੇ, ਕਿੰਨੀ ਕੋ ਦੁਨੀਆ ਸੀ ਜਿਹੜੀ ਸੋਸ਼ਲ ਮੀਡੀਆ ਤੇ ਉਹਨਾਂ ਦੀ ਭੰਡੀ ਕਰਨ ਵਾਲੀ ਸੀ। ਸਰਕਾਰੀ ਹੱਥ ਠੋਕਿਆਂ ਨੇ ਕੀ ਕੀ ਨਹੀਂ ਉਹਨਾਂ ਨਾਲ ਕੀਤਾ। ਜਿਹੜਾ ਸਰਕਾਰੀ ਤੰਤਰ ਸੀ ਜਿਹਦੇ 'ਚ ਗੋਦੀ ਮੀਡੀਆ ਸਭ ਤੋਂ ਮੋਹਰੇ ਸੀ, ਉਹਨੇ ਉਹਨਾਂ ਨਾਲ ਕੀ ਕੁਛ ਕੀਤਾ, ਪਰ ਫੇਰ ਵੀ ਉਹਨਾਂ ਦੇ ਹੌਸਲੇ ਪਸਤ ਨਹੀਂ ਹੋਏ ਔਰ ਨਿਰੰਤਰ ਉਹ ਲੜਾਈ ਦੇ ਮੂਡ ਦੇ ਵਿੱਚ ਬੈਠੇ ਆ ਕਿ ਭਾਈ ਅਸੀਂ ਲੜਾਂਗੇ ਤੇ ਐਂਡ ਤੱਕ ਜਿੱਤਾਂਗੇ, ਜੇ ਨਹੀਂ ਜਿੱਤਾਂਗੇ ਤੇ ਮਰ ਕੇ ਜਾਵਾਂਗੇ, ਜੇ ਜਾਵਾਂਗੇ ਤੇ ਜਿੱਤ ਕੇ ਜਾਵਾਂਗੇ। ਇਹ ਕੋਈ ਛੋਟੀ ਗੱਲ ਨਹੀਂ ਹੈ। ਔਰ ਏਡੇ ਲੰਬੇ ਹੌਸਲੇ ਜਿੱਦਾਂ ਦੀ ਕੱਲ ਪਟਿਆਲੇ ਦੇ ਵਿੱਚ ਸੀ, ਚਾਹੇ ਜੋਗਿੰਦਰ ਸਿੰਘ ਉਗਰਾਹਾਂ ਦੀ ਗੱਲ ਕਰ ਲਓ ਤੇ ਚਾਹੇ ਉੱਥੇ ਬਲਵੀਰ ਸਿੰਘ ਰਾਜੇਵਾਲ ਦੀ ਗੱਲ ਕਰ ਲਓ, ਜਿਹੜਾ ਕੁਛ ਕੱਲ ਕਹਿ ਕੇ ਗਏ ਨੇ ਉਹ ਤੁਸੀਂ ਦੇਖੋ ਕਿ ਸਾਧੂ ਸਿੰਘ ਧਰਮਸੋਤ ਨੂੰ ਜਿੰਨੀਆਂ ਕੋ ਖਰੀਆਂ ਸੁਣਾ ਕੇ ਗਏ ਨੇ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਡਿਸਟੈਂਸ ਦਾ ਜਿਹੜਾ ਆਪਣੇ ਆਪ ਪੂਰਾ ਪਾਲਣ ਕੀਤਾ ਉਸ ਰੋਸ ਧਰਨੇ ਦੇ ਵਿੱਚ, ਉਹ ਕੋਈ ਛੋਟੀ ਗੱਲ ਨਹੀਂ ਸੀ। ਠੀਕ ਹੈ, ਔਰ ਆਪਾਂ ਸ਼ੁਰੂ ਚੋਂ ਕਹਿੰਦੇ ਆ ਕਿ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਇੱਕੋ ਇੱਕ ਜਥੇਬੰਦੀ ਆ ਜਿਹੜੀ ਪੂਰੀ ਡਿਸਿਪਲਿਨ ਦੇ ਤੌਰ ਤੇ ਵਿਚਰਦੀ ਆ। ਠੀਕ ਹੈ, ਉਹਨਾਂ ਦਾ ਪੂਰਾ ਡਿਸਿਪਲਿਨ ਆ, ਇੱਕ ਵੀ ਵਿਅਕਤੀ ਉਹਨਾਂ ਦਾ ਅੱਗੇ ਪਿੱਛੇ ਨਹੀਂ ਹੁੰਦਾ। ਜੇ 2-4 ਹੋਏ ਸੀਗੇ ਉਹਨਾਂ ਨੇ ਜਦੋਂ ਆਪਣੇ ਇੱਥੋਂ ਵਾਲੇ ਖਨੌਰੀ ਵਾਲੇ ਬਾਰਡਰ ਤੇ ਹੱਲਾ ਗੁੱਲਾ ਕੀਤਾ ਸੀ ਤੇ ਉਹਨਾਂ ਨੇ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾਤਾ ਕਿ ਜਾਓ ਭਾਈ ਤੁਸੀਂ ਜਿੱਥੇ ਜਾਣਾ, ਤੇ ਮੁੜ ਕੇ ਉਹ ਤਰਲੇ ਮਿੰਨਤਾਂ ਕਰਦੇ ਫਿਰਦੇ ਸੀ। 1-2 ਮਹੀਨੇ ਉਹਨਾਂ ਨੇ ਭੰਡੀ ਪ੍ਰਚਾਰ ਕੀਤਾ ਉਹਨਾਂ ਦੇ ਵਿਰੁੱਧ, ਪਰ ਮੁੜ ਕੇ ਉਹ ਚੁੱਪ ਕਰਕੇ ਸਾਰੇ ਦੇ ਸਾਰੇ ਜਿਹੜੇ ਉਹ ਬੈਠ ਗਏ। ਯਾਨੀ ਕਿ ਕੁੱਲ ਮਿਲਾ ਕੇ ਆ ਜਿਹੜਾ ਕਿਸਾਨੀ ਅੰਦੋਲਨ ਆ ਉਹ ਆਪਣੀ ਪੂਰੀ ਪੀਕ ਤੇ ਆ, ਤੇ ਕਿਸਾਨੀ ਅੰਦੋਲਨ ਦਾ ਜਿਸ ਦਿਨ ਮਰਜ਼ੀ ਰਿਜ਼ਲਟ ਨਿਕਲੇ ਨਾ ਨਿਕਲੇ, ਜੇ ਰਿਜ਼ਲਟ ਨਿਕਲਦਾ ਤਦ ਵੀ ਬੀਜੇਪੀ ਲਈ ਨੁਕਸਾਨ, ਜੇ ਨਹੀਂ ਨਿਕਲਦਾ ਤਾਂ ਫਿਰ ਉਸ ਤੋਂ ਵੀ ਵੱਡਾ ਨੁਕਸਾਨ ਆ। ਬੀਜੇਪੀ ਹੁਣ ਮਤ ਸੋਚੇ ਕਿ ਕਿਸਾਨੀ ਅੰਦੋਲਨ ਦਾ ਉਹ ਕੋਈ ਨਤੀਜਾ ਕੱਢ ਕੇ ਮੰਗਾ ਮੰਨ ਕੇ ਦੁਬਾਰਾ ਲੋਕਾਂ 'ਚ ਸੁੱਖੀ ਸਾਂਦੀ ਵਿਚਰ ਜਾਏਗੀ, ਵਿਚਰਦੀ ਨਹੀਂ। ਕਿਉਂਕਿ 2022 ਨੇ ਪੰਜਾਬ ਤੇ ਉੱਤਰ ਪ੍ਰਦੇਸ਼ ਇਹਨਾਂ ਦਾ ਸੂਫੜਾ ਸਾਫ਼ ਕਰਨਾ ਹੀ ਕਰਨਾ, ਤੇ ਉੱਥੋਂ ਇਹਨਾਂ ਨੂੰ ਆਪਣਾ ਆਪਦਾ ਖਹਿੜਾ ਛਡਾਉਣਾ ਜਿਹੜਾ ਉਹ ਮੁਸ਼ਕਲ ਹੋ ਜਾਣਾ। ਜੀ ਹਾਂ, ਕਰੋਨਾ ਜਿਉਂ-ਜਿਉਂ ਮੱਠਾ ਪੈ ਰਿਹਾ ਤਿਉਂ ਕਿਸਾਨ ਇਹਦੇ 'ਚੋਂ ਹੋਰ ਮਜ਼ਬੂਤੀ ਨਾਲ ਬਾਈ ਜੀ ਨਿਕਲਣਗੇ। ਇਸ ਦੌਰਾਨ ਮਤਲਬ ਯੂਪੀ ਦੀ ਗੱਲ ਕਰੀਏ, ਇਲੈਕਸ਼ਨ ਨੇੜੇ ਨੇ, ਵੱਡਾ ਵੋਟ ਬੈਂਕ ਉੱਥੋਂ ਨਿਕਲਦਾ, MP ਕੋਟਾ ਉੱਥੋਂ ਨਿਕਲਦਾ ਹੈ। ਇਸ ਦੌਰਾਨ ਯੂਪੀ ਤੇ ਦਬਦਬਾ ਜਿਹੜੀ ਪਾਰਟੀ ਬਣਾ ਜਾਂਦੀ ਹੈ, ਰਾਜ ਭਾਗ ਉਹਦੇ ਹੱਥ ਵੀ ਆਉਂਦਾ। ਪਰ ਹੁਣ ਯੂਪੀ ਜਿਸ ਤਰ੍ਹਾਂ ਯੋਗੀ ਸਰਕਾਰ ਦੀ ਫੇਲੀਅਰ ਹੋ ਰਹੀ ਹੈ, ਕੱਟੜਤਾ ਦਾ ਪੱਤਾ ਮੁੜ-ਮੁੜ ਖੇਡਿਆ ਜਾ ਰਿਹਾ,
यूपी का अलीगढ़ इलाका जिथे 30 मौतां जहरीली शराब पीण नाल 30 तो वध मौतां हो गई ने, 15 लोग अजे भी जान ते मौत की लड़ाई लड़ रहे ने। ते उत्थे सरकार दे जिहड़े प्रबंध सी सरकारी ठेके उन्हां च बीजेपी जां होर पार्टियां दे आगू सी जिहड़े जहरीली शराब बेचदे। बहुत सारे मामले ने। हुण करोना दे मामले च आपां सवेरे भी जिक्र कीता सी कि दर्जनां यूपी दे वड्डे नेता ने योगी सरकार नूं जिहड़ा भंडिया कि आदित्यनाथ योगी बेहतर काम नहीं कर सके, करोना दे नाल योग तरीके दे नाल ओह नहीं जिहड़ा हैगा प्रबंधन कर सके। इस दौरान हुण कारण तां बनदे ने। सर्वे आया सी एबीपी का कि 23% लोग खेती कानूना करके मोदी सरकार की विरोधता कर रहे हैं। ये 7 साल पूरे होने के जश्न मना रहे हैं। हुण जिस तरह इलैक्शन कट्टड़ता की बिनाह ते जित्ती जा रही है, इस सिलसिले विच यूपी के अलीगढ़ के टप्पल खेतर दे विच एक पिंड आउंदा नूरपुर, जिथे 100 के करीब हिंदू परिवारां ने ऐतवार की सवेर अपने दरवाजियां ते मकान बकाऊ है दे बोर्ड ला दिते ते इस दे नाल पूरे यूपी च सनसनी फैल गई। उस इलाके दे विच ये दोष लाया गया कि पिंड दे एक व्यक्ति दे द्वारा तकरीर करन ते इस विशेष समुदाय के 11 लोगों के खिलाफ रिपोर्ट दर्ज हो गई है। हालांकि दूजे पक्ष ने भी इस तरह की तकरीर की सी, उन्हां ते रिपोर्ट दर्ज नहीं हो सकी। ये पिंड दे विच वरतारा आया मसला सी कि 26 मई नूं दोपहर नूं पिंड निवासी एक अनुसूचित जाति के ओम प्रकाश नाम के व्यक्ति दी 2 बेटियां की बरात आउणी सी ते जदों मस्जिद दे लागेओं बरात चढ़ी तां कुछ विशेष समुदाय के लोगों ने जानी कि दोष लगे कि मुसलमानां ने उन्हां दी बरात रोकी है। सो जिस नूं लैके 100 के करीब हिंदू परिवार अखे अपने घर छड्ड के अपने घर वेचण दा बोर्ड ला चुके ने। ये वरतारा हिंदू बनाम मुस्लिम लड़ाई जिहड़ी है ये सरकारां नूं रास आउंदी है, कदे लव जहाद कदे होर। की कहना चाहोगे इस वरतारे ते? जी परमिंदर देखो गल यह है कि जातां दे नाम ते लड़ाउणा ते धर्म दे नाम ते लड़ाउणा यह राजसी पार्टियां नूं हमेशा ही शूट करदा ते इस हमेशा करदियां आईयां ने। और खास करके मैं हुण तां वधिया जदों दी बीजेपी आई आ, चाहे वह केंद्र च आई आ चाहे स्टेटां च आई आ, उदों दा वधिया। जे असीं कह दईए पहलां नहीं सी, शुरू तो चलिया आ रहा। ठीक है, कांग्रेस ने किहड़ी घट कीती है, उन्हां ने भी यही कुछ किया होया सी। पर किते ना किते कुल मिला के समस्या जिहड़ी आ वो इत्थे खड़ी आ। ये लोकां नूं है कि इन्हां नूं धर्म दे नाम ते लड़ाओ, इन्हां लोकां नूं जात दे नाम ते लड़ाओ ते उहदे लड़ा के अपणियां रोटियां सेको। हमेशा रोटियां सेकदे ने ते इन्हां दीयां रोटियां चंगियां चलदियां ने। मरूगा बगाना पुੱਤ मरूगा, इन्हां दा की जांदा, इन्हां दा कदी कुछ किया थोड़ी है। ठीक है, इन्हां दा जदों अपना मरदा फिर इन्हां नूं पता लगदा कि मरन दा जिहड़ा ओह किन्ना को दुख हुंदा। ठीक है ना, इस करके जिहड़े बेचारे बगाने पुੱਤ जांदे आ उन्हां दा नहीं। हुण पुलवामा होया सी, ठीक है, पुलवामा च जो कुछ होया जो कुछ वापरिया वो कहना बड़ा सौखा वा, पर पुलवामा दे नाल गल तां इह सी उत्थे बगाने पुੱਤ गए सीगे, सरकार दे थोड़ी गए सी। जिन्हां ने सरकार बना ली उन्हां दा पुੱਤ थोड़ी गया सीगा। ठीक है, पर देखो जिन्हां दे पुलवामा च पुੱਤ गए उन्हां नूं पुੱਛ के देखो ना भी उन्हां दे परिवारां ते की बीती है। ठीक है, तुसीं किसे नूं 20 लाख देता कि इहनूं 15 देता कि इहनूं 30 देता, वो लाख दे दो, लखां नाल बंदे थोड़ी मुड़ने। ठीक है ना, जिन्हां दे परिवार जिहड़े आ वो तुरदे बने उन्हां दा कौन वाली वारस आ। इस करके इन्हां सरकारां ने यही कुछ करना, यही कुछ शुरू तो करदियां रहियां ते यही अगे इन्हां ने करदे रहना। इस करके इन्हां तो बहुत ही आस नहीं रखनी चाहिए कि ये लोग जिहड़े आ ये किते सिरद होणगे। खास कर आम लोकां दे लई इन्हां कदी सिरद नहीं होना। इन्हां केवल ते केवल अपणियां रोटियां जिहड़ियां ओही सेकणियां ने, तो हमेशा सेकदे रहिंदे आ। जी इस दे नाल जिस तरह यूपी के भी 55 ਜ਼ਿਲ੍ਹੇ कल ऑनलॉक होणगे, दुकानां खुलणगीਆਂ, दिल्ली दे विच दुकानां फैक्ट्रियां खुलणगीਆਂ ते एक समूथ जिहा सिलसिला जिहड़ा शुरू होएगा। ਇਹਨੂੰ किस तरह देश के जिहड़ी देश के उत्ते हालिया ये 60 आई है, ਇਹਨੂੰ किस तरह महसूस करदे हो कि इस दौरान की जिहड़ा सरकारां वल्लों ये खोलना किते ना किते उन्हां दी मजबूरी है जां किस तरह की सतर्कता जिहड़ी है लोगों नूं वरतनी चाहिदी है, जां खास करके बहुत असर इसका किसान अंदोलन ते पॉजिटिव पएगा क्योंकि यूपी के 55 ਜ਼ਿਲ੍ਹੇ खुलने, क्योंकि किसानां दा हुण अगला टारगेट सारियां जथेबंदियां दा यूपी चों किसानी केडर नूं बाहर कढना है। क्योंकि हुण उन्हां दे विआह वूह दा जिहड़ा सिलसिला मई तक हुंदा, जून च उत्थों दा किसान विहला हो जांदा, झोना आदि भी कोई बहुता काम नहीं हुंदा ते यूपी नूं ज़्यादा टारगेट किसान जथेबंदियां कर रहीआं ने
ਤੇ ਲਾਕਡਾਊਨ यूपी ਦੇ 55 ਜ਼ਿਲ੍ਹਿਆਂ ਦੇ ਵਿੱਚ ਖੁੱਲਣ ਦੇ ਨਾਲ ਕਿਉਂਕਿ ਇਲੈਕਸ਼ਨ ਵੀ ਸਰਗਰਮ ਹੋਏਗੀ, ਮਾਇਆਵਤੀ ਜਾਂ ਹੋਰਨਾਂ ਨੇ ਜਿਵੇਂ ਸਪੋਰਟ ਕੀਤੀ ਹੈ ਪਿਛਲੇ ਦਿਨਾਂ ਦੇ ਬਲੈਕ ਫਲੈਗ ਦਿਵਸ ਨੂੰ, ਕੀ ਸਿਆਸਤ ਕਰੋਨਾ ਦੇ ਮੁਤਲਕ ਭਾਰਤ ਦੀ ਰਹੇਗੀ? ਜੀ ਦੇਖੋ, ਗੱਲ ਇਹ ਆ ਕਿ ਪਟਿਆਲਾ ਵੀ ਆਪਣਾ ਖੋਲ ਦਿੱਤਾ, ਸਭ ਤੋਂ ਦੇਣੀ ਹੁਣ ਤਾਂ ਖੋਲ ਦਿੱਤਾ। ਇਹ ਵੀ ਕਹਿ ਦਿੱਤਾ ਕਿ ਰਾਤ ਨੂੰ 9 ਵਜੇ ਤੱਕ ਰੈਸਟੋਰੈਂਟ, ਢਾਬੇ ਸਾਰਾ ਕੁਝ ਖੁੱਲਾ ਰਹੇਗਾ। ਠੀਕ ਹੈ, ਇਹ ਵੀ ਕਹਿ ਦਿੱਤਾ ਕਿ 7 ਦਿਨ ਖੁੱਲਣ ਦੇ ਬਾਅਦ ਰਾਤ ਖਾਣਾ ਜਿਹੜਾ ਉਹ ਘਰੇ ਪਹੁੰਚੇਗਾ, ਚਾਹੇ ਕਿਸੇ ਤਰੀਕੇ ਕਰਾਓ, ਉੱਥੇ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੋਏਗੀ। ਸਾਰਾ ਕੁਝ ਖੋਲ ਦਿੱਤਾ। ਹੁਣ ਉੱਤਰ ਪ੍ਰਦੇਸ਼ ਦਾ ਵੀ ਦੂਸਰਾ, ਉਹਨੂੰ ਵੀ ਖੋਲਣ ਜਾ ਰਹੇ ਆ, ਦਿੱਲੀ ਵਾਲੇ ਵੀ ਖੋਲਣ ਜਾ ਰਹੇ ਆ। ਮਤਲਬ ਤਕਰੀਬਨ ਸਾਰੀ ਜ਼ਿੰਦਗੀ ਜਿਹੜੀ ਜਿਉਂ ਦੀ ਤਿਉਂ ਦੁਬਾਰਾ, ਮਤਲਬ ਆਮ ਜ਼ਿੰਦਗੀ ਦੀ ਰਫ਼ਤਾਰ ਜਿਹੜੀ ਆ ਉਹ ਦੁਬਾਰਾ ਪਕੜਨ ਜਾ ਰਹੀ ਆ। ਠੀਕ ਹੈ, ਚੰਗੀ ਗੱਲ ਆ, ਆਉਣੀ ਚਾਹੀਦੀ ਆ। ਬਥੇਰੀ ਦੇਰ ਲੋਕਾਂ ਨੂੰ ਘਰਾਂ 'ਚ ਬੰਦ ਕਰ ਲਿਆ। ਦੇਖੋ, ਅਪ੍ਰੈਲ ਤੇ ਮਈ 2 ਮਹੀਨੇ ਪੂਰਾ ਬੰਦ ਲੰਘ ਗਿਆ ਤੇ 10-12 ਦਿਨ ਜਿਹੜੇ ਸੀਗੇ ਉਹ ਮਾਰਚ ਤੇ ਵੀ ਲੰਘ ਗਏ। ਉਹ ਵੱਖਰੀ ਗੱਲ ਆ ਕਿ ਜਿੱਥੇ ਚੋਣਾਂ ਸੀ ਉੱਥੇ ਸਾਰਾ ਕੁਝ ਨਹੀਂ ਹੋਇਆ, ਪਰ ਬਾਕੀ ਸਾਰੀ ਜਗ੍ਹਾ ਤੇ ਤਾਂ ਹੋਇਆ ਨਾ। ਠੀਕ ਹੈ, ਇਸ ਕਰਕੇ ਕੁੱਲ ਮਿਲਾ ਕੇ ਇਹ ਆ ਕਿ ਜਿੰਨਾ ਕੁਝ ਵੀ ਹੋਇਆ ਇਹਦਾ ਕਿਸਾਨੀ ਅੰਦੋਲਨ ਨੂੰ ਵੀ ਫਰਕ ਪਏਗਾ, ਔਰ ਕੁੱਲ ਮਿਲਾ ਕੇ ਕਿਸਾਨੀ ਅੰਦੋਲਨ ਦੇ ਬਾਅਦ ਜਿਹੜੀ ਆਮ ਜਨ ਜੀਵਨ ਆ ਉਹਨੂੰ ਵੀ ਕਿਤੇ ਨਾ ਕਿਤੇ ਇਹਦਾ ਬਹੁਤ ਵੱਡਾ ਫਾਇਦਾ ਜਿਹੜਾ ਉਹ ਪਹੁੰਚੇਗਾ। ਉਧਰ ਮੋਦੀ ਸਾਹਿਬ ਨੇ ਕਿਸਾਨਾਂ ਦੀ ਤਾਰੀਫ ਕੀਤੀ ਹੈ। ਅਗਰਤਲਾ ਦੇ ਵਿੱਚ ਜਿਸ ਤਰ੍ਹਾਂ ਕਟਹਲ ਹੈ, ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਕਟਹਲ ਖਾਂਦੇ ਨੇ, ਸਬਜ਼ੀ ਇਹਦੀ ਬੜੀ ਬਾਕਮਾਲ ਹੁੰਦੀ ਹੈ। ਸ਼ਾਕਾਹਾਰੀਆਂ ਦਾ ਮੀਟ ਹੈ, ਵੱਡਾ ਹੁੰਦਾ 10-12 ਕਿਲੋ ਦਾ ਕਟਹਲ। ਬਿਹਾਰ ਦੀ ਸ਼ਾਹੀ ਲੀਚੀ, ਵਿਜੇਨਗਰ ਦੇ ਅੰਬ ਦਾ ਉਚੇਚਾ ਜ਼ਿਕਰ ਕੀਤਾ ਕਿ ਕਿਸਾਨਾਂ ਨੇ ਲਾਕਡਾਊਨ ਦੇ ਦੌਰਾਨ ਵੀ ਮਹਾਮਾਰੀ, ਜਿਵੇਂ ਮੋਦੀ ਸਾਹਿਬ ਨੇ ਆਖਿਆ, ਕਰੋਨਾ ਮਹਾਮਾਰੀ ਦੇ ਦੌਰਾਨ ਵੀ ਰਿਕਾਰਡ ਉਤਪਾਦਨ ਕੀਤਾ। ਪਰ ਕਿਸਾਨਾਂ ਦੀ ਜਿਹੜੀ ਸਥਿਤੀ ਹੈ ਉਹਦੇ ਬਾਰੇ ਬੋਲਣ ਨੂੰ ਆਪਣੀ ਜ਼ਰੂਰਤ ਨਹੀਂ ਸਮਝਦੇ। ਉਹਨਾਂ ਦੀਆਂ ਸਮੱਸਿਆਵਾਂ ਕੀ ਨੇ, ਉਹਨਾਂ ਦੀ ਆਮਦਨ 'ਚ ਕਿੰਨਾ ਵਾਧਾ ਹੋਇਆ, ਤੇ GDP ਜਿਹੜੀ ਖੇਤੀ ਸੈਕਟਰ ਦੀ ਉਹਨਾਂ ਨੇ ਵਧੀਆ ਬਣਾ ਕੇ ਰੱਖੀ ਹੈ। ਰਿਕਾਰਡ ਤੋੜ ਉਤਪਾਦਨ ਕਰ ਰਹੇ ਨੇ, ਸਬਜ਼ੀਆਂ ਦਾ ਉਤਪਾਦਨ ਕਰ ਰਹੇ ਨੇ ਇਸ ਕਰੋਨਾ ਦੇ ਦੌਰਾਨ ਵੀ। ਤਾਂ ਪਰ ਫਿਰ ਵੀ ਐਪਰੀਸ਼ੀਏਟ ਤਾਂ ਕਰ ਰਹੇ ਨੇ, ਪਰ ਉਹਨਾਂ ਦਾ ਹਕੂਕ ਦੇਣ ਨੂੰ ਮੋਦੀ ਸਾਹਿਬ ਵੀ ਜਿਹੜਾ ਹੈ ਨਾ ਉਹ ਤਿਲ ਮਿਲਾ ਲਏ ਨੇ। ਜਿਸ ਤਰ੍ਹਾਂ ਹੁਣ ਹਸਪਤਾਲਾਂ ਦੇ ਵਿੱਚ ਰੈਜ਼ੀਡੈਂਟ ਡਾਕਟਰਾਂ ਦੀਆਂ ਸੇਵਾਵਾਂ ਲੋੜੀਂਦੀਆਂ ਨੇ, ਹਾਈ ਕੋਰਟਾਂ ਦਿੱਲੀ ਦੀਆਂ, ਹੋਰ ਸੂਬਿਆਂ ਦੀਆਂ, ਸੁਪਰੀਮ ਕੋਰਟਾਂ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਆ ਰਹੇ ਨੇ ਕਿ ਕਰੋਨਾ ਦੇ ਦੌਰਾਨ ਸਰਕਾਰ ਦੀਆਂ ਇਹ ਨਾਕਾਮੀਆਂ ਰਹੀਆਂ, ਇਹ ਕਮੀਆਂ ਅਦਾਲਤਾਂ ਦੂਰ ਕਰਾਉਣ। ਇਸ ਦੌਰਾਨ ਕਾਫੀ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਕਰੋਨਾ ਦੇ ਦੌਰਾਨ ਜਿਹੜਾ ਮੋਦੀ ਹੈ ਤੋਂ ਮੁਮਕਿਨ ਹੈ ਉਹ ਜਿਹੜਾ ਮਾਇਆ ਜਾਲ ਫੈਲਾਇਆ ਜਾ ਰਿਹਾ ਸੀ ਮਨ ਕੀ ਬਾਤ ਰਾਹੀਂ, ਉਹ ਸਭ ਲੋਕਾਂ ਦੇ ਮਨਾਂ 'ਚੋਂ ਹੌਲੀ ਹੌਲੀ ਵਿਸਰ ਰਿਹਾ। ਇਹਨਾਂ ਕੋਲ ਕੱਟੜ ਮੁੱਦਾ ਕੋਈ ਹੈ ਨਹੀਂ। ਹੁਣ ਅਯੁੱਧਿਆ ਬਾਬਰੀ ਵਿਵਾਦ ਤੋਂ ਬਾਅਦ ਹੁਣ ਇਹ ਨਵਾਂ ਜਿਹੜਾ ਅਲੀਗੜ੍ਹ ਦੇ ਪਿੰਡਾਂ ਵਾਲਾ ਸ਼ੁਰੂ ਕਰ ਲਿਆ ਹੋਈ ਲਫ਼ਜ਼ਾਤ ਬਲਾਬਲਾ, ਤੇ ਇਸ ਦੇ ਨਾਲ ਹੋਰ ਜਾਂਦੇ ਜਾਂਦੇ ਕੀ ਸਾਂਝ ਨੇ ਕਾਫੀ ਝੱਖੜ ਝਾਂਜਾ ਸੁਰਿੰਦਰ ਬਾਈ ਜੀ ਆ ਰਿਹਾ ਬਾਹਰ, ਹੈ ਨਾ, ਹਾਲਾਤ ਪੰਜਾਬ ਦੇ ਵਿੱਚ ਪੂਰੇ ਦਰਵਾਜ਼ੇ ਖੜਕ ਰਹੇ ਆ, ਬਾਰਿਸ਼ ਬਹੁਤ ਜ਼ੋਰ ਦੀ ਲੱਥੀ ਹੋਈ ਆ। ਠੀਕ ਹੈ, ਕਾਫੀ ਪੂਰਾ ਝਾਂਜਾ ਤੋਂ ਇੰਨਾ ਵਗ ਰਿਹਾ, ਦਰਵਾਜ਼ੇ ਖਿੜਕੀਆਂ ਪੂਰੇ ਖੜਕ ਰਹੇ ਆ। ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਲਾਲਾ ਪੂਰੀ ਜਿਹੜੀ ਉਹ ਹੋ ਰਹੀ ਹੈ। ਠੀਕ ਹੈ ਜੀ, ਚਲੋ ਖੈਰ ਮਿਲਦੇ ਆ ਸਵੇਰੇ, ਦੇਖਦੇ ਹਾਂ। ਕਿਉਂਕਿ ਦੇਖੋ ਇਸ ਝੱਖੜ ਦੇ ਦੌਰਾਨ ਜਿਹੜੇ ਆਮ ਲੋਕ ਨੇ, ਜਾਨਵਰ ਜਨੌਰ ਨੇ, ਕਾਫੀ ਜਿਹੜਾ ਹੈਗਾ ਨੁਕਸਾਨ ਉਹਨਾਂ ਦਾ ਹੁੰਦਾ ਹੈ, ਦਰਖਤ ਵੱਡੇ ਟੁੱਟਦੇ ਨੇ। ਸੋ ਬਹੁਤ ਬਹੁਤ ਧੰਨਵਾਦ ਬਾਈ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ, ਮਿਹਰਬਾਨੀ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸਾਧ ਸੁਰਿੰਦਰ ਸਿੰਘ। ਹੁਣ ਵੇਖੋ ਕਿ ਕਰੋਨਾ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀ ਜੌਬ ਖੁੱਸੀ ਹੈ। ਬਹੁਤ ਸਾਰੀਆਂ ਔਰਤਾਂ, ਜਿਵੇਂ ਜਿਹੜਾ ਫਲੈਸ਼ ਟ੍ਰੇਡ ਜਿਸਮ ਫਰੋਸ਼ੀ ਹੈ, ਬਠਿੰਡੇ ਦੇ ਵਿੱਚ ਕਈ ਔਰਤਾਂ ਤੇ ਬੰਦੇ ਕੱਲ ਫੜੇ ਗਏ ਨੇ। ਲੋਕ ਸਰੀਰ ਵੇਚਣ ਤੱਕ ਵੀ ਮਜਬੂਰ ਹੋਏ ਨੇ। ਇਸੇ ਤਰ੍ਹਾਂ ਦੀਆਂ ਖਬਰਾਂ ਗਾਂਧੀ ਦੇ ਦੇਸ਼, ਮੋਦੀ ਦੇ ਦੇਸ਼ ਗੁਜਰਾਤ ਤੋਂ ਆ ਰਹੀਆਂ ਨੇ। ਤੇ ਗੁਜਰਾਤ ਦੇ ਵਿੱਚ ਨੌਕਰੀ ਖੁੱਸਣ ਕਾਰਨ ਬਹੁਤ ਸਾਰੀਆਂ ਮਹਿਲਾਵਾਂ ਨੇ ਆਪਣੀ ਕੁੱਖ ਕਿਰਾਏ ਤੇ ਦੇਣੀ ਸ਼ੁਰੂ ਕੀਤੀ ਹੈ। ਕਿਉਂਕਿ ਇੰਡੀਆ ਦਾ, ਭਾਰਤ ਦਾ ਜਿਹੜਾ ਕਲਚਰ ਹੈ, ਜੋ ਰਹਿਣ ਸਹਿਣ ਹੈ, ਉਸ ਮੁਤਾਬਕ ਬਹੁਤ ਸਾਰੇ ਲੋਕ, ਬਹੁਤ ਸਾਰੇ ਜੋੜੇ ਜਿਨ੍ਹਾਂ ਨੂੰ ਬੱਚੇ ਨਹੀਂ ਪੈਦਾ ਹੁੰਦੇ, ਉਹਨਾਂ ਨੇ ਕਿਰਾਏ ਤੇ ਕੁੱਖ ਲੈਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਜੋ ਗੁਜਰਾਤ ਤੋਂ ਇਹ ਚੀਜ਼ ਸ਼ੁਰੂ ਹੋਈ ਸੀਗੀ, ਉਸ ਤੋਂ ਬਾਅਦ ਇਹ ਪੰਜਾਬ 'ਚ ਵੀ ਸ਼ੁਰੂ ਹੋਈ। ਜਿਹੜੀਆਂ ਮਾਵਾਂ ਨੂੰ, ਜਿਹੜੀਆਂ ਔਰਤਾਂ ਨੂੰ ਪ੍ਰੋਬਲਮ ਸੀ, ਜਿਹੜੇ ਨਵ ਵਿਆਹੇ ਜੋੜਿਆਂ ਨੂੰ ਜਾਂ ਆਮ ਲੋਕਾਂ ਨੂੰ ਦਿੱਕਤ ਸੀ ਕਿ ਉਹਨਾਂ ਦੇ ਬੱਚਾ ਨਹੀਂ ਸੀ ਪੈਦਾ ਹੁੰਦਾ ਕਿਉਂਕਿ ਇਨਫਰਟੀਲਿਟੀ ਘਟ ਰਹੀ ਹੈ। ਇਸ ਦੌਰਾਨ ਜੋ ਸਰਵੇ ਵਿਸ਼ਵ ਪੱਧਰ ਤੇ ਆਇਆ ਸੀ ਉਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਭਾਰਤੀ ਮਾਵਾਂ ਨੇ ਨਾ ਜਿਹੜੀਆਂ, ਖਾਸ ਕਰਕੇ ਸਰੋਗੇਸੀ ਜੋ ਸਿਲਸਿਲਾ ਕਿਰਾਏ ਦੀ ਕੁੱਖ, ਕਿ ਤੁਸੀਂ ਆਪਣਾ ਭਰੂਣ ਕਿਸੇ ਬਗਾਨੀ ਕੁੱਖ 'ਚ ਰੱਖੋ ਤੇ ਉਹ ਔਰਤ ਤੁਹਾਨੂੰ ਬੱਚਾ ਪੈਦਾ ਕਰਕੇ ਦਿੰਦੀ ਹੈ, ਤੁਹਾਡਾ ਬੱਚਾ, ਇਹ ਕਾਨੂੰਨਨ ਹੈ।
ਇਹ ਸਿਲਸਿਲਾ ਗੁਜਰਾਤ ਤੋਂ ਸ਼ੁਰੂ ਹੋਇਆ ਸੀ। ਬਹੁਤ ਸਾਰੀਆਂ ਲੋੜਵੰਦ, ਬਹੁਤ ਸਾਰੀਆਂ ਗਰੀਬ ਔਰਤਾਂ ਆਪਣੀ ਰੋਜ਼ਮर्रा ਦੇ ਵਾਸਤੇ ਸਰੋਗੇਸੀ ਮਦਰ ਬਣਨ ਨੂੰ ਤਵੱਜੋ ਦਿੰਦੀਆਂ ਸੀ, ਸਰੋਗੇਟ ਮਾਂ ਬਣ ਰਹੀਆਂ ਸੀ। ਇਸ ਦੌਰਾਨ ਗੁਜਰਾਤ ਦੇ ਵਿੱਚ ਨੌਕਰੀ ਖੁੱਸਣ ਕਰਕੇ ਬਹੁਤ ਸਾਰੀਆਂ ਔਰਤਾਂ ਨੇ ਹੁਣ ਕੁੱਖ ਕਿਰਾਏ ਤੇ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ। ਸਰੋਗੇਸੀ ਦੇ ਵਾਸਤੇ ਰੇਟ ਹੈ ਜਿਹੜਾ 3-4 ਲੱਖ ਰੁਪਏ ਮਿਲ ਰਹੇ ਨੇ। ਨੌਕਰੀਆਂ ਖੁੱਸਣ ਕਾਰਨ ਗੁਜਰਾਤਨ ਬੀਬੀਆਂ ਇਸ ਪਾਸੇ ਆ ਰਹੀਆਂ ਨੇ। ਉਸ ਖਬਰ ਤੇ ਚਰਚਾ ਜ਼ਿਕਰ ਸਾਡੇ ਸਪਾਂਸਰ ਸਾਹਿਬ ਦਾ। ਤੁਸੀਂ ਕੋਈ ਗੱਲ ਕਰਨੀ ਹੈ ਤਾਂ ਲਾਈਨਾਂ ਇਸ ਵਕਤ ਖੁੱਲੀਆਂ ਨੇ। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਤੁਸੀਂ ਡਰਾਈਵਿੰਗ 'ਚੋਂ ਰਿਨਿਊਅਲ ਹੋਣ ਵਾਲੀ ਹੈ ਤਾਂ ਤੁਰੰਤ ਟੋਰਾਂਟੋ ਦੇ ਵਿੱਚ ਪੈਣ ਵਾਲੀ ਮਨਦੀਪ ਕੌਰ ਨਾਲ ਸੰਪਰਕ ਕਰੋ, ਜਿਨ੍ਹਾਂ ਦਾ ਨੰਬਰ ਹੈ 647 615 5000 647 615 5000 ਤੇ ਇਸ ਨੰਬਰ ਤੇ ਸੰਪਰਕ ਕੀਤਾ ਜਾ ਰਿਹਾ। ਤੇ ਝੱਖੜ ਝਾਂਜਾ ਝੁੱਲ ਰਿਹਾ ਹੈ। ਅਸੀਂ ਆਮ ਲੋਕ, ਵੱਡੇ ਲੋਕ, ਛੋਟੇ ਲੋਕ, ਹਰ ਕੋਈ ਜਿਹੜਾ ਹੈਗਾ ਇਸ ਝੱਖੜ ਝਾਂਜੇ ਜਾਂ ਬਿਜਲੀ ਦੇ ਤਲਖ ਤਜਰਬੇ ਸਾਡੇ ਸਾਰਿਆਂ ਕੋਲ ਨੇ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਹਰ ਇੱਕ ਨੇ ਕੋਈ ਜਦੋਂ ਮੀਂਹ ਪੈਂਦਾ ਸੀ, ਕੋਈ ਰੇਹੜੀ ਥੱਲੇ ਵੜਦੇ ਸੀ, ਫਿਰ ਕਹਿੰਦੇ ਸੀ ਨਾ ਉਹ ਰੇਹੜੀ ਤੇ ਲੋਹਾ ਲੱਗਿਆ ਹੁੰਦਾ, ਇਹਦੀ ਚਮਕ ਨਾਲ ਬਿਜਲੀ ਡਿੱਗ ਜਾਂਦੀ ਹੈ। ਬਹੁਤ ਸਾਰੇ ਲੋਕ ਦਰਖਤਾਂ ਥੱਲੇ ਖੜ੍ਹਦੇ ਨੇ ਬਚਾਅ ਤੋਂ, ਪਰ ਦਰਖਤ ਕਿਉਂਕਿ ਸੋਰਸ ਬਣ ਜਾਂਦਾ ਬਿਜਲੀ ਦੇ ਪਾਸ ਹੋਣ ਦਾ, ਗਾਜ ਕਹਿੰਦੇ ਜਿਹਨੂੰ, ਗਾਜ ਡਿੱਗਣ ਦਾ, ਅਸਮਾਨੀ ਬਿਜਲੀ ਦਾ। ਤੇ ਇਸ ਕਰਕੇ ਦਰਖਤਾਂ ਥੱਲੇ ਖੜੇ ਬਹੁਤ ਸਾਰੇ ਲੋਕ ਨੇ ਜਿਹੜੇ ਅਸਮਾਨੀ ਬਿਜਲੀ ਡਿੱਗਣ ਦਾ ਸ਼ਿਕਾਰ ਹੁੰਦੇ ਨੇ। ਤੁਹਾਡਾ ਕੋਈ ਤਜਰਬਾ ਹੋਵੇ ਇਸ ਝੱਖੜ ਝਾਂਜੇ ਦੇ ਦੌਰਾਨ, ਇੰਡੀਆ ਵਾਲੇ ਤਾਂ ਕਾਲ ਨਹੀਂ ਕਰ ਸਕਣਗੇ, ਤੇ ਵਿਦੇਸ਼ 'ਚੋਂ ਕਿਸੇ ਦਾ ਕੋਈ ਤਜਰਬਾ ਹੋਵੇ ਤਾਂ ਜ਼ਰੂਰ ਸਾਂਝੇ ਕਰੋ, ਕਿਉਂਕਿ ਉਹ ਬਿਜਲੀ ਡਿੱਗਣ ਵਾਸਤੇ ਜਿਹੜਾ ਜੰਤਰ ਤੋਂ ਬਚਾਅ ਦੇ ਵਾਸਤੇ ਜਿਹੜਾ ਜੰਤਰ ਲਾਇਆ ਜਾਂਦਾ ਹੈ, ਬੋਰ ਕਰਾ ਕੇ ਬਹੁਤ ਸਾਰੇ ਲੋਕ ਉੱਚੀਆਂ ਬਿਲਡਿੰਗਾਂ ਨੇ ਜਿਨ੍ਹਾਂ ਦੀਆਂ ਲਾਉਂਦੇ ਵੀ ਨੇ, ਉਹ ਫਾਇਦੇਮੰਦ ਵੀ ਹੈ। ਸਾਡੇ ਤਾਂ ਇਹੀ ਕੰਸਰਟ ਹੈ ਕਿ ਮਾਮਾ ਭਾਣਜਾ ਇਕੱਠੇ ਨਾ ਬੈਠੋ ਤੇ ਬਿਜਲੀ ਡਿੱਗ ਜਾਏਗੀ। ਅਸੀਂ ਤਾਂ ਇਹ ਦਰਦ ਝੱਲਿਆ। ਨਾਨਕੇ ਜਾਣਾ ਮੀਂਹ ਪੈਂਦੇ 'ਚ, ਕਿਉਂਕਿ ਸਾਰੇ ਲੋਕ ਵਿਹਲੇ ਹੁੰਦੇ ਸੀ, ਸਾਰੇ ਸੀਰੀ ਸਾਂਝੀ ਸਾਰਿਆਂ ਨੇ ਇਕੱਠੇ ਹੋ ਕੇ ਬਹਿ ਜਾਣਾ, ਤੇ ਸਾਡੇ ਲਈ ਇਹ ਤਰਾਸਦੀ ਸ਼ੁਰੂ ਹੋਣਾ ਕਿ ਕਿਸੇ ਨੂੰ ਯਾਦ ਨਾ ਆ ਜਾਏ ਨਾਨਕੇ ਗਿਆ ਨੂੰ। ਉਹਨਾਂ ਨੇ ਜਦੇ ਕਹਿਣਾ ਚਲੋ ਮਾਮਾ ਭਾਣਜਾ ਇਕੱਠੇ ਨਹੀਂ ਬਹਿੰਦੇ ਹੁੰਦੇ, ਚਲੋ ਭੱਜੋ ਤੁਸੀਂ ਅੰਦਰ। ਤੇ ਸਾਨੂੰ ਬਹੁਤ ਹੌਲ ਪੈਣਾ ਕਿ ਕਿਹਨੇ ਇਹ ਮਿੱਥ ਬਣਾਈ ਹੈ। ਕੰਸ ਦੇ, ਕ੍ਰਿਸ਼ਨ ਜੀ ਦੇ ਜ਼ਮਾਨੇ ਤੋਂ ਇਹ ਗੱਲਾਂ ਚੱਲੀਆਂ, ਪਰ ਸਾਨੂੰ ਇਹਦਾ ਬਹੁਤ ਨੁਕਸਾਨ ਹੋਣਾ। ਅਸੀਂ ਕੋਸ਼ਿਸ਼ ਕਰਨੀ ਜਾਂ ਅਸੀਂ ਉਹ ਗੱਲ ਹੀ ਨਾ ਉਸ ਪਾਸੇ ਚੱਲਣ ਦੇਣੀ, ਬਿਜਲੀ ਵਾਲੇ ਪਾਸੇ, ਕਿ ਇਹਨਾਂ ਦੀਆਂ ਗੱਲਾਂ ਸੁਣੋ, ਟੁੱਟ ਕੇ ਸੁਣੋ, ਇਹਨਾਂ ਦੀਆਂ ਕਹਾਣੀਆਂ ਸੁਣੋ। ਜਦੋਂ ਸਾਰੇ ਇਕੱਠੇ ਬੈਠੇ ਹੁੰਦੇ ਸੀ, ਗਰਮ ਗਰਮ ਚਾਹ ਆ ਜਾਣੀ ਪਿੱਤਲ ਦੇ ਗਲਾਸਾਂ 'ਚ, ਪਿੱਤਲ ਦਾ ਜੱਗ ਭਰ ਕੇ, ਤੇ ਸਾਡੀ ਨਾਨੀ ਜੀ ਹੋਰਾਂ ਨੇ ਚਾਹ ਚੂ ਖੁੱਲੀ ਬਣਾਉਂਦੇ ਸੀ ਜਰਗ ਦੇ ਮੇਲੇ ਵੇਲੇ। ਸਾਰਾ ਦਿਨ ਉਹਨਾਂ ਦਾ ਪਤੀਲਾ ਤਪਦਾ ਰਹਿੰਦਾ ਸੀਗਾ, ਚੁੱਲ੍ਹਾ। ਤੇ ਇਸ ਦੌਰਾਨ ਉਹਨਾਂ ਨੇ ਵੀ ਜਦੋਂ ਆਉਣਾ, ਉਹਨਾਂ ਨੇ ਵੀ ਵਰਜਣਾ ਕਿ ਚੱਲ ਤੇ ਤੂੰ ਉਧਰ ਚੱਲ ਸਾਡੇ ਵੱਲ, ਇੱਥੇ ਮਾਮਿਆਂ ਕੋਲ ਨਹੀਂ ਬਹਿਣਾ, ਬਿਜਲੀ ਡਿੱਗ ਜਾਊਗੀ। ਤੇ ਸਾਡੇ ਤੇ ਮਤਲਬ ਬਹੁਤ ਬਿਜਲੀ ਡਿੱਗਦੀ ਸੀ ਫਿਰ ਉਦੋਂ, ਕਿਉਂਕਿ ਅਸੀਂ ਉਸ ਲੁਤਫ ਤੋਂ, ਵਿਰਾਸਤ ਦੀਆਂ ਗੱਲਾਂ ਜਿਹੜੀਆਂ ਸੁਣੀਆਂ ਨੇ ਨਾ, ਹੁਣ ਜਿਹੜੀਆਂ ਕੰਮ ਆਉਂਦੀਆਂ ਬ੍ਰੌਡਕਾਸਟਿੰਗ 'ਚ, ਇਹ ਉਹਨਾਂ ਲੋਕਾਂ ਤੋਂ ਹੀ ਸੁਣੀਆਂ ਨੇ। ਸੋ ਇਸ ਕਰਕੇ ਮਾਮੇ ਭਾਣਜੇ ਨੂੰ ਵਰਜਿਆ ਜਾਂਦਾ ਸੀ। ਤੁਹਾਡਾ ਕੋਈ ਇਸ ਤਰ੍ਹਾਂ ਦਾ ਬਿਜਲੀ ਦਾ, ਝੱਖੜ ਝਾਂਜੇ ਦਾ ਮਾੜਾ ਤਜਰਬਾ ਹੋਵੇ ਤਾਂ ਉਸ ਦੇ ਲਈ ਆਪ ਦਾ ਸਵਾਗਤ ਹੈ। ਆਪਣਾ ਬਾਈ ਜੀ ਅਵਤਾਰ ਸਿੰਘ ਜੁੜੇ ਨੇ ਘੜੂਏ ਵਾਲੇ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਾਹਿਬ ਅਵਤਾਰ ਸਿੰਘ ਜੀ। ਮੇਰਾ ਪਿੰਡ ਸੁਹਾਣਾ ਜੀ। ਸੁਹਾਣਾ ਮੈਨੂੰ ਕਨਫਿਊਜ਼ਨ ਹੋ ਜਾਂਦੀ ਹੈ ਘੜੂਏ ਸੁਹਾਣੇ ਦੀ। ਅੱਛਾ, ਮੇਰੇ ਨਾਲ ਸਾਡੇ ਨਾਲ ਹੋਇਆ ਜੀ 2005 ਚ। ਅੱਛਾ, ਅਮਰੀਕਾ ਚ ਸਾਡੇ ਗੈਸ ਦੇ ਸਰਵਰ ਟਰੱਕ ਸਟਾਪ ਸੀਗਾ, ਉਹਦੇ ਵਿੱਚ ਸਾਰੇ ਪੰਪ ਸੜ ਗਏ, ਰਜਿਸਟਰ ਸਾਰੇ ਜਿਹੜੀ ਪਾਵਰ ਚਲੀ ਗਈ। ਮੇਰਾ ਖਿਆਲ $25,000 ਦਾ ਮੇਰਾ ਨੁਕਸਾਨ ਹੋਇਆ ਸੀ ਉਸ ਟਾਈਮ। ਪਰ ਸਾਰੇ ਤਾਂ ਉਹਦੇ ਇੰਸ਼ੋਰੈਂਸ ਪੇ ਕਰਦੀ ਹੈ, ਤੇ ਜ਼ਿਆਦਾਤਰ ਲਾਈਟਿੰਗ ਇਹ ਤਾਂ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਇੰਟਰਨੈਟ ਚੱਲਦਾ ਹੁੰਦਾ ਜੀ। ਇੰਟਰਨੈਟ ਕਾਰਨ ਹੁੰਦੀ ਹੈ ਜੀ। ਹਾਂ, ਇਹ ਵੀ ਮੰਨਦੇ ਆ ਲੋਕ, ਇੰਟਰਨੈਟ ਕਾਰਨ ਮੰਨਦੇ ਆ ਕਿ ਵੇਵਜ਼ ਨੇ ਜਿਹੜੀਆਂ ਹੁੰਦੀਆਂ ਨੇ। ਮੈਂ ਅੰਦਰ ਖੜਾ ਸੀ, ਸਾਨੂੰ ਕੁਝ ਨਹੀਂ ਹੋਇਆ। ਸਾਨੂੰ ਤਾਂ ਸੜੇ ਮੇਰੀ ATM ਮਸ਼ੀਨ ਤੱਕ ਸੜ ਗਈ ਸੀ ਸਾਡੀ ਜੀ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਬਾਈ ਜੀ ਸਾਹਿਬ। ਅਵਤਾਰ ਸਿੰਘ ਬਾਈ ਜੀ ਜੁੜੇ ਸੀ ਸੁਹਾਣੇ ਵਾਲੇ, ਆਪਣਾ ਤਜਰਬਾ ਸੀ। ਹਾਂ, ਹੁਣ ਇਹ ਗੱਲਾਂ ਆ ਰਹੀਆਂ ਨੇ ਕਿ ਇੰਟਰਨੈਟ ਫੋਨ ਤੁਸੀਂ ਯੂਜ਼ ਨਾ ਕਰੋ, ਸੈੱਲ ਫੋਨ ਯੂਜ਼ ਨਾ ਕਰੋ, ਇਹਦੇ ਨਾਲ ਵੀ ਵੇਵਜ਼ ਆਉਂਦੀਆਂ ਨੇ, ਪਰ ਇਹਦੀ ਪੁਸ਼ਟੀ ਪੂਰੀ ਤਰ੍ਹਾਂ ਨਹੀਂ ਹੈ। ਪੁਸ਼ਟੀ ਤਾਂ ਇਹੀ ਹੈ ਕਿ ਜਦੋਂ ਨੈਗੇਟਿਵ ਪੋਜ਼ਿਟਿਵ ਵੇਵਜ਼ ਬਣਦੀਆਂ ਨੇ ਤਾਂ ਉਸ ਪਾਵਰ ਨੂੰ ਜਿਹੜੀ ਬੱਦਲਾਂ ਦੀ ਗੜਗਾਹਟ ਦੇ ਦੌਰਾਨ ਬਣਦੀ ਹੈ, ਉਹਨੂੰ ਧਰਤੀ 'ਚ ਜਜ਼ਬ ਹੋਣ ਵਾਸਤੇ ਕੋਈ ਸੋਰਸ ਚਾਹੀਦਾ। ਉਹਦੇ ਲਈ ਠੋਸ ਸੋਰਸ, ਕੋਈ ਬਿਲਡਿੰਗ, ਕੋਈ ਦਰਖਤ, ਕੋਈ ਅਜਿਹੀ ਚੀਜ਼। ਕੋਈ ਕਹਿੰਦੇ ਸੱਪ ਤੇ ਡਿੱਗਦੀ ਹੈ, ਹੁਣ ਸੱਪ ਦਾ ਕਿਹੜਾ ਦੱਸੋ ਟਾਵਰ ਲੱਗਿਆ ਹੋਇਆ। ਇਹ ਚੀਜ਼ਾਂ ਸਾਡੇ ਮਿੱਥ ਨੇ ਧਰਮਾਂ ਦੀਆਂ। ਹਾਂ, ਪ੍ਰੈਕਟੀਕਲ ਜਿਹੜੀ ਚੀਜ਼ ਹੈ ਕਿ ਉੱਚੀ ਬਿਲਡਿੰਗ ਦੇ ਥਰੂ ਉਹ ਪਾਸ ਹੁੰਦੀ ਹੈ ਨਾ, ਕੋਈ ਸੋਰਸ ਜਿਹੜਾ ਨੇੜੇ ਉਸ ਦੇ ਰਾਹੀਂ ਉਹ ਪਾਸ ਹੁੰਦੀ।
ਤੇ ਧਰਮਾਂ ਦੇ ਵਿੱਚ ਇਸ ਨੂੰ ਜਿਸ ਤਰ੍ਹਾਂ ਉਹ ਮਹਾਭਾਰਤ ਦਾ ਕੰਸੈਪਟ ਆਉਂਦਾ ਕਿ ਉਹ ਲੜਕੀ ਨੂੰ ਮਾਰਿਆ ਗਿਆ ਸੀਗਾ ਤੇ ਉਹ ਬਿਜਲੀ ਬਣ ਕੇ ਅਸਮਾਨ ਨੂੰ ਗਈ ਸੀ, ਇਸੇ ਕਰਕੇ ਉਹ ਮਾਮੇ ਤੇ ਡਿੱਗਦੀ ਹੈ ਤੇ ਭਾਣਜੇ ਤੇ ਕਿਉਂ ਡਿੱਗੇ ਫਿਰ। ਖੈਰ, ਵਾਸ਼ਿੰਗਟਨ ਫਰੀਟ ਸਰਵਿਸ ਹੈ ਸਿਆਟਲ ਦੇ ਵਿੱਚ, ਜਿਨ੍ਹਾਂ ਕੋਲ ਸਿਆਟਲ ਇਲਾਕੇ ਦੇ ਲੋਕਲ ਲੋੜ ਨੇ ਤੇ ਤੁਸੀਂ ਦਿਨ ਰਾਤ, ਖਾਸ ਕਰਕੇ ਰਾਤ ਦੀ ਜੌਬ ਤੋਂ ਬਚ ਸਕਦੇ ਹੋ। ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ। ਵਾਸ਼ਿੰਗਟਨ ਫਰੀਟ ਸਰਵਿਸ ਵਾਲਿਆਂ ਨਾਲ ਯਾਰੀ ਪਾਓ ਕਿਉਂਕਿ ਇਹਨਾਂ ਨੂੰ ਓਨਰ, ਆਪਰੇਟਰ ਤੇ ਡਰਾਈਵਰਾਂ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ। ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਮਿਲਦੀ ਹੈ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924, ਯਾਨੀ ਕਿ 253-266-6924। ਇਸੇ ਤਰ੍ਹਾਂ ਬਾਈ ਜੀ ਗੁਰਵਿੰਦਰ ਸਿੰਘ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060, 206 354 4060 ਤੇ ਕਾਲ ਕਰ ਸਕਦੇ ਹੋ ਵਾਸ਼ਿੰਗਟਨ ਫਰੀਟ ਸਰਵਿਸ ਵਾਲਿਆਂ ਦੇ ਨਾਲ। ਅਮਰੀਕਨ ਕੰਪਨੀਆਂ ਦੇ ਵਿੱਚ 5 ਸਾਲ ਦਾ ਕੰਮ ਕਰਨ ਦਾ ਤਜਰਬਾ ਹੈ ਤਰਸੇਮ ਸਿੰਘ ਗਿੱਲ ਹੋਰਾਂ ਨੂੰ, ਜਿਨ੍ਹਾਂ ਕੋਲ ਤੁਸੀਂ ਬਿਜ਼ਨਸ, ਵਪਾਰ, ਕਾਰੋਬਾਰ ਦੀ ਰਿਟਰਨ ਫਾਈਲ ਕਰਾ ਸਕਦੇ ਹੋ। ਇਸ ਦੇ ਨਾਲ ਜੇ ਤੁਸੀਂ ਅਮਰੀਕਨ ਇਮੀਗ੍ਰੇਸ਼ਨ ਦਾ ਕੋਈ ਕੰਮ ਕਰਨਾ ਹੈ, ਤੁਹਾਡਾ ਕੋਈ ਕੰਮ ਹੈ, ਤੁਸੀਂ ਸਪਾਊਸ ਕੇਸ ਅਪਲਾਈ ਕਰਨਾ, ਗ੍ਰੀਨ ਕਾਰਡ, ਵਰਕ ਪਰਮਿਟ ਜਾਂ ਕੋਈ ਹੋਰ ਇਮੀਗ੍ਰੇਸ਼ਨ ਦਾ ਕੰਮ ਹੈ, ਤਾਂ ਵੀ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਹੈ ਪੈਂਸਿਲਵੇਨੀਆ 'ਚ ਵਸਦੇ ਅਮਰੀਕਾ ਦੇ ਪੜ੍ਹੇ ਲਿਖੇ ਤਰਸੇਮ ਸਿੰਘ ਗਿੱਲ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਜ਼ਿਕਰ ਕਰਨ ਤੇ ਹੋਰ ਰਿਆਇਤ ਮਿਲੇਗੀ। ਤਰਸੇਮ ਸਿੰਘ ਹੋਰਾਂ ਦਾ ਨੰਬਰ ਹੈ 484 764 9861, ਯਾਨੀ ਕਿ 484-764-9861। ਆਪਣੇ ਨਾਲ ਸਰੋਤੇ ਜੁੜੇ ਨੇ। ਸਵਾਗਤ ਸਰ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਬਾਈ। ਰਾਮ ਮਾਨੂ ਬੋਲ ਰਿਹਾ ਜੀ। ਹਾਂਜੀ, ਦੁਬਾਰਾ ਫੇਰ ਜੁੜਿਆ ਤੁਹਾਡੇ ਵਾਲਿਓ। ਸਰ ਇੱਕ ਤਾਂ ਤੁਹਾਡਾ ਸਰ ਕੁਐਸਚਨ ਸੀ ਮੇਰਾ ਸਰ, ਇੱਕ ਨੋਨ ਆ ਤੇ ਉਹਨੂੰ ਨਾ ਬੁਖਾਰ ਚੜਿਆ ਸੀ, ਉਹਦੇ ਵਿੱਚ ਕਰੋਨਾ ਦਾ ਇੰਜੈਕਸ਼ਨ ਲਵਾ ਲਿਆ। ਉਹ ਕਾਫੀ ਵੀਕਨੈਸ ਆਈ ਹੋਈ ਸੀ, 7-8 ਦਿਨ ਹੋ ਗਏ ਤੇ ਉਹਦੇ ਵਾਸਤੇ ਜੇ ਤੁਹਾਡੇ ਕੋਲ ਕੋਈ ਆਈਡੀਆ ਹੋਇਆ ਤਾਂ ਉਹ ਵੀ ਦੱਸ ਦਿਓ। ਤੇ ਇੱਕ ਸਰ ਮੁੱਖ ਮੰਤਰੀਆਂ ਦੀ ਗੋਲੀ ਜਿਹੜੀ ਦਿੱਤੀ ਹੈ ਸੰਤਰੇ ਵਾਲੀ, ਇਹ ਮੇਰੇ ਹਿਸਾਬ ਨਾਲ ਗੋਲੀ ਹੈ ਜੀ, ਸੰਤਰਾ ਨਹੀਂ ਦੇਣਾ ਜਾਣ ਕੇ ਇਹਨਾਂ ਨੇ ਖਾਣਾ ਇਹਨਾਂ ਨੂੰ। ਉਹ ਸਿਰਫ ਗੋਲੀ ਹੈ, ਸੰਤਰੇ ਦੀ ਫੀਲਿੰਗ ਦਵਾ ਦੇਣੀ ਹੈ ਸਰ, ਟੌਫੀ ਸੰਤਰੇ ਵਾਲੀ ਖਵਾ ਕੇ ਇਹਨਾਂ ਨੇ। ਆਫ ਦੀ ਏਅਰ ਗੱਲ ਕਰਦੇ ਹਾਂ ਆਪਾਂ ਉਸ ਪੇਸ਼ੈਂਟ ਬਾਰੇ। ਵੈਸੇ 1-2 ਦਿਨ ਬੁਖਾਰ ਵਗੈਰਾ ਹੁੰਦਾ ਤੇ ਕੋਈ ਇਹਦੇ ਨਾਲ ਜਿਹੜੇ ਵੈਕਸੀਨ ਨਾਲ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ। ਨਹੀਂ ਸਰ, ਬੁਖਾਰ ਚੜਿਆ ਹੋਇਆ ਸੀ ਜੀ ਉਹਨਾਂ ਨੂੰ, ਬੁਖਾਰ ਚੜੇ ਦੇ ਵਿੱਚ ਨਾ ਉਹਨਾਂ ਨੇ ਵੈਕਸੀਨ ਲਵਾ ਲਈ ਤੇ ਉਹ ਮਤਲਬ ਕਿ 7-8 ਦਿਨ ਹੋ ਗਏ, ਕਾਫੀ ਵੀਕਨੈਸ। ਓਕੇ, ਕੋਈ ਨਹੀਂ, ਮੈਂ ਬਾਅਦ 'ਚ ਗੱਲ ਕਰ ਲੈਂਦੇ ਹਾਂ। ਠੀਕ ਹੈ, ਥੈਂਕ ਯੂ ਮਾਨੂਕੇ ਸਾਹਿਬ। ਤੇ ਇਸ ਦੇ ਨਾਲ ਬੇਕਰਸਫੀਲਡ ਦੇ ਵਿੱਚ ਅਗਰ ਤੁਸੀਂ ਵਿਚਰਦੇ ਹੋ ਤਾਂ ਆਪਣੀ ਗੱਡੀ ਨੂੰ ਬ੍ਰੇਕ ਮਾਰੋ ਯੂਨੀਅਨ ਵਿਲੇਜ ਟਰੱਕ ਸਟਾਪ ਤੇ, ਜਿੱਥੇ ਨਾਲ ਇੰਡੀਅਨ ਰੈਸਟੋਰੈਂਟ ਵੀ ਬਣਿਆ ਹੋਇਆ। ਤੁਸੀਂ ਦੇਸੀ ਘਿਓ ਦੇ ਪਰੌਂਠੇ ਦਾ ਦਹੀਂ ਨਾਲ ਲੁਤਫ ਲਓ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜਿਪ ਕੋਡ ਹੈ 93307। ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ, ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਅਦਾਰਾ, ਜਿਨ੍ਹਾਂ ਦਾ ਨੰਬਰ ਹੈ 661 304 7500, 661 304 7500। ਤੁਸੀਂ ਵੀ ਆਪਣੇ ਕਿਸੇ ਵਪਾਰ ਕਾਰੋਬਾਰ ਦੀ ਇਸ਼ਤਿਹਾਰ ਲਾਉਣਾ, ਐਡ ਲਾਉਣੀ ਤਾਂ ਸੰਪਰਕ ਕਰ ਸਕਦੇ ਹੋ। ਬਹੁਤ ਨੋਮੀਨਲ ਰੇਟ ਨੇ ਸਾਡੇ। ਤੇ ਇਸ ਦੇ ਨਾਲ ਪ੍ਰੋਗਰਾਮ ਪਸੰਦ ਕਰਦੇ ਹੋ, ਸਬਸਕ੍ਰਿਪਸ਼ਨ ਲੈ ਸਕਦੇ ਹੋ। ਆਪ ਜੀ ਦਾ ਧੰਨਵਾਦ। ਆਪਣੀ ਇੱਛਾ ਦੇ ਮੁਤਾਬਕ ਜਿੰਨਾ ਵੀ ਤੁਸੀਂ ਚਾਹੋ, ਵੈਸੇ ਤਾਂ ਵੀਡਲ ਮੰਥਲੀ ਹੈ, ਜੇ ਜਿੰਨਾ ਵੀ ਚਾਹੋ ਤੁਸੀਂ ਕਰ ਸਕਦੇ ਹੋ। ਤੇ ਕਿਉਂਕਿ ਤੁਹਾਡੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਅਦਾਰੇ ਨੇ ਅੱਗੇ ਵਧਣਾ। ਤੁਹਾਡੀ ਸਪੋਰਟ ਲਈ ਧੰਨਵਾਦ। ਤੇ ਇਸ ਦੇ ਨਾਲ ਜਿਹੜੀ ਤੁਸੀਂ ਬਹੁਤ ਵਧੀਆ ਸਪੋਰਟ ਕਰ ਸਕਦੇ ਹੋ, ਮੇਰੇ ਖਿਆਲ ਸਬਸਕ੍ਰਿਪਸ਼ਨ ਜਾਂ ਉਸ ਚੀਜ਼ ਨਾਲੋਂ ਮੈਂ ਸਮਝਦਾ ਕਿ ਜੇ ਆਪਣੇ ਕੋਲ ਅੱਛੀ ਤਾਦਾਦ ਦੇ ਵਿੱਚ ਆਪਣੀ ਲਿਸਨਰਸ਼ਿਪ ਵੱਧ ਜਾਂਦੀ ਹੈ ਤੇ ਆਪਾਂ ਨੂੰ ਫਿਰ ਸੋਰਸ ਜਿਹੜੇ ਉਹ YouTube ਵਗੈਰਾ ਤੋਂ ਵੀ ਬਣ ਜਾਂਦੇ ਨੇ। ਸੋ ਇਸ ਕਰਕੇ ਜਿਹੜਾ ਆਪਣਾ YouTube ਚੈਨਲ ਹੈ ਸੋ ਸਬਸਕ੍ਰਾਈਬ ਕਰੋ, ਅੱਗੇ ਦੋਸਤਾਂ ਮਿੱਤਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜੇ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਚਾਹੁੰਦੇ ਹੋ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਅੱਗੇ ਇਸ ਦੇ ਮੁਤਲਕ ਦੱਸੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। ਸਤਿ ਸ਼੍ਰੀ ਅਕਾਲ ਟਿਵਾਣਾ ਸਾਹਿਬ, ਮੈਂ ਦਵਿੰਦਰ ਕੌਰ ਮੰਡੀ ਗੋਬਿੰਦਗੜ੍ਹ ਤੋਂ ਬੋਲ ਰਹੀ ਹਾਂ। ਹਾਂਜੀ ਭੈਣ ਰਾਣੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਹਾਂਜੀ ਠੀਕ ਠਾਕ ਸਰ, ਤੁਸੀਂ ਠੀਕ ਹੋ? ਹਾਂਜੀ ਭੈਣ ਰਾਣੀ, ਸਭ ਵਧੀਆ, ਦੁਆਵਾਂ ਤੁਹਾਡੀਆਂ ਭੈਣਾਂ ਦੀਆਂ ਜੀ। ਹਾਂਜੀ ਅਸੀਂ ਬੜੇ ਸ਼ੌਕ ਨਾਲ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ, ਬੱਚੇ ਵੀ, ਅਸੀਂ ਵੀ। ਮੈਂ ਮੇਰੇ ਹਸਬੈਂਡ ਗੁਰਮੀਤ ਸਿੰਘ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਨੇ। ਅੱਛਾ ਭਾਜੀ ਗੁਰਮੀਤ ਸਿੰਘ ਹੋਰਾਂ ਦੇ ਘਰੋਂ ਜੀ ਭੈਣ ਰਾਣੀ। ਹਾਂਜੀ ਸਰ, ਮੈਂ ਪੁੱਛਣਾ ਸੀ ਕਿ ਮੈਂ ਨਾ 14 ਅਪ੍ਰੈਲ ਨੂੰ ਫਸਟ ਡੋਜ਼ ਲਗਵਾਈ ਸੀ ਕਰੋਨਾ ਵੈਕਸੀਨ ਦੀ, ਤੇ ਦੁਬਾਰਾ ਮਤਲਬ ਕਦੋਂ ਇਹ ਰਿਪੀਟ ਹੋਏਗੀ? ਕੋਈ ਕਹਿ ਰਿਹਾ ਕਿ 3 ਮੰਥਸ ਬਾਅਦ, ਕੋਈ ਕਿੰਨਾ ਮਤਲਬ ਟਾਈਮ ਜਿਹੜਾ ਅਲੱਗ-ਅਲੱਗ ਦੱਸ ਰਹੇ ਨੇ। ਦੁਬਾਰਾ ਕਦੋਂ ਲੱਗਣੀ ਚਾਹੀਦੀ? ਇਹ ਵੈਸੇ ਤਾਂ ਜਿਹੜਾ ਹੁਣ ਤੁਸੀਂ ਜਿਹੜਾ ਇੰਜੈਕਸ਼ਨ ਲਵਾਇਆ ਨਾ, ਉਹ ਤੁਹਾਨੂੰ ਬਿਹਤਰ ਦੱਸ ਸਕਦੇ ਆ ਭੈਣ ਰਾਣੀ।
ਉਹਨਾਂ ਦੇ ਰਿਕਾਰਡ 'ਚ ਹੁੰਦਾ, ਉਹ ਆਪ ਹੀ ਤੁਹਾਨੂੰ ਇਹਦਾ ਇੰਜੈਕਟ ਕਰਨਗੇ ਜਦੋਂ ਵੀ ਉਹਨਾਂ ਨੂੰ ਹੋਇਆ। ਜਿਸ ਸੈਂਟਰ ਤੋਂ ਤੁਸੀਂ ਲਗਵਾਈ ਆ ਉਹਨਾਂ ਤੋਂ ਮਸ਼ਵਰਾ ਮੇਰੇ ਖਿਆਲ ਬਿਹਤਰ ਰਹੇਗਾ। ਬਾਕੀ ਆਪਾਂ ਆਫ ਦੀ ਗੱਲ ਕਰ ਲੈਂਦੇ ਹਾਂ। ਠੀਕ ਹੈ ਭੈਣ ਜੀ? ਠੀਕ ਹੈ ਜੀ, ਠੀਕ ਹੈ। ਤੁਹਾਨੂੰ ਕੋਈ ਬੁਖਾਰ ਵਗੈਰਾ ਕੋਈ ਦਿੱਕਤ ਤਾਂ ਨਹੀਂ ਸੀ ਮਹਿਸੂਸ ਹੋਈ ਇੰਜੈਕਸ਼ਨ ਤੋਂ ਬਾਅਦ? ਫਸਟ ਡੋਜ਼ ਤੋਂ ਬਾਅਦ ਹੁੰਦਾ ਸੀ 2 ਦਿਨ ਬੁਖਾਰ ਮੈਨੂੰ ਚੜਿਆ ਤੇ ਉਸ ਤੋਂ ਬਾਅਦ ਹਾਂਜੀ ਕੜਾਹ ਜਿਹਾ ਚੜਿਆ ਸੀਗਾ ਔਰ ਫਿਰ 2-3 ਦਿਨ ਬਾਅਦ ਠੀਕ ਹੋ ਗਿਆ। ਹਾਂ, ਉਹ ਤਾਂ ਮਤਲਬ ਇੰਜੈਕਸ਼ਨ ਦਾ ਅਸਰ ਵੀ ਦੱਸਦਾ। ਜਿਵੇਂ ਆਪਣੇ ਬਚਪਨ 'ਚ ਕਈ ਟੀਕੇ ਲੱਗਦੇ ਸੀ, ਸਟਰੋਂਗ ਹੁੰਦੇ ਸੀ, ਉਹਨਾਂ ਨਾਲ ਵੀ ਬਾਂਹ ਕੱਟਦੀ ਸੀ, ਜ਼ਖਮ ਵੀ ਹੋ ਜਾਂਦਾ ਸੀ ਕਈਆਂ ਨਾਲ ਤਾਂ ਜਦੋਂ ਉਹ ਇੰਜੈਕਸ਼ਨ ਏਦਾਂ ਦੇ ਹੁੰਦੇ ਸੀ। ਉਸ ਟਾਈਪ ਇਹ ਡੋਜ਼ ਹੈ ਜੀ। ਜੀ ਥੈਂਕ ਯੂ ਸਰ। ਥੈਂਕ ਯੂ ਭੈਣ ਰਾਣੀ, ਥੈਂਕ ਯੂ, ਮਿਹਰਬਾਨੀ। ਪਰ ਫਿਰ ਵੀ ਇਹਦਾ ਫਾਇਦਾ, ਜਿਸ ਤਰ੍ਹਾਂ ਮੈਂ ਅਕਸਰ ਕਹਿਣਾ ਕਿ ਇੱਕ ਤਾਂ ਦੇਖੋ ਮਨੋਵਿਗਿਆਨਕ ਇਸ ਦਾ ਮਹੱਤਵ ਹੈ। ਬੰਦੇ ਨੂੰ ਲੱਗਦਾ ਕਿ ਯਾਰ ਮੈਂ ਟੀਕਾ ਲਵਾ ਲਿਆ, ਮੈਨੂੰ ਕੁਛ ਨਹੀਂ ਹੋਣਾ, ਜੇ ਹੋ ਵੀ ਜਾਊ ਤਾਂ ਘੱਟ ਹੋ। ਜੋ ਮੇਰਾ ਪ੍ਰੈਕਟੀਕਲ ਦਾ 3-4 ਕੇਸ ਸਾਡੇ ਆਪਣੇ ਮੇਰੀ ਵਾਈਫ ਦਾ ਜਾਂ ਹੋਰ ਜਿਨ੍ਹਾਂ ਨੂੰ ਇਹ 1 ਡੋਜ਼ ਵੀ ਲੱਗੀ ਸੀ, ਉਹਨਾਂ ਨੂੰ ਇਸ ਦਾ ਕਰੋਨਾ ਦਾ ਜਿਹੜਾ ਅਸਰ ਹੈ ਉਹ ਬਹੁਤ ਘੱਟ ਹੋਇਆ, ਉਹ ਜਲਦੀ ਸੰਭਲ ਗਏ ਨੇ। ਤੇ ਇਸ ਦਾ ਫਾਇਦਾ ਵੀ ਹੈਗਾ ਜੇ ਬਿਹਤਰ ਤਰੀਕੇ ਨਾਲ ਤੇ ਗੁਣਵੱਤਾ ਵਾਲੀ ਮੈਡੀਸਨ ਲੱਗੀ ਹੈ। ਖੈਰ, ਕਿਸ ਤਰ੍ਹਾਂ ਹੁਣ ਕਿਉਂ ਕਹਿੰਦੇ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਮਹਿਲਾਵਾਂ ਨੂੰ ਝੱਲਣੀ ਪੈਂਦੀ ਹੈ। ਹੁਣ ਅਹਿਮਦਾਬਾਦ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਕੰਮ ਕਰਨ ਜਾਂਦੀ ਇੱਕ 23 ਵਰ੍ਹਿਆਂ ਦੀ ਲੜਕੀ, ਜਿਸ ਦਾ ਕੰਮਕਾਜ ਬੰਦ ਹੋ ਗਿਆ ਕਿਉਂਕਿ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਲੋਕੀ ਕੰਮ ਤੇ ਨਹੀਂ ਲੱਗਣ ਦਿੰਦੇ। ਇਸ ਦੌਰਾਨ ਉਹ ਇੱਕ ਜੋੜੇ ਦੇ ਬੱਚੇ ਦੀ ਸਰੋਗੇਟ ਮਾਂ ਬਣ ਜਾ ਰਹੀ ਹੈ। ਸੋ ਕਰੋਨਾ ਦੇ ਚੱਲਦਿਆਂ ਕਾਰੋਬਾਰ ਬੰਦ ਹੋ ਗਏ, ਨੌਕਰੀਆਂ ਖੁੱਸ ਗਈਆਂ, ਬਿਜ਼ਨਸ ਬੰਦ ਹੋ ਗਏ, ਅਮੀਰਾਂ ਦੀ ਜਾਇਦਾਦ 'ਚ ਵਾਧਾ ਹੋ ਗਿਆ, ਗਰੀਬਾਂ ਦੀ ਜਿਹੜੀ ਰੋਜ਼ਗਾਰੀ ਸੀ ਉਹ ਜਾਂਦੀ ਰਹੀ। ਗੁਜਰਾਤ ਦੇ ਵਿੱਚ 20-25 ਮਾਮਲੇ ਇਕੱਲੇ ਗੁਜਰਾਤ ਤੋਂ ਸਾਹਮਣੇ ਆਏ ਨੇ, ਜੋ ਰਿਪੋਰਟਾਂ ਨੇ ਅਹਿਮਦਾਬਾਦ ਤੋਂ, ਕਿ ਇਸ ਦੌਰਾਨ ਕੁਝ ਲੜਕੀਆਂ ਨੇ ਜਿਹੜੀਆਂ ਅਨਮੈਰਿਡ ਲੜਕੀਆਂ ਵੀ 3-3, 4-4 ਲੱਖ ਰੁਪਏ ਲੈ ਕੇ ਜੋ ਉਹਨਾਂ ਨੂੰ ਮੈਡੀਕਲ ਦਾ ਖਰਚ ਮਿਲਦਾ ਹੈ, ਤੇ ਉਸ ਦੌਰਾਨ ਉਹ ਅਣਵਿਆਹੀਆਂ ਲੜਕੀਆਂ ਵੀ ਮਾਵਾਂ ਬਣ ਰਹੀਆਂ ਨੇ ਬਗਾਨੇ ਬੱਚਿਆਂ ਦੀਆਂ। ਕਿਤੇ ਨਾ ਕਿਤੇ ਜਿਹੜੇ ਹੁਣ ਜਿਸ ਤਰ੍ਹਾਂ ਵਿਦੇਸ਼ਾਂ 'ਚੋਂ ਲੋਕ ਸਰੋਗੇਸੀ ਦੇ ਅਧੀਨ ਇਹ ਜਿਹੜੀ ਕਿਰਾਏ ਦੀ ਕੁੱਖ ਲੈਂਦੇ ਨੇ, ਉਹ ਵੀ ਤਵੱਜੋ ਦਿੰਦੇ ਨੇ ਕਿ ਜੇ ਅਨਮੈਰਿਡ ਲੜਕੀ ਕੋਈ ਮਿਲ ਜੇ ਜਾਂ ਕੋਈ ਮੁਟਿਆਰ ਔਰਤ ਮਿਲ ਜੇ, ਨੌਜਵਾਨ ਔਰਤ ਮਿਲ ਜੇ, ਉਹ ਉਸ ਨੂੰ ਜ਼ਿਆਦਾ ਤਵੱਜੋ ਦਿੰਦੇ ਨੇ ਬਜ਼ੁਰਗ ਔਰਤਾਂ ਦੇ ਮੁਕਾਬਲਤਨ। ਕਿਉਂਕਿ ਜਦੋਂ ਔਰਤ ਬੱਚਾ ਪੈਦਾ ਕਰਦੀ ਹੈ ਉਹਦੇ ਸਰੀਰ ਦੀ ਜਿਹੜੀ ਸਮਰੱਥਾ ਇਸੇ ਕਰਕੇ ਕਹਿੰਦੇ ਨੇ ਕਿ ਮੀਂਹ ਜੇਠੀ ਦਾ ਤੇ ਪੁੱਤ ਪਲੇਠੀ ਦਾ, ਜਾਣੀ ਕਿ ਜਿਹੜਾ ਪਹਿਲਾ ਪੁੱਤ ਤੇ ਜੇਠ ਦਾ ਮੀਂਹ, ਇਹ ਬਹੁਤ ਤਾਕਤਵਰ ਮੰਨੇ ਜਾਂਦੇ ਨੇ। ਤੇ ਇਸ ਦੌਰਾਨ ਉਹ ਜਿਹੜੀਆਂ ਨੌਜਵਾਨ ਮੁਟਿਆਰ ਮਾਵਾਂ ਕਵਾਂਗੇ, ਉਹ ਹੁੰਦੜਹੇਲ ਲੜਕੀਆਂ ਜਿਹੜੀਆਂ ਅਨਮੈਰਿਡ ਨੇ, ਉਹਨਾਂ ਨੂੰ ਉਹ ਮਾਪੇ ਜਿਨ੍ਹਾਂ ਨੇ ਬੱਚਾ ਪੈਦਾ ਕਰਨਾ ਉਹ ਜ਼ਿਆਦਾ ਤਵੱਜੋ ਦਿੰਦੇ ਨੇ। ਕਿਉਂਕਿ ਉਹ ਬੱਚਾ ਜਦੋਂ ਪੈਦਾ ਕਰਦੀਆਂ ਨੇ, ਉਹਨਾਂ ਦੀ ਬੋਡੀ ਉਸ ਬੱਚੇ ਨੂੰ, ਪਲੇਠੇ ਪੁੱਤ ਜਾਂ ਧੀ ਨੂੰ ਬਹੁਤ ਤਾਕਤਵਰ ਬਣਾਉਂਦੀ ਹੈ। ਬਾਅਦ ਵਾਲੇ ਜਿਹੜੇ ਬੱਚੇ ਹੁੰਦੇ ਨੇ ਉਹ ਇੰਨੇ ਸਟਰੋਂਗ ਨਹੀਂ ਹੁੰਦੇ। ਇਸ ਸਮਿਆਂ ਦਾ ਸੱਚ ਹੈ, ਕਿਉਂਕਿ ਜਿਵੇਂ ਅਣਵਾਹੀ ਜ਼ਮੀਨ ਜਿਹਦੇ ਤੇ ਬਹੁਤੀ ਖੇਤੀ ਨਹੀਂ ਹੁੰਦੀ, ਉਹਦੇ 'ਚ ਜਿਹੜੀ ਫਸਲ ਪੈਦਾ ਹੁੰਦੀ ਹੈ, ਫਿਰ ਅਗਲਾ ਕਹਿੰਦਾ ਜ਼ਮੀਨ ਝੋਟੇ ਦਾ ਸਿਰ ਹੈ। ਇਸ ਕਰਕੇ ਉਹ ਕੁੱਖਾਂ ਵੀ ਬਹੁਤ ਤਾਕਤਵਰ ਹੁੰਦੀਆਂ ਨੇ, ਮਜ਼ਬੂਤ ਹੁੰਦੀਆਂ ਨੇ। ਸੋ ਅਣਵਿਆਹੀਆਂ ਮਾਵਾਂ ਨੂੰ ਜ਼ਿਆਦਾ ਪੈਸਾ ਇਹ ਲੋਕ ਦਿੰਦੇ ਨੇ। ਤੇ ਇਸ ਦੌਰਾਨ ਇੱਕ ਹੋਰ ਲੜਕੀ ਹੈ ਜਿਸ ਦਾ ਨਾਂ ਰੀਮਾ ਹੈ, 23 ਸਾਲ ਦੀ ਹੈ। ਉਹਦੀ ਵਿਆਹ ਨਹੀਂ ਹੋ ਸਕਿਆ, ਮਾਂ ਪਿਓ ਨੇ ਉਸ ਨੂੰ ਛੱਡ ਦਿੱਤਾ। ਦੂਸਰਾ ਘਰ ਪਾਪਾ ਨੇ ਤੇ ਮਾਂ ਨੇ ਉਹਨੂੰ ਛੱਡ ਦਿੱਤਾ, ਕਿਉਂਕਿ ਮਾਂ ਨੇ ਦੂਜਾ ਵਿਆਹ ਕਰਾ ਲਿਆ ਸੀ, ਤੇ ਉਹ ਪਿਓ ਨੇ ਵੀ ਛੱਡ ਦਿੱਤੀ। ਰੀਮਾ ਨਾਂ ਦੀ 23 ਵਰ੍ਹਿਆਂ ਦੀ ਕੁੜੀ ਆਪਣਾ ਛੋਟਾ ਮੋਟਾ ਰੁਜ਼ਗਾਰ ਕਰਦੀ ਸੀ, ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਇਸਦੇ ਪਾਪਾ ਨੂੰ ਛੱਡ ਦਿੱਤਾ ਸੀਗਾ, ਦੂਜਾ ਵਿਆਹ ਕਰਾ ਲਿਆ ਸੀ, ਤੇ ਮਾਂ ਤੇ ਇਹ ਜਿਹੜੀਆਂ ਰੀਮਾ ਇਕੱਠੀਆਂ ਰਹਿੰਦੀਆਂ ਸੀ। ਇਸ ਦੀ ਮਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਉਸ ਨੂੰ ਵੱਡਾ ਕੀਤਾ। ਉਹ ਵੀ ਨੌਕਰੀ ਕਰਕੇ ਮਾਂ ਦਾ ਹੱਥ ਵਟਾ ਰਹੀ ਸੀ, ਤੇ ਕਰੋਨਾ ਦੇ ਦੌਰਾਨ ਉਸ ਦੀ ਨੌਕਰੀ ਜਾਂਦੀ ਰਹੀ, ਆਮਦਨ ਰੁਕ ਗਈ। ਮਕਾਨ ਦਾ ਕਿਰਾਇਆ ਵੀ ਉਹ ਨਾ ਦੇ ਸਕੇ, ਤੇ ਮਕਾਨ ਮਾਲਕ ਨੇ ਕਿਰਾਏ ਦੇ ਲਈ ਦਬਾਅ ਬਣਾਇਆ। ਇਸ ਦੇ ਵਾਸਤੇ ਉਸ 23 ਵਰ੍ਹਿਆਂ ਦੀ ਲੜਕੀ ਨੂੰ, ਜਿਹੜੀ ਕੁਆਰੀ ਲੜਕੀ ਸੀ, ਉਸ ਨੇ ਬੱਚਾ ਪੈਦਾ ਕਰਨ ਦਾ ਫੈਸਲਾ ਕੀਤਾ। ਸੋ ਗੁਜਰਾਤ ਦੇ ਵਿੱਚ, ਕਿਉਂਕਿ ਇੰਡੀਆ 'ਚ ਸਭ ਤੋਂ ਜ਼ਿਆਦਾ ਇਹਦੀ ਸ਼ੁਰੂਆਤ ਗੁਜਰਾਤ 'ਚੋਂ ਹੋਈ ਹੈ, ਕਿਉਂਕਿ ਪੈਸੇ ਕਮਾਉਣ ਦਾ ਇੱਕ ਬਿਹਤਰ ਤਰੀਕਾ ਵੀ ਹੈ, ਇਹ ਵਧੀਆ ਤਰੀਕਾ ਵੀ ਹੈ, ਤੇ ਇੱਕ ਕਿਸੇ ਜੋੜੇ ਨੂੰ ਖੁਸ਼ੀ ਦੇਣ ਵਾਲਾ ਪੁੰਨ ਵੀ ਹੈ। ਕਿਉਂਕਿ ਕੁਛ ਤਾਂ ਇਹਦੇ 'ਚ ਮਿੱਥਾਂ ਨੇ ਕਿ ਅਗਲਾ ਕਹਿੰਦਾ ਅੱਛਾ ਬਗਾਨੇ ਬੱਚੇ ਵੀ, ਕੁੱਖ ਵੀ ਕਿਰਾਏ ਤੇ ਦੇ ਦਿੱਤੀ। ਸਾਡੇ ਸੱਭਿਆਚਾਰ 'ਚ ਇਹ ਚੀਜ਼ਾਂ ਕਿਤੇ ਨਾ ਕਿਤੇ ਸਵਾਲ ਖੜੇ ਕਰਦੀਆਂ ਨੇ। ਪਰ ਮੈਂ ਸਮਝਦਾ ਕਿ ਤੁਸੀਂ ਜੇ ਆਪਣੀ ਕੁੱਖ ਕਿਰਾਏ ਤੇ ਦਿੱਤੀ ਹੈ, ਠੀਕ ਹੈ, ਇਹਦੇ ਵਿੱਚ ਕੁਝ ਪੈਸੇ ਲਏ ਨੇ, ਉਹ ਤੁਹਾਡੀ ਮਿਹਨਤ ਹੈ, ਪਰ ਤੁਸੀਂ ਕਿਸੇ
ਉਸ ਮਾਪਿਆਂ ਨੂੰ ਜਿਨ੍ਹਾਂ ਦੇ ਔਲਾਦ ਨਹੀਂ ਹੋ ਸਕੀ ਉਹਨਾਂ ਨੂੰ ਕਿੰਨੀ ਖੁਸ਼ੀ ਦਿੱਤੀ ਹੈ। ਇਹ ਬਹੁਤ ਵੱਡਾ ਪੁੰਨ ਹੈ ਉਹਨਾਂ ਦੇ ਵਾਸਤੇ, ਇੱਕ ਬਹੁਤ ਵੱਡਾ ਦਾਨ ਹੈ ਜਿਹੜਾ ਤੁਸੀਂ ਕੀਤਾ ਹੈ। ਤੇ ਇਸ ਦੌਰਾਨ ਹੌਲੀ ਹੌਲੀ ਲੋਕ ਉਹ ਵਹਿਮ ਦੂਰ ਕਰਨ ਲੱਗੇ ਨੇ। ਹੁਣ ਕੁਆਰੀਆਂ ਮਾਵਾਂ ਵੀ ਇਸ ਪਾਸੇ ਆਈਆਂ ਨੇ, ਭਾਵੇਂ ਮਜਬੂਰੀ ਸੀ। ਸੋ ਡਾਕਟਰਾਂ ਦੇ ਜ਼ਰੀਏ ਸਰੀਨਾ ਨੇ ਸੰਤਾਨ ਸੁੱਖ ਦੇ ਇੱਛੁਕ ਲੋਕਾਂ ਨਾਲ ਸੰਪਰਕ ਕੀਤਾ ਤੇ ਉਸ ਨੂੰ ਪੈਸੇ ਵੀ ਮਿਲੇ। ਗੁਜਰਾਤ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ 2 ਦਰਜਨ ਤੋਂ ਵੱਧ ਔਰਤਾਂ ਦੇ 25 ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਨੇ 3-3, 4-4 ਲੱਖ ਰੁਪਏ ਦੇ ਵਿੱਚ ਸਰੋਗੇਸੀ ਨੂੰ ਜਿਹੜਾ ਸਾਈਨ ਕੀਤਾ। ਸੋ ਇਸ ਸੰਬੰਧੀ ਐਡਵੋਕੇਟ ਅਸ਼ੋਕ ਪਰਮਾਰ ਨੇ ਦੱਸਿਆ ਕਿ ਉਹਨਾਂ ਦੀ ਜਾਣ ਪਛਾਣ ਦੇ ਜਿਹੜੇ ਰਾਜਸ਼੍ਰੀ ਨੇ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਸੀ ਤੇ ਆਮਦਨੀ ਬੰਦ ਹੋ ਗਈ ਸੀ ਤੇ ਬੱਚਿਆਂ ਦੇ ਵਾਸਤੇ ਉਸ ਨੂੰ ਨੌਕਰੀ ਕਰਨੀ ਪਈ। ਕਰੋਨਾ ਦੇ ਕਾਰਨ ਨੌਕਰੀ ਜਾਂਦੀ ਰਹੀ। ਉਸ ਤੋਂ ਬਾਅਦ ਉਸ ਔਰਤ ਨੇ ਰਾਜਸ਼੍ਰੀ ਨੇ ਟਿਫਨ ਸਰਵਿਸ ਸ਼ੁਰੂ ਕੀਤਾ, ਲੋਕਾਂ ਦੇ ਘਰੇ ਖਾਣਾ ਪਹੁੰਚਾਉਣ ਦਾ ਕੰਮ ਕੀਤਾ। ਪਰ ਲਾਕਡਾਊਨ ਦੇ ਦੌਰਾਨ ਲੋਕਾਂ ਨੇ ਖਾਣੇ ਦਾ ਕੰਮ ਵੀ ਬੰਦ ਕਰ ਦਿੱਤਾ ਤੇ ਇਸ ਦੌਰਾਨ ਉਸ ਮਹਿਲਾ ਨੇ ਇੱਕ ਸਰੋਗੇਟ ਮਾਂ ਬਣਨ ਦਾ ਪ੍ਰਸਤਾਵ ਰੱਖਿਆ ਤੇ ਉਸ ਵਕੀਲ ਦੇ ਜ਼ਰੀਏ ਡਾਕਟਰਾਂ ਨਾਲ ਸੰਪਰਕ ਹੋਇਆ, ਪਰ ਉਸ ਨੂੰ ਚਲੋ ਗੁਜ਼ਾਰੇ ਜੋਗੇ ਪੈਸੇ ਮਿਲ ਗਏ ਨੇ ਤੇ ਕਿਸੇ ਬੇਔਲਾਦ ਮਾਪਿਆਂ ਦੇ ਵਾਸਤੇ ਉਸ ਨੇ ਇਹ ਬਿਹਤਰ ਕੰਮ ਕੀਤਾ। ਉਹਨਾਂ ਦੀ ਖੁਸ਼ੀ ਦੇ ਵਾਸਤੇ ਉਹਨਾਂ ਦਾ ਬੱਚਾ ਆਪਣੀ ਕੁੱਖ 'ਚ ਪੈਦਾ ਕੀਤਾ। ਇਸੇ ਤਰ੍ਹਾਂ ਇੱਕ ਵਿਧਾਇਕ ਨੇ ਗੁਜਰਾਤ ਤੋਂ GM ਸੋਲੰਕੀ, ਉਹਨੇ ਵੀ ਦੱਸਿਆ ਇਹ ਮਤਲਬ ਬਦਲੇ ਹੋਏ ਨਾਂ ਨੇ। ਰੇਖਾ ਨਾਂ ਦੀ ਇੱਕ ਔਰਤ ਸੀ ਜਿਸ ਨੂੰ ਉਸਦੇ ਪਤੀ ਨੇ ਛੱਡ ਦਿੱਤਾ ਸੀ ਤੇ ਕਰੋਨਾ ਨਾਂ ਦੀ ਇਸ ਬਿਮਾਰੀ ਤੋਂ ਕੁਝ ਦਿਨ ਬਾਅਦ ਉਸਦੀ ਨੌਕਰੀ ਜਾਂਦੀ ਰਹੀ ਤੇ ਘਰ ਚਲਾਉਣ ਦੇ ਲਈ ਮੁਸ਼ਕਲ ਆਈਆਂ। ਖਰਚੇ ਦੇ ਵਾਸਤੇ ਘਰ ਦੀਆਂ ਚੀਜ਼ਾਂ ਗਹਿਣੇ ਗੱਟੇ ਵੀ ਵੇਚ ਦਿੱਤੇ। ਲੇਕਿਨ ਹੁਣ ਵੀ ਜਿਸ ਤਰ੍ਹਾਂ ਕਰੋਨਾ ਦੇ ਦੌਰਾਨ 1.5 ਸਾਲ ਹੋ ਗਿਆ ਲੋਕਾਂ ਕੋਲ ਰੁਜ਼ਗਾਰ ਨਹੀਂ ਹੈ। ਇਸ ਦੌਰਾਨ ਇਸ ਔਰਤ ਨੇ ਵੀ ਜਿਹੜਾ ਹੈਗਾ ਸਰੋਗੇਟ ਮਾਂ ਬਣਨ ਦਾ ਫੈਸਲਾ ਕੀਤਾ ਤੇ ਇਸ ਸੰਬੰਧੀ ਇਹ ਜਿਹੜਾ ਵੇਰਵਾ ਵਿਧਾਇਕ GS ਸੋਲੰਕੀ ਨੇ ਦਿੱਤਾ। ਇਸ ਦੌਰਾਨ ਹੁਣ ਸਰਕਾਰਾਂ ਦਾ ਪੱਖ ਸਾਹਮਣੇ ਆ ਰਿਹਾ ਕਿ ਦੇਖੋ ਰੋਜ਼ਮर्रा ਦਾ ਜਿਹੜਾ ਸੀਗਾ ਕਿ ਹੁਣ ਸਾਡੀਆਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਨਹੀਂ। ਜੇ ਇਸ ਕਰੋਨਾ ਦੇ ਦੌਰਾਨ ਕਰੋੜਾਂ ਰੁਪਏ ਤੁਸੀਂ ਵਹਾ ਰਹੇ ਹੋ ਪਾਰਲੀਮੈਂਟ ਭਵਨ ਬਣਾਉਣ ਤੇ, ਤਾਂ ਪਾਰਲੀਮੈਂਟ ਭਵਨ ਨਾਲੋਂ ਉਹਨਾਂ ਗਰੀਬਾਂ ਦਾ ਜੋ ਘਰਾਂ ਦੇ ਵਿੱਚ ਮੰਦਹਾਲੀ ਹਾਲਾਤ ਦੇ ਵਿੱਚ, ਠੀਕ ਹੈ ਭਾਵੇਂ ਮਜਬੂਰੀ ਨੂੰ ਉਸ ਪਾਸੇ ਜਾ ਰਹੇ ਨੇ, ਕਰੋਨਾ ਦੇ ਕਾਰਨ ਜੋ ਬੰਦਾ ਆਇਆ, ਕਿ ਪਾਰਲੀਮੈਂਟ ਭਵਨ ਬਣਾਉਣ ਦੇ ਨਾਲੋਂ ਇਹ ਭਾਰਤੀਆਂ ਦਾ ਪੇਟ ਪਾਲਣਾ ਤੁਹਾਡਾ ਫਰਜ਼ ਨਹੀਂ ਸੀਗੇ, ਉਹਨਾਂ ਦਾ ਪਾਲਣ ਪੋਸ਼ਣ ਕਰਨਾ? ਤੁਸੀਂ ਘੱਟੋ ਘੱਟ ਗੁਜਰਾਤ 'ਚ ਹੀ ਕਰ ਲੈਂਦੇ। ਹੁਣ ਭਾਜਪਾ ਗੱਲ ਕਰਦੀ ਹੈ ਹਮੇਸ਼ਾ ਗੁਜਰਾਤ ਮਾਡਲ ਦੀ। ਸੋ ਹੁਣ ਜੇ ਗੁਜਰਾਤ ਦੇ ਵਿੱਚ ਔਰਤਾਂ ਭਾਵੇਂ ਚਲੋ ਠੀਕ ਹੈ ਅੱਛਾ ਕਾਰਜ ਹੈ, ਪਰ ਫਿਰ ਵੀ ਮਜਬੂਰੀ ਨੂੰ ਤਾਂ ਆਈਆਂ ਨੇ। ਹੁਣ ਜਿਹੜੀ ਕੁਆਰੀ ਮਾਂ ਬੱਚੇ ਦੀ ਮਾਂ ਬਣੀ ਹੈ, ਹੁਣ ਕਈ ਲੋਕ ਸੋਚਣਗੇ ਕਿ ਇਹਨੇ ਕੁੱਖ ਕਿਰਾਏ ਤੇ ਦਿੱਤੀ ਹੈ। ਵੱਟਾ ਤਾਂ ਇਹ ਥੋੜਾ ਬਹੁਤਾ ਲੱਗਦਾ ਨਾ ਸਾਡੇ ਮਾੜੇ ਸਮਾਜ ਦੀ ਸੋਚ ਦੇ ਮੁਤਾਬਕ, ਪਰ ਕੀ ਪਾਰਲੀਮੈਂਟ ਭਵਨ ਬਣਾਉਣ ਨਾਲੋਂ ਮੋਦੀ ਸਾਹਿਬ ਨੂੰ ਗੁਜਰਾਤ ਆਪਣੇ ਦੇ ਵਿੱਚ ਇਹ ਚੀਜ਼ ਨਹੀਂ ਸੀ ਕਰਨੀ ਚਾਹੀਦੀ? ਇਹ ਉਹਨਾਂ ਦੀ ਔਕਾਤ ਸਾਹਮਣੇ ਆਉਂਦੀ ਹੈ ਸਾਡੀਆਂ ਸਰਕਾਰਾਂ ਦੀ। ਖੈਰ, ਇਸ ਦੇ ਨਾਲ ਥੋੜੇ ਜਾਂਦੇ ਜਾਂਦੇ ਲਹਿੰਦੇ ਪੰਜਾਬ ਦੀ ਝਲਕ ਤੁਹਾਡੇ ਨਾਲ ਸਾਂਝੀ ਕਰ ਲਿਆ। ਲਹਿੰਦੇ ਪੰਜਾਬ ਦੇ 34 ਜ਼ਿਲ੍ਹਿਆਂ ਦੇ ਵਿੱਚ ਅੱਜ ਕਾਲਜ ਖੁੱਲ੍ਹ ਗਏ ਨੇ ਤੇ ਇਸ ਦੌਰਾਨ ਸਿੱਖਿਆ ਵਿਭਾਗ ਨੇ ਫੈਸਲਾ ਲਿਆ। ਸੋ 34 ਜ਼ਿਲ੍ਹਿਆਂ ਦੇ ਵਿੱਚ ਕਾਲਜਾਂ ਨੂੰ ਕੋਵਿਡ-19 ਦੇ ਬੰਦਸ਼ਾਂ ਦੇ ਮੱਦੇਨਜ਼ਰ ਬੰਦ ਕੀਤਾ ਗਿਆ ਸੀ। ਇਸ ਦੌਰਾਨ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਡਾਕਟਰ ਯਸ਼ਮੀਨ ਰਸ਼ੀਦ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਅਗਲੇ 10 ਦਿਨਾਂ ਦੇ ਵਿੱਚ ਹੋਰ ਚੀਜ਼ਾਂ ਨੇ ਜਿਹੜੀਆਂ ਉਹ ਵੀ ਗਾਹੇ ਬਗਾਹੇ ਅਨਲੌਕ ਕੀਤੀਆਂ ਜਾਣਗੀਆਂ ਤੇ ਇਸ ਦੌਰਾਨ ਲਹਿੰਦੇ ਪੰਜਾਬ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਉਧਰ ਲਹਿੰਦੇ ਪੰਜਾਬ ਦੇ ਵਿੱਚ ਇੱਕ ਮੀਡੀਆ ਕਰਮੀ ਤੇ ਹਮਲਾ ਹੋਇਆ ਤੇ ਮੀਡੀਆ ਕਰਮੀ ਅਸਦ ਅਲੀ ਤੂਰ ਦੇ ਉੱਤੇ ਪਿਛਲੇ ਹਫ਼ਤੇ ਹਮਲੇ ਦੇ ਪ੍ਰਸੰਗ ਦੇ ਵਿੱਚ ਪਾਕਿਸਤਾਨ ਖੁਫੀਆ ਏਜੰਸੀ ਇੰਟੈਲੀਜੈਂਸ ਸਰਵਿਸ ਨੇ ਇੰਟਰ ਇੰਟੈਲੀਜੈਂਸ ਸਰਵਿਸ ਜਿਸ ਨੂੰ ISI ਕਹਿੰਦੇ ਨੇ, ਉਸਨੇ ਸਪਸ਼ਟੀਕਰਨ ਦਿੱਤਾ ਕਿ ਉਸ ਦਾ ਇਸ ਹਮਲੇ ਨਾਲ ਕੋਈ ਸੰਬੰਧ ਨਹੀਂ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਜੋ ਉਸ ਮੁਤਾਬਕ ਦੋਸ਼ ਜਿਹੜੇ ਨੇ ਉਹ ਲੱਗੇ ਸਨ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਕਿ ਉਹਨਾਂ ਨੇ ਇਸ ਮੀਡੀਆ ਕਰਮੀ ਨੂੰ ਆਪਣਾ ਟਾਰਗੇਟ ਬਣਾਇਆ। ਤੂਰ ਕੋਲ ਇਸ ਹਮਲੇ ਦੀ CCTV ਫੁਟੇਜ ਵੀ ਮੌਜੂਦ ਹੈ ਜਿਸ ਦੇ ਵਿੱਚ ਹਮਲਾਵਰਾਂ ਦੀ ਸ਼ਨਾਖਤ ਹੋ ਰਹੀ ਹੈ। ਇਸ ਫੁਟੇਜ ਦੇ ਅਧਿਐਨ ਤੋਂ ਵਿਸ਼ਲੇਸ਼ਣ ਤੋਂ ਇਹ ਪਤਾ ਲੱਗਿਆ ਕਿ ਹਮਲਾਵਰ ਕੌਣ ਸੀ। ਸ਼ਨਾਖਤ ਸੰਭਵ ਬਣਾਉਣੀ ਪੁਲਿਸ ਦਾ ਕੰਮ ਹੈ, ਪਰ ਇਸ ਸੰਬੰਧੀ ਪਾਕਿਸਤਾਨ ਦੀ ISI ਜਿਹੜੀ ਸੰਸਥਾ ਸੀ ਇਹ ਸ਼ਰੇਆਮ ਮੁੱਕਰ ਗਈ ਕਿ ਸਾਡਾ ਇਸ ਵਰਤਾਰੇ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ, ਅਸੀਂ ਕਿਸੇ ਮੀਡੀਆ ਕਰਮੀ ਤੇ ਹਮਲਾ ਨਹੀਂ ਕੀਤਾ। ਜਦੋਂ ਕਿ ਅੰਗਰੇਜ਼ੀ ਅਖਬਾਰ ਸੰਡੇ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ISI ਵੱਲੋਂ ਜੋ ਸਪਸ਼ਟੀਕਰਨ ਜਾਰੀ ਕਰਨਾ ਇਹ ਵੀ ਸਧਾਰਨ ਕਰਨਾ ਕਿ ਦੇਸ਼ ਦੀ ਵੱਡੀ ਖੁਫੀਆ ਏਜੰਸੀ ਨੇ ਇਸ ਸੰਬੰਧੀ ਆਪਣਾ ਸਪਸ਼ਟੀਕਰਨ ਦੇਣਾ ਪੈ ਰਿਹਾ।
ਇਹ ਜਿਹੜਾ ਪੱਤਰਕਾਰ ਤੂਰ ਸੀਗਾ ਇਸਲਾਮਾਬਾਦ ਦੇ ਸੈਕਟਰ 10 ਦੇ ਵਿੱਚ ਉਸਦੇ ਘਰ ਦੇ ਬਾਹਰ ਹਮਲਾ ਹੋਇਆ। ਉਹ ਡਿਜੀਟਲ ਮੀਡੀਆ ਦੇ ਲਈ ਕੰਮ ਕਰਦਾ ਸੀ ਤੇ YouTube ਦੇ ਰਾਹੀਂ ਪ੍ਰਸਾਰਿਤ ਪ੍ਰੋਗਰਾਮਾਂ ਦੇ ਰਾਹੀਂ ਸਰਕਾਰੀ ਜਾਂ ਗੈਰ ਸਰਕਾਰੀ ਜੋ ਕਮੀਆਂ ਨਾਕਾਮੀਆਂ ਸੀ ਉਹਨਾਂ ਦੇ ਮਸਲੇ ਉਠਾਉਂਦਾ ਸੀ। ਘਟਨਾ ਦੇ ਅਨੁਸਾਰ ਕਾਰ ਦੇ ਵਿੱਚ ਆਏ 2 ਹਮਲਾਵਰਾਂ ਨੇ ਪਹਿਲਾਂ ਤਾਂ ਤੂਰ ਦੀ ਕੁੱਟਮਾਰ ਕੀਤੀ, ਉਸ ਨੂੰ ਚੁੱਕ ਕੇ ਵੈਨ 'ਚ ਸੁੱਟਿਆ। ਇਸ ਵੈਨ ਦਾ ਲੋਕਾਂ ਵੱਲੋਂ ਪਿੱਛਾ ਕੀਤੇ ਜਾਣ ਤੋਂ ਬਾਅਦ ਇਹ ਤੂਰ ਨੂੰ ਚੱਲਦੀ ਵੈਨ ਦੇ ਵਿੱਚੋਂ ਸੁੱਟ ਕੇ ਫਰਾਰ ਹੋ ਗਏ। ਇਸ ਮਾਮਲਾ ਜਿਹੜਾ ਉੱਥੋਂ ਦੇ ਵਜ਼ੀਰ ਫਵਾਦ ਚੌਧਰੀ ਦੇ ਹਾਰਟ ਅਟੈਕ ਪ੍ਰੋਗਰਾਮ ਦੇ ਦੌਰਾਨ ਵੀ ਉੱਠਿਆ। ਚੌਧਰੀ ਨੇ ਜਵਾਬ ਦੇ ਵਿੱਚ ਆਖਿਆ ਕਿ ਪੁਲਿਸ ਜਾਂਚ ਕਰ ਰਹੀ ਹੈ ਤੇ ਦੋਸ਼ੀ ਜਲਦ ਕਾਬੂ ਕੀਤੇ ਜਾਣਗੇ। ਇਹ ਫਵਾਦ ਚੌਧਰੀ ਵੀ ਵਿਵਾਦ ਚੌਧਰੀ ਹੈ, ਇਸ ਦੇ ਅਕਸਰ ਵਿਵਾਦ ਰਹਿੰਦੇ ਨੇ। ਪਾਕਿਸਤਾਨ ਦੇ ਜਿਹੜੇ ਕਮੇਡੀਅਨ ਇਸ ਦੀ ਪੂਰੀ ਖਿੱਲੀ ਵੀ ਉਡਾਉਂਦੇ ਨੇ। ਸੋ ਫੈਡਰਲ ਸਰਕਾਰ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਇਹ ਦੋਸ਼ ਰੱਦ ਕੀਤੇ ਨੇ ਕਿ ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਹਰ ਫੈਸਲਾ ਫੌਜ ਦੀ ਸਹਿਮਤੀ ਨਾਲ ਲੈਂਦੀ ਹੈ ਤੇ ਫੌਜ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਵੱਡਾ ਫੈਸਲਾ ਨਹੀਂ ਲਿਆ ਜਾਂਦਾ ਜਿਹੜਾ ਕਾਰਜਪਾਲਿਕਾ ਦੀ ਆਜ਼ਾਦੀ ਦਾ ਸੂਚਕ ਹੋਵੇ। ਇਹ ਦੋਸ਼ ਰੱਦ ਕੀਤੇ ਨੇ ਫਵਾਦ ਨੇ। ਰੋਜ਼ਾਨਾ ਅੰਗਰੇਜ਼ੀ ਡਾਨ ਦੀ ਰਿਪੋਰਟ ਦੇ ਮੁਤਾਬਕ BBC ਦੇ ਪ੍ਰੋਗਰਾਮ ਲਫ਼ਜ਼ੋਂ ਕਾ ਤੀਰ ਹਾਰਡ ਟਾਕ ਜੋ ਅੰਗਰੇਜ਼ੀ ਦੇ ਵਿੱਚ ਹੈ, ਇਸ ਦੇ ਵਿੱਚ ਮੇਜ਼ਬਾਨ ਦੇ ਸਖਤ ਸਵਾਲਾਂ ਦਾ ਜਵਾਬ ਦਿੰਦਿਆਂ ਪਾਕਿਸਤਾਨੀ ਵਜ਼ੀਰ ਫਵਾਦ ਚੌਧਰੀ ਨੇ ਆਖਿਆ ਕਿ ਇਮਰਾਨ ਖਾਨ ਤੇ ਉਹਨਾਂ ਦੀ ਕੈਬਨਿਟ ਨੇ ਹਰ ਕੰਮ ਹਰ ਫੈਸਲਾ ਲੈਣ ਦੀ ਪੂਰਨ ਆਜ਼ਾਦੀ ਹੈ ਬਸ਼ਰਤੇ ਉਹ ਫੈਸਲਾ ਕੌਮੀ ਹਿੱਤਾਂ ਦੇ ਵਿੱਚ ਹੋਵੇ। ਉਹਨਾਂ ਇਹ ਵੀ ਆਖਿਆ ਕਿ ਪਾਕਿਸਤਾਨੀ ਸਦਰ ਇਮਰਾਨ ਖਾਨ ਹੋਰਾਂ ਦੀ ਕੋਸ਼ਿਸ਼ ਹੈ ਕਿ ਫੌਜ ਦੇ ਨਾਲ ਮਤਭੇਦ ਪੈਦਾ ਹੀ ਨਾ ਹੋਣ। ਫਵਾਦ ਨੇ ਵੀ ਦਾਅਵਾ ਕੀਤਾ ਕਿ ਵਿਚਾਰ ਪ੍ਰਗਟਾਵੇ ਦੀ ਜਿੰਨੀ ਖੁੱਲ੍ਹ ਪਾਕਿਸਤਾਨ ਦੇ ਵਿੱਚ ਹੈ ਉਨੀ ਹੋਰ ਏਸ਼ੀਆਈ ਮੁਲਕਾਂ 'ਚ ਨਹੀਂ ਹੈ। ਵੈਸੇ ਇੱਕ ਗੱਲ ਤਾਂ ਸਪਸ਼ਟ ਹੈ ਕਿ ਪਾਕਿਸਤਾਨੀ ਮੀਡੀਆ ਦੇ ਵਿੱਚ ਜਾਂ ਪਾਕਿਸਤਾਨੀ ਕਮੇਡੀ ਦੇ ਵਿੱਚ ਕਿੰਨੀਆਂ ਧੱਜੀਆਂ ਇਹ ਆਪਣੀਆਂ ਵਜ਼ੀਰਾਂ ਦੀਆਂ ਉਡਾਉਂਦੇ ਨੇ, ਇੰਨੀਆਂ ਸ਼ਾਇਦ ਸਾਡੇ ਵਾਲੇ ਵੀ ਨਹੀਂ ਉਡਾ ਸਕੇ। ਇਹ ਗੱਲ ਸਹੀ ਹੈ ਤੇ ਇਸ ਦੌਰਾਨ ਇਹਨਾਂ ਦਾ ਇਹ ਤਰਕ ਸਹੀ ਵੀ ਲੱਗਦਾ ਹੈ ਤੇ ਇੰਜ ਪਾਕਿਸਤਾਨੀ ਮੀਡੀਆ ਜਿੰਨਾ ਆਜ਼ਾਦ ਹੈ ਉਹਨਾਂ ਹੋਰ ਕੋਈ ਦੱਖਣੀ ਏਸ਼ੀਆਈ ਮੁਲਕ ਆਜ਼ਾਦ ਨਹੀਂ। ਫਵਾਦ ਚੌਧਰੀ ਨੇ ਇਹ ਸਪਸ਼ਟ ਕੀਤਾ ਤੇ ਚੌਧਰੀ ਨੇ ਇਹ ਵੀ ਦੋਸ਼ ਲਾਇਆ ਕਿ ਇਮਰਾਨ ਖਾਨ ਤੋਂ ਪਹਿਲੀਆਂ ਸਰਕਾਰਾਂ ਫੌਜ ਦੀ ਪ੍ਰਵਾਹ ਨਾ ਕਰਨ ਦਾ ਪ੍ਰਭਾਵ ਜ਼ਰੂਰ ਦਿੰਦੀਆਂ ਸੀ ਪਰ ਉਹ ਅਮਲੀ ਤੌਰ ਤੇ ਫੌਜ ਦੇ ਉੱਪਰ ਲੋੜੋਂ ਵੱਧ ਨਿਰਭਰ ਰਹਿੰਦੀਆਂ ਸੀ। ਇਮਰਾਨ ਖਾਨ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਸ ਕਦਮ ਦਾ ਅਸਰ ਆਉਣ ਵਾਲੀਆਂ ਧਿਰਾਂ ਦੇ ਨਾਲ ਰਾਬਤਾ ਕੀਤਾ ਜਾਵੇ, ਉਹਨਾਂ ਦੀ ਰਾਏ ਲਈ ਜਾਵੇ। ਜਦੋਂ ਇਸ ਹਾਰਟ ਅਟੈਕ ਪ੍ਰੋਗਰਾਮ ਦੇ ਸੰਚਾਲਕ ਨੇ ਚੌਧਰੀ ਦਾ ਧਿਆਨ ਉੱਘੀ ਪੱਤਰਕਾਰਾ ਫਰਜ਼ਾਨਾ ਸ਼ੇਖ ਦੀ ਟਿੱਪਣੀ ਵੱਲ ਦਿਵਾਇਆ ਕਿ ਪਿਛਲੀਆਂ ਸਰਕਾਰਾਂ ਤਾਂ ਆਜ਼ਾਦਾਨਾ ਸੋਚ ਦੇ ਕਦਮਾਂ ਦਾ ਮੁਜ਼ਾਹਰਾ ਕਰਦੀਆਂ ਸੀ ਜਦੋਂ ਕਿ ਇਮਰਾਨ ਖਾਨ ਸਰਕਾਰ ਤੇ ਪਾਕਿਸਤਾਨੀ ਫੌਜ ਅੱਗੇ ਵਿਛੀ ਪਈ ਹੈ, ਤਾਂ ਚੌਧਰੀ ਦਾ ਜਵਾਬ ਸੀ ਕਿ ਇਹ ਪੱਤਰਕਾਰ ਫਰਜ਼ਾਨਾ ਸ਼ੇਖ ਤੇ ਉਸ ਵਰਗੇ ਕਈ ਹੋਰ ਸੀਨੀਅਰ ਪੱਤਰਕਾਰ ਭਾਰਤੀ ਪ੍ਰਾਪੇਗੰਡੇ ਤੋਂ ਪ੍ਰਭਾਵਿਤ ਨੇ ਤੇ ਆਪਣੇ ਆਪ ਨੂੰ ਥਿੰਕ ਟੈਂਕ ਦੱਸਣ ਵਾਲੀਆਂ ਕਈ ਨੀਮ ਸਰਕਾਰੀ ਸੰਸਥਾਵਾਂ ਵੀ ਇਸੇ ਮਰਜ਼ ਦੀਆਂ ਸ਼ਿਕਾਰ ਨੇ। ਇਹ ਦੋਸ਼ ਉਹਨਾਂ ਨੇ ਇਹਨਾਂ ਲੋਕਾਂ ਤੇ ਲਾਏ। ਇਸੇ ਤਰ੍ਹਾਂ ਪਾਕਿਸਤਾਨੀ ਮੀਡੀਆ ਦੇ ਕਈ ਸੰਗਠਨਾਂ ਨੇ ਫਵਾਦ ਦੇ ਇਹਨਾਂ ਕਥਨਾਂ ਦੀ ਨਿੰਦਾ ਵੀ ਕੀਤੀ ਹੈ ਕਿ ਚੌਧਰੀ ਦਾ ਇੱਕ ਵੀ ਜਵਾਬ ਨਹੀਂ ਸੀ। ਹਾਰਟ ਅਟੈਕ ਦੇ ਦੌਰਾਨ ਉਹ ਪੈਰ ਤੇ ਝੂਠ ਬੋਲਿਆ। ਇਸੇ ਤਰ੍ਹਾਂ ਪਾਕਿਸਤਾਨ ਦੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਹੈ ਜਿਹੜੀ ਉਸ ਦੇ ਵਿੱਚ COVID-19 ਫੈਲਾਉਣ ਵਾਲੇ ਕੋਰੋਨਾ ਵਾਇਰਸ ਦੀ BI 617.2 ਵੰਨਗੀ ਵਾਲੇ ਪਹਿਲੇ ਕੇਸ ਦੀ ਸ਼ਨਾਖਤ ਕੀਤੀ ਗਈ। ਇਸ ਵੰਨਗੀ ਨੂੰ ਭਾਰਤੀ ਵੰਨਗੀ ਕਿਹਾ ਗਿਆ ਕਿਉਂਕਿ ਵੈਸੇ ਤਾਂ ਅਸੀਂ ਅਕਸਰ ਦੋਸ਼ ਲਾਉਂਦੇ ਹਾਂ ਕਿ ਪਾਕਿਸਤਾਨੀ ਮੱਛਰ ਆ ਗਿਆ, ਪਾਕਿਸਤਾਨੀ ਟਿੱਡੀ ਦਲ ਆ ਗਿਆ, ਹੈ ਨਾ, ਪਾਕਿਸਤਾਨੀ ਬੁਖਾਰ ਹੋ ਗਿਆ, ਪਰ ਇਹ ਪਹਿਲੀ ਵਾਰੀ ਹੋਇਆ ਮੇਰਾ ਖਿਆਲ ਹੈ ਜਦੋਂ ਪਾਕਿਸਤਾਨ ਨੇ ਕੋਰੋਨਾ ਦੇ ਵਿੱਚ ਆਏ ਵਾਇਰਸ ਨੂੰ ਭਾਰਤੀ ਵੰਨਗੀ ਆਖਿਆ। ਡਾਨ ਦੇ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਇਹ ਵੰਨਗੀ ਥਾਈਲੈਂਡ ਨਾਲ ਸੰਬੰਧਿਤ ਇੱਕ ਮਹਿਲਾ ਮੁਸਾਫਰ ਦੇ ਸੈਂਪਲਾਂ 'ਚੋਂ ਮਿਲੀ ਹੈ ਕਿਉਂਕਿ ਇਹ ਔਰਤ ਥਾਈਲੈਂਡ ਤੋਂ ਪਰਤ ਕੇ ਵਾਪਸ ਆਈ ਸੀ। ਥਾਈਲੈਂਡ ਪਰਤ ਚੁੱਕੀ ਹੈ ਵਾਪਸ। ਉੱਥੋਂ ਦੀ ਸਰਕਾਰ ਨੂੰ ਚੌਕਸ ਕੀਤਾ ਗਿਆ ਕਿ ਇਸ ਔਰਤ ਦੀ ਹੋਰ ਪੜਤਾਲ ਕੀਤੀ ਜਾਵੇ। ਇਹ ਵੰਨਗੀ ਇਸ ਥਾਈ ਔਰਤ ਦੇ ਸੈਂਪਲ 'ਚੋਂ ਮਿਲੀ ਹੈ। ਇਸ ਰਿਪੋਰਟ ਦੇ ਮੁਤਾਬਕ NIH ਨੇ ਦੱਖਣੀ ਅਫਰੀਕਾ ਦੀ ਵੰਨਗੀ ਜੋ BI 351 ਉਸ ਵਾਲੇ ਵੀ 7 ਕੇਸਾਂ ਦੀ ਸ਼ਨਾਖਤ ਕੀਤੀ ਹੈ। ਇਹ ਦੋਵੇਂ ਵੰਨਗੀਆਂ ਇਸ ਪੱਖੋਂ ਵੱਧ ਖਤਰਨਾਕ ਮੰਨੀਆਂ ਜਾਂਦੀਆਂ ਨੇ। ਇਹਨਾਂ ਤੋਂ ਪੀੜਤ ਵਿਅਕਤੀ ਅੱਗੇ ਬਹੁਤ ਸਾਰੇ ਵਿਅਕਤੀਆਂ ਨੂੰ ਲਾਗ ਦਾ ਸ਼ਿਕਾਰ ਬਣਾ ਸਕਦੇ ਨੇ। ਤੇ ਇਹ ਸੀ ਵਾਘਿਓ ਪਾਰ ਦੀ ਰਿਪੋਰਟ ਟ੍ਰਿਬਿਊਨ ਪੰਜਾਬੀ ਚੋਂ। ਧੰਨਵਾਦ ਸਹਿਤ। ਇਸ ਦੇ ਨਾਲ ਹੀ ਦੋਸਤੋ ਵਕਤ ਵਿਦਾਇਗੀ ਦਾ। ਧੰਨਵਾਦ ਸਾਡੇ ਸਪਾਂਸਰ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ। ਅੰਟਾਰੀਓ ਦੇ ਵਿੱਚ ਅਗਰ ਤੁਹਾਨੂੰ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਡਰਾਈਵਰ ਹੋ, ਰਿਨਿਊਵਲ ਹੋਣ ਵਾਲੀ ਹੈ ਤਾਂ ਤੁਰੰਤ ਸੰਪਰਕ ਕਰੋ। ਟੋਰਾਂਟੋ ਦੇ ਵਿੱਚ ਭੈਣਾਂ ਨੇ ਮਨਦੀਪ ਕੌਰ ਹੋਰਾਂ ਨੂੰ। ਨੰਬਰ ਹੈ 647 615 5000 647 615 5000। ਇਸੇ ਤਰ੍ਹਾਂ US ਦੇ ਵਿੱਚ ਸਿਆਟਲ ਦੇ ਵਿੱਚ ਵਾਸ਼ਿੰਗਟਨ ਫਰੇਟ ਸਰਵਿਸ ਹੈ ਜੋ ਤੁਹਾਨੂੰ ਸਿਆਟਲ ਇਲਾਕੇ ਦੇ ਲੋਕਲ ਲੋਡ ਮੁਹੱਈਆ ਕਰਾਉਂਦੇ ਨੇ ਤੇ ਜਿਸ ਦੌਰਾਨ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਜੋ ਤੁਸੀਂ ਓਨਰ ਆਪਰੇਟਰ ਡਰਾਈਵਰ ਹੋ, ਇਹਨਾਂ ਦੀ ਤੁਹਾਡੀ ਜ਼ਰੂਰਤ ਇਸ ਅਦਾਰੇ ਨੂੰ ਰਹਿੰਦੀ ਹੈ
ਤੇ ਇਸ ਦੌਰਾਨ ਤੁਹਾਡੀ ਸਹੂਲਤ ਦੇ ਮੁਤਲਕ ਡਿਸਪੈਚ ਵੀ ਅੰਗਰੇਜ਼ੀ ਪੰਜਾਬੀ ਭਾਸ਼ਾ 'ਚ ਮਿਲੇਗੀ। ਸੰਪਰਕ ਕਰੋ ਵਾਸ਼ਿੰਗਟਨ ਫਰੇਟ ਸਰਵਿਸ ਵਾਲਿਆਂ ਨਾਲ। ਨੰਬਰ ਹੈ ਜਗਦੇਵ ਸਿੰਘ ਸੰਧੂ ਹੋਰਾਂ ਦਾ 253 266 6924 ਤੇ ਗੁਰਵਿੰਦਰ ਸਿੰਘ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 ਯਾਨੀ ਕਿ 2063544060। ਇਸੇ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਯੂਨੀਅਨ ਵਿਲੇਜ ਟਰੱਕ ਸਟਾਪ ਹੈ, ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਸੁਖੀ ਘੁੰਮਣ ਰੋਡਵੇਜ ਟਰਾਂਸਪੋਰਟ ਵਾਲਿਆਂ ਦਾ ਇਦਾਰਾ ਹੈ। ਇਹ ਯੂਨੀਅਨ ਵਿਲੇਜ ਟਰੱਕ ਸਟਾਪ ਨਾਲ ਇੰਡੀਅਨ ਰੈਸਟੋਰੈਂਟ ਬਣਿਆ, ਜਿੱਥੇ ਤੁਸੀਂ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲੁਤਫ ਲਓ। ਇਹਨਾਂ ਦੀ ਖਾਸੀਅਤ ਹੈ ਤੇ ਬਾਕੀ ਭਾਰਤੀ ਤੇ ਵਿਦੇਸ਼ੀ ਖਾਣਿਆਂ ਦਾ ਵੀ ਲੁਤਫ ਲੈ ਸਕਦੇ ਹੋ। ਤੇ ਇਸ ਦੇ ਨਾਲ ਐਡਰੈਸ ਹੈ 2201 100 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਤੇ ਜਿਪ ਕੋਡ ਹੈ 93307। ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500 661 304 7500। ਤੇ ਇਸੇ ਤਰ੍ਹਾਂ ਜੇ ਤੁਸੀਂ ਆਪਣੀ ਬਿਜ਼ਨਸ ਕਾਰੋਬਾਰ ਦੀ ਜਾਂ ਇੰਡੀਵਿਜੂਅਲ ਰਿਟਰਨ ਫਾਈਲ ਕਰਨੀ ਹੈ ਤਾਂ ਅਮਰੀਕਾ ਦੀਆਂ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ ਦੇ ਨਾਲ ਸੰਪਰਕ ਕਰ ਸਕਦੇ ਹੋ, ਜੋ ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਵਿੱਚ ਵਸਦੇ ਨੇ, ਪੈਨਸਿਲਵੇਨੀਆ ਦੇ ਵਿੱਚ। ਤੇ ਅਮਰੀਕਾ ਦੇ ਪੜ੍ਹੇ ਲਿਖੇ ਤਰਸੇਮ ਸਿੰਘ ਗਿੱਲ ਇਸ ਦੇ ਨਾਲ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲਈ ਵੀ ਕੰਮ ਕਰਦੇ ਨੇ। ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਸਪਾਊਸ ਕੇਸ, ਗ੍ਰੀਨ ਕਾਰਡ ਜਾਂ ਵਰਕ ਪਰਮਿਟ ਅਪਲਾਈ ਕਰਨਾ, ਤਾਂ ਵੀ ਅਮਰੀਕਨ ਇਮੀਗ੍ਰੇਸ਼ਨ ਦੀ ਪੇਪਰ ਫਾਈਲਿੰਗ ਦਾ ਕੰਮ ਇਹਨਾਂ ਤੋਂ ਕਰਵਾ ਸਕਦੇ ਹੋ। ਨੰਬਰ ਹੈ ਤਰਸੇਮ ਸਿੰਘ ਗਿੱਲ ਦਾ 484 764 9861 ਯਾਨੀ ਕਿ 484 764 9861। ਲਓ ਦੋਸਤੋ, ਬਾਹਰ तूफान भी थम गया। फलक को जिद है जहीं पे बिजलियां गिराने की, हमें भी जिद है जहीं पे आशियां बनाने की। सो साडे आशियां ने दवार बड़ियां बिजलियां कड़कदियां रहिंदियां ने, कुछ दिखण वालियां कुछ ना दिखण वालियां। ये बिजली तो आसमानी सी बहुत कड़की अज, पर अपना प्रोग्राम नेपरे चढ़ गया। कप्तान साहब की तो बिजली भज गई, अपने बैटरी काम कर रहे ने जो कि मोटे रखे हुए ने, जिवें सिकंदर औजला ने आख्या सीगा पूरे बैंटरे रखिया बैंटरे। सो बैटरियां बुटरियां फुल ने, सो काम चलदा धड़ा धड़ बैटरियां दे आसरे। ते इस दौरान हुण जिहड़ा तूफान थम गया, बारिश जिहड़ी हल्की फुल्की हो रही है पंजाब दे विच। फसलां दे लई ये मुफीद है, बागां दे वास्ते जिस तरह अंबां लीचियां दे वास्ते नुकसानदायक भी है। ते पर कुदरत दे रंग ने मानने चाहिए ने। मई महीना काफ़ी ठंडा गुजरिया ते इस दौरान कल 1 जून घल्लूघारा दिवस है। सो ये भी पंजाब की हिक ते हमेशा जिहड़ा हैगा सुलगदा रहेगा। ये जख्म जो 84 च वापरे ने, साडे सियासतदानां ने बीज बीजे ने, जो समय समय दरख्त बनते ने नफरतां दे, हनेरियां झुलदियां ने ते बहुत सारे घर इस दे विच उजड़े ने। सियासतदान इस दे लई जिम्मेवार ने, कट्टड़ता भी इस दे लई जिम्मेवार है। ये वरतारे धर्मां दीयां जिद्दां क्यों ये चीज़ां होंदियां ने, इन्हां दे बारे आपां कल विचार करांगे। पर इस दौरान किन्ने लोग जान गवा गए ने, घरां चों चुक चुक को मारे गए, पुलिस दे विच बहुत सारे लोग नजायज मरे, आवाम मरिया। किते न किते सानूं इन्हां वरतारियां दी पड़चोल करके अगली जिहड़ी है जिंदगी दे बारे सोचना चाहिदा। ते इस दौरान फेसबुक ते दलवीर सिंह रंधावा, दिदार सिंह बासी कहंदे जी राजेवाल साहब ने लखे नूं RSS मैस ने भी तुसी कमेंट किया, बहुत बहुत धन्यवाद जी। इस दौरान दिदार सिंह बासी ते बाई जी हरविंदर सिंह धालीवाल सब सजना का धन्यवाद। माफ़ी चाहांगे कि अज यूट्यूब फेसबुक ते नहीं जुड़ सके, इस करके गुजारिश करी दी है कि तुसी टिवाणा रेडियो का जिहड़ा वैब पेज है, वैबसाइट है tiwanaaradio.com, बहुत सखाला भी यूट्यूब की तरह, उस पर क्लिक करो। टिवाणा मेरा सबकास्ट है ते रेडियो तुसी जानदे हो .com पाओ, tiwanaaradio.com मैं फेसबुक ते लिंक पाया, बहुत सखाला। ये दब के तुसी इस ते प्रोग्राम सुन सकते हो। तो मैं कोशिश करांगा कि WhatsApp ते भी जिस तरह प्रोग्राम भेजी दे ने उत्थे भी तुहानूं ये लिंक भेजी दा, सो उस ते भी तुसी ये प्रोग्राम सुन सकते हो वैबसाइट ते। ये भी बेहतर तरीका है क्योंकि यूट्यूब फेसबुक पता नहीं कदों सरकारां जां लोग शक्तिशाली बंद करा दिंदे ने। ते अज कोई टैक्नीकल दिक्कत साडे हैड तो सी, ते इस लई माफ़ी। कल तो फिर कोशिश करांगे। ते इस दौरान साडियां ऐप्स ने जरूर इंस्टॉल करो, आईफोन ते एंड्राइड ऐप्स ने, उन्हां ते प्रोग्राम सुनिया जा सकेगा। कि दोस्तां मित्रां नूं दस्सो, टिवाणा रेडियो दा यूट्यूब पेज सबसक्राइब करो, शेयर करो, लाइक करो, बैल आइकन दबाओ। ते रिकॉर्डड प्रोग्राम जल्द उस ते पावांगे। ते अमेरिका दे विच प्रोग्राम सुनने दे वास्ते नंबर है 667-930-9260
यानी कि 667 937 9260। मेरे नाल कोई गलबात करनी है तो फिर तुसीं 98 763 09655 ते कदे भी संपर्क कर सकते हो। इस दे नाल ही परमिंदर सिंह टिवाणा नूं दिओ आ गया। रब रखा, शब्बा खैर। हुंदी है मुलाकात सवेरे 6:30 बजे तो लैके 8:30 बजे तक। तो इस दे नाल ही परमिंदर सिंह टिवाणा नूं अज इत्थे दिओ आ गया। सत श्री अकाल। जुड़े रहो टिवाणा रेडियो दीआं तरंगां दे नाल।